ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਤੁਸੀਂ ਥੰਬਨੇਲ ਵੀ ਦੇਖ ਲਿਆ ਹੋਊਗਾ ਕਿ ਪੰਜਾਬ PCS ਨੂੰ ਲੈ ਕੇ ਜਦੋਂ ਅਸੀਂ ਤਿਆਰੀ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ ਡਿਟੇਲ ਦੀ ਕਮੀ। ਜਿਵੇਂ ਕਿ ਆਪਾਂ ਆਪਣੇ ਇਸ ਪਲੇਟਫਾਰਮ ਤੇ ਇਸ ਤੋਂ ਪਹਿਲਾਂ ਇੱਕ ਲੈਕਚਰ ਲਾ ਚੁੱਕੇ ਸੀ ਜਿਹਦੇ 'ਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉਹਨਾਂ ਦੀ ਜਿਹੜੀ ਨੀਤੀ ਸੀਗੀ ਅੰਗਰੇਜ਼ਾਂ ਦੇ ਨਾਲ ਉਹਨਾਂ ਦੇ ਜੋ ਰਿਲੇਸ਼ਨ ਸੀਗੇ ਉਹਨਾਂ 'ਤੇ ਅਸੀਂ ਡਿਟੇਲਡ ਇੱਕ ਲੈਕਚਰ ਲਾਇਆ। ਤੋ ਸਟੂਡੈਂਟਸ ਦੀ ਡਿਮਾਂਡ ਸੀ ਕਿ ਸਰ ਰਣਜੀਤ ਸਿੰਘ ਤੋਂ ਪਹਿਲਾਂ ਜਿਹੜਾ ਸਿੱਖ ਮਿਸਲਸ ਦਾ ਕਨਸੈਪਟ ਆ ਨਾ ਉਹ ਕਿਤੇ ਨਾ ਕਿਤੇ ਸਾਡਾ ਲੈਗ ਕਰਦਾ ਹੈ। ਸਾਨੂੰ ਸਿਰਫ ਸਿੱਖ ਮਿਸਲਸ ਦੇ ਨਾਮ ਤੇ ਉਹਨਾਂ ਦੇ ਏਰੀਏ ਬਾਰੇ ਪਤਾ ਹੈ ਤੇ ਅੱਜ ਕੱਲ ਜਦੋਂ ਅਸੀਂ ਆਬਜੈਕਟਿਵ ਪੇਪਰ ਦਿੰਨੇ ਆ ਜਾਂ ਸਬਜੈਕਟਿਵ ਪੇਪਰ ਦਿੰਨੇ ਆ ਤਾਂ ਸਿੱਖ ਮਿਸਲਸ ਦੇ ਪ੍ਰਸ਼ਾਸਨ ਚੋਂ ਸਵਾਲ ਪੁੱਛੇ ਜਾ ਰਹੇ ਆ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਚੋਂ ਸਵਾਲ ਪੁੱਛੇ ਜਾ ਰਹੇ ਆ। ਜਿਵੇਂ ਕਿ ਸਿੱਖ ਮਿਸਲ ਨੇ ਕਿਸ ਤਰੀਕੇ ਨਾਲ ਅਬਦਾਲੀ ਦੇ ਹਮਲਿਆਂ ਨੂੰ ਕਾਊਂਟਰ ਕੀਤਾ, ਸਿੱਖ ਮਿਸਲਾਂ ਦੇ ਵੇਲੇ ਕਿਸ ਤਰੀਕੇ ਦਾ ਲੈਂਡ ਰੈਵਨਿਊ ਸਿਸਟਮ ਸੀ, ਇਹ ਪੱਟਾਦਾਰੀ, ਮਿਸਲਦਾਰੀ, ਜਗੀਰਦਾਰੀ, ਤਾਬੇਦਾਰੀ ਸਿਸਟਮ ਹੁੰਦੇ ਕੀ ਆ, ਸਿੱਖ ਮਿਸਲਾਂ ਨੇ ਕਿਵੇਂ ਰਾਖੀ ਪ੍ਰਣਾਲੀ ਜਾਂ ਗੁਰੂ ਮਤੇ ਦੇ ਕਨਸੈਪਟ ਦੇ ਨਾਲ ਆਪਣੇ ਪ੍ਰਸ਼ਾਸਨ ਨੂੰ ਇੰਨਾ ਕਾਬਲ ਬਣਾਇਆ ਕਿ ਉਸੇ ਕਨਸੈਪਟ ਨੂੰ ਬਾਅਦ ਹੋਰ ਥੋੜਾ ਬਹੁਤਾ ਠੀਕ ਕਰਕੇ ਜਾਂ ਅਮੈਂਡ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸ਼ਾਸਨ ਜਿਹੜਾ ਹੈ ਉਹ ਬਣਦਾ ਹੈ। ਸੋ ਐਡਮਿਨਿਸਟ੍ਰੇਸ਼ਨ ਆਫ ਸਿੱਖ ਮਿਸਲਸ ਦੇ ਡਿਟੇਲਡ ਲੈਕਚਰ ਜਿਵੇਂ ਕਿ ਸਾਡੀ ਪੰਜਾਬ PCS ਤੇ IAS ਪ੍ਰੀ ਕਮ ਮੇਨਸ ਦੀ ਪੂਰਾ ਕੋਰਸ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਅਸੀਂ ਨਵਾਂ ਬੈਚ ਜਿਹੜਾ ਹੈ ਨਵੰਬਰ ਦੇ ਮਿਡ 'ਚ ਸ਼ੁਰੂ ਕਰਨ ਜਾ ਰਹੇ ਹਾਂ। ਠੀਕ ਹੈ, ਸੋ ਉਸੇ ਹੀ ਲੜੀ ਦੇ ਇਹ ਕੁਝ ਟੌਪਿਕ ਨੇ ਜਿਹੜੇ ਕਿ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਲੈਕਚਰ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ, ਜਿਵੇਂ ਆਹ ਦੋ ਸਵਾਲ ਜਿਹੜੇ ਇਸ ਲੈਕਚਰ ਨੂੰ ਲਾਉਣ ਤੋਂ ਬਾਅਦ ਤੁਸੀਂ ਕਰ ਸਕਦੇ ਹੋਵੋਗੇ। ਕਿਵੇਂ ਸਿੱਖ ਮਿਸਲਸ ਨੇ ਫੌਜੀ ਸੰਗਠਨ, ਮਾਲੀਆ ਪ੍ਰਣਾਲੀ ਤੇ ਸ਼ਾਸਨ ਪ੍ਰਣਾਲੀ, ਮਿਸਲਾਂ ਦੀ ਸ਼ਕਤੀ ਜਿਸ 'ਚ ਫੌਜੀ ਸੰਗਠਨ, ਮਾਲੀਆ ਪ੍ਰਣਾਲੀ ਤੇ ਸ਼ਾਸਨ ਸ਼ਾਮਲ ਹਨ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾਇਆ। ਹਾਊ ਮਿਸਲਸ ਕੰਟਰੀਬਿਊਟਡ ਟੂ ਦੀ ਕੰਸੋਲੀਡੇਸ਼ਨ ਆਫ ਸਿੱਖ ਪਾਵਰ ਇਨਕਲੂਡਿੰਗ ਮਿਲਟਰੀ ਆਰਗੇਨਾਈਜੇਸ਼ਨ, ਰੈਵਨਿਊ ਸਿਸਟਮ ਐਂਡ ਗਵਰਨੈਂਸ। ਦੂਸਰਾ ਟੌਪਿਕ ਕੁਐਸਚਨ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਆ। ਇਹ ਸਿਰਫ 100 ਸ਼ਬਦਾਂ 150 ਸ਼ਬਦਾਂ 'ਚ ਇਹਨੂੰ ਲਿਖਣਾ ਹੈ ਆਪਾਂ। 100 ਸ਼ਬਦਾਂ 'ਚ, ਸੌਰੀ ਉੱਥੇ 150 ਗਲਤ ਲਿਖਿਆ ਗਿਆ। ਕਿ ਐਨਾਲਾਈਜ਼ ਦੀ ਰੋਲ ਆਫ ਸਿੱਖ ਮਿਸਲਸ ਇਨ ਰੈਜ਼ਿਸਟਿੰਗ ਫੋਰਨ ਇਨਵੇਜਨਸ ਸਪੈਸ਼ਲੀ ਬਾਈ ਅਹਿਮਦ ਸ਼ਾਹ ਦੁਰਾਨੀ ਐਂਡ ਇਨ ਪ੍ਰੋਟੈਕਟਿੰਗ ਲੋਕਲ ਪੋਪੂਲੇਸ਼ਨ। ਕਿ ਕਿਵੇਂ ਸਥਾਨਕ ਜਨਤਾ ਨੂੰ ਸੁਰੱਖਿਅਤ ਕਰਨ ਵਿੱਚ ਸਿੱਖ ਮਿਸਲਾਂ ਨੇ ਆਪਣਾ ਰੋਲ ਅਦਾ ਕੀਤਾ, ਉਹਦੀ ਚਰਚਾ ਕਰੋ। ਸੋ ਇੱਕ ਬੜਾ ਇੰਪੋਰਟੈਂਟ ਟੌਪਿਕ ਆ ਸਿੱਖ ਮਿਸਲਸ ਦੀ ਗਵਰਨੈਂਸ, ਸਿੱਖ ਮਿਸਲਸ ਦੀ ਐਡਮਿਨਿਸਟ੍ਰੇਸ਼ਨ, ਜਿਹਦੇ ਤੇ ਤੁਹਾਡਾ ਇਹ ਲੈਕਚਰ ਹੋਊਗਾ। ਸੋ ਅੱਗੇ ਵਧਣ ਤੋਂ ਪਹਿਲਾਂ ਇਹ ਜ਼ਰੂਰ ਮੈਂ ਤੁਹਾਡੇ ਨਾਲ ਡਿਸਕਸ ਕਰ ਲਾਂ ਕਿ ਮਾਸਟਰ ਕਲਾਸਿਸ ਪਟਿਆਲਾ ਤੇ ਤੁਸੀਂ ਸਾਡੇ ਇਸ ਪਲੇਟਫਾਰਮ ਤੇ ਤੁਸੀਂ IAS ਐਂਡ PCS 2025-26 ਮੀਨਸ ਪ੍ਰੀ ਕਮ ਮੇਨਸ ਇੰਗਲਿਸ਼ ਤੇ ਪੰਜਾਬੀ ਮੀਡੀਅਮ 'ਚ ਸਾਡਾ ਸਾਰਾ ਕੰਟੈਂਟ ਆ, ਚਾਹੇ ਸਾਇੰਸ ਆ, ਚਾਹੇ ਐਥਿਕਸ ਆ, ਚਾਹੇ ਉਹ ਇਕੋਨਮੀ ਆ, ਚਾਹੇ ਉਹ ਹਿਸਟਰੀ ਆ, ਚਾਹੇ ਉਹ ਸੋਸ਼ਲ ਇਸ਼ੂਜ਼ ਨੇ। ਸਾਡੀ ਕਮਿਟਮੈਂਟ, ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਸਭ ਕੁਝ ਇੰਗਲਿਸ਼ ਤੇ ਪੰਜਾਬੀ ਮੀਡੀਅਮ 'ਚ, ਜਿਹੜੇ ਬੱਚੇ PCS ਤੇ IAS ਪ੍ਰੀ ਦਾ ਕੋਰਸ ਜਿਹੜਾ ਹੈ ਉਹ ਲੈਣਾ ਚਾਹੁੰਦੇ ਆ, ਇਹ ਕੋਰਸ ਤੁਹਾਨੂੰ ਮੀਨਸ ਕਿ ਆਫਲਾਈਨ ਤੇ ਆਨਲਾਈਨ ਦੋਵਾਂ ਮੋਡ 'ਚ ਮਿਲੂਗਾ। ਇਹ ਕੋਰਸ ਜਿਹੜਾ ਹੈ ਉਹ ਸਾਡਾ ਇਸ ਟਾਈਮ ਆਨਲਾਈਨ ਮੋਡ ਦੇ ਵਿੱਚ ਹੈ। ਠੀਕ ਹੈ, ਸੋ ਇਹਨੂੰ ਵੀ ਅਸੀਂ ਆਫਲਾਈਨ ਮੋਡ 'ਚ ਨਵੰਬਰ 2024 ਤੋਂ ਸਟਾਰਟ ਕਰਨ ਜਾ ਰਹੇ ਹਾਂ। ਸੋ ਪ੍ਰੀ ਦੋਵੇਂ ਹੀ ਕੋਰਸਾਂ ਦਾ ਮੀਡੀਅਮ ਇੰਗਲਿਸ਼ ਦੇ ਨਾਲ ਨਾਲ ਪੰਜਾਬੀ 'ਚ ਰਹਿਣ ਵਾਲਾ ਹੈ। ਕੁਆਲਿਟੀ ਕੰਟੈਂਟ ਤੁਸੀਂ ਉਹ ਓਬਵੀਅਸ ਜੀ ਗੱਲ ਹੈ, ਇੰਨਾ ਤਾਂ ਤੁਸੀਂ ਚੈੱਕ ਕੀਤਾ ਹੀ ਹੋਊਗਾ ਜਾਂ ਅਦਰਵਾਈਜ਼ ਚੈੱਕ ਕਰੋਗੇ। ਜਿਹੜੇ ਬੱਚੇ ਸਾਡੇ ਕੋਲ ਆਫਲਾਈਨ ਵੀ ਆਉਂਦੇ ਆ ਉਹਨਾਂ ਨੂੰ ਆਫਲਾਈਨ ਦੇ ਨਾਲ ਨਾਲ ਆਨਲਾਈਨ ਦਾ ਕੰਟੈਂਟ ਵੀ ਅਵੇਲੇਬਲ ਹੁੰਦਾ। ਜਿਵੇਂ 2025 ਵਾਸਤੇ ਅਸੀਂ ਨਵੰਬਰ 'ਚ ਬੈਚ ਸ਼ੁਰੂ ਕਰਨ ਜਾ ਰਹੇ ਹਾਂ। ਜਦੋਂ ਤੁਸੀਂ ਕੋਰਸ 'ਚ ਇਨਰੋਲ ਹੋ ਗਏ, ਚਾਹੇ ਆਫਲਾਈਨ ਚਾਹੇ ਆਨਲਾਈਨ ਦਾ ਅਸੈਸ ਮਿਲੂਗਾ ਹੀ ਮਿਲੂਗਾ। ਉਹਦੇ ਨਾਲ ਤੁਹਾਡੇ ਕੋਲ ਪੁਰਾਣੇ ਲੈਕਚਰ ਵੀ, ਉਹਨਾਂ ਦਾ ਅਸੈਸ ਵੀ ਅਵੇਲੇਬਲ ਹੋ ਜਾਊਗਾ। ਈਵਨ ਕਿ ਪ੍ਰੀ ਲੈਵਲ ਦੇ ਵੀ ਪ੍ਰੀ ਰਿਕਾਰਡਡ ਲੈਕਚਰਸ, ਤਾਂ ਜੋ ਇੱਕ ਬੱਚਾ ਆਪਣੀ ਪੜ੍ਹਨ ਦੀ ਸਪੀਡ ਨੂੰ ਜੇ ਹੋਰ ਤੇਜ਼ ਕਰਨਾ ਚਾਹੁੰਦਾ ਹੈ ਤਾਂ ਸਾਡੀ ਗਾਈਡੈਂਸ ਨਾਲ ਇਹਨਾਂ 'ਚੋਂ ਕਿਸੇ ਹੋਰ ਫੋਲਡਰ ਨੂੰ ਵੀ ਯੂਜ਼ ਕਰ ਸਕਦਾ ਹੈ। ਡਿਪੈਂਡ ਕਰਦਾ, ਜੇ ਉਹ ਗਾਈਡੈਂਸ ਲਊਗਾ ਤਾਂ ਉਹਦਾ ਫਾਇਦਾ ਹੀ ਹੈ। ਜੇ ਉਹ ਬਿਲਕੁਲ ਇੱਕੋ ਦਮ ਪੜ੍ਹਾਈ ਤੇ ਹੀ ਹੋਇਆ ਹੈ ਤੇ ਉਹ ਕਹਿ ਰਿਹਾ ਕਿ ਸਰ ਮੈਂ ਤਾਂ 7-8 ਮਹੀਨਿਆਂ 'ਚ ਸਿਲੇਬਸ ਪੂਰਾ ਕਰਨਾ, ਕੁਆਲਿਟੀ ਵੀ ਕੰਪਰੋਮਾਈਜ਼ ਨਾ ਹੋਵੇ, ਫਿਰ ਉਹਨੂੰ ਅਸੀਂ ਇਸ ਤਰੀਕੇ ਦੀ ਰਿਕਮੈਂਡੇਸ਼ਨ ਜਿਹੜੀ ਆ ਉਹ ਦਿੰਦੇ ਹਾਂ। ਇਹਦੇ ਤੋਂ ਬਿਨਾਂ ਆਹ ਸਾਡੀਆਂ 2 ਬੁੱਕਸ ਨੇ। ਜਿਹੜੇ ਬੱਚੇ ਪੰਜਾਬੀ ਪੇਪਰ A ਜਾਂ ਗਰੁੱਪ B ਦੇ ਪੇਪਰਾਂ ਦੀ ਪੰਜਾਬੀ ਤੋਂ ਪਰੇਸ਼ਾਨ ਆ, ਉਹ ਪੰਜਾਬੀ ਪੇਪਰ A ਦੀ ਬੁੱਕ ਲੈ ਸਕਦੇ ਆ। ਜਿਹੜੇ ਬੱਚੇ ਆਬਜੈਕਟਿਵ ਟਾਈਪ ਪੇਪਰ ਦੇਣਾ ਚਾਹੁੰਦੇ ਆ ਤੇ ਆਬਜੈਕਟਿਵ ਟਾਈਪ ਪੇਪਰ ਦੇ ਵਿੱਚ
ਉਹ ਚਾਹੁੰਦੇ ਆ ਕਿ ਸਾਡੇ ਕੋਲ ਪੰਜਾਬ ਹਿਸਟਰੀ ਐਂਡ ਕਲਚਰ, ਪੰਜਾਬ ਜੀਓਗ੍ਰਾਫੀ, ਇਹ ਦੋ ਚੀਜ਼ਾਂ ਇਹਦੇ 'ਚ ਹੈ ਨਹੀਂ। ਪੰਜਾਬ ਦੇ ਪੁਰਾਣੇ ਪੇਪਰਾਂ ਦੇ ਕੁਐਸਚਨ ਇਨ ਫਾਰਮ ਆਫ ਵਨ ਲਾਈਨਰ। ਸੋ ਇਹ ਤਿੰਨ ਚੀਜ਼ਾਂ ਇਸ ਕਿਤਾਬ 'ਚ ਆ। ਇਸ ਕਿਤਾਬ ਦਾ ਮੀਡੀਅਮ ਇੰਗਲਿਸ਼ ਆ। ਇਹ ਕਿਤਾਬ ਆਬਜੈਕਟਿਵ ਟਾਈਪ ਕੁਐਸਚਨ ਪੇਪਰਸ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ। ਸੋ ਇਹਨਾਂ ਸਾਰਿਆਂ ਵਾਸਤੇ ਤੁਸੀਂ 80 544 00 797 ਤੇ ਆਪਣੀ ਮੈਸੇਜ ਕਰ ਸਕਦੇ ਹੋ। ਸੋ ਹੁਣ ਤੁਸੀਂ ਆਪਣੇ ਇਸ ਲੈਕਚਰ ਨੂੰ ਇੰਜੋਏ ਕਰੋ। ਥੈਂਕ ਯੂ। ਹਾਂਜੀ, ਤੇ ਹੁਣ ਆਪਾਂ ਅੱਜ ਇਸ ਚੀਜ਼ ਨੂੰ ਹੁਣ ਧਿਆਨ ਨਾਲ ਦੇਖਾਂਗੇ ਕਿ ਜਿਹੜੀਆਂ ਸਾਡੀਆਂ ਸਿੱਖ ਮਿਸਲਾਂ ਸੀ ਨਾ, ਇਹਨਾਂ ਮਿਸਲਾਂ ਦਾ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਿਆ, ਇਹਨਾਂ ਮਿਸਲਾਂ ਦਾ ਆਰਗੇਨਾਈਜੇਸ਼ਨ ਕਿਵੇਂ ਹੋਇਆ। ਜਿਵੇਂ ਅਸੀਂ ਅਕਸਰ ਇੱਕ ਚੀਜ਼ ਸਮਝਦੇ ਹਾਂ ਕਿ ਜਦੋਂ ਅਸੀਂ ਇਹ ਦੇਖੀਏ ਨਾ ਕਿ 1767 ਇਹ ਮੰਨਿਆ ਜਾਂਦਾ ਹੈ ਕਿ 1767 ਤੋਂ ਲੈ ਕੇ 1799 ਤੱਕ ਮਿਸਲ ਯੁੱਗ ਮੰਨਿਆ ਜਾਂਦਾ। ਮਿਸਲ ਯੁੱਗ ਤਾਂ ਸਮਝ ਗਏ ਨਾ, ਜਦੋਂ ਮਿਸਲਾਂ ਨੇ ਆਪਣੇ ਆਪ ਨੂੰ ਉਭਾਰਿਆ। ਇਹ ਉਹ ਸਮਾਂ ਸੀਗਾ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਇੰਡੀਆ 'ਚ ਹੋਣੇ ਖਤਮ ਹੋ ਗਏ, ਕਿਉਂਕਿ ਇਸ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਦੇ 8 ਹਮਲੇ ਹੋਏ ਆ। ਵੈਸੇ ਤਾਂ 1734 'ਚ ਸਿੱਖ ਜਥਿਆਂ 'ਚ ਬਣੇ, 2 ਜਥੇ ਬਣਾਏ ਗਏ ਸੀ। ਇੱਕ ਜਥੇ ਦਾ ਨਾਮ ਸੀਗਾ ਤਰੁਣਾ ਦਲ, ਜਿੱਥੇ 40 ਸਾਲ ਤੋਂ ਛੋਟੇ, ਤੇ ਇੱਕ ਜਥੇ ਦਾ ਕੀ ਨਾਮ ਸੀਗਾ, ਬੁੱਢਾ ਦਲ, ਜਿੱਥੇ 40 ਸਾਲ ਤੋਂ ਵੱਡੇ ਲੋਕ ਜਿਹੜੇ ਆ ਉਹਨਾਂ ਨੂੰ ਜਥਿਆਂ 'ਚ ਲਾਇਆ ਗਿਆ। ਇਹਨਾਂ ਜਥਿਆਂ ਦੇ ਦੋਵਾਂ ਦੇ ਸੈਂਟਰ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਹੁੰਦੇ ਸੀ, ਤੇ ਤਰਨਤਾਰਨ ਦੇ ਹਰੀਕੇ ਪੱਤਣ ਇਹ ਆਪਸ 'ਚ ਮੀਟਿੰਗ ਕਰਦੇ ਸੀ। ਤਰੁਣਾ ਦਲ ਦਾ ਮਕਸਦ ਹੁੰਦਾ ਸੀ ਕਿ ਸਿੱਖ ਇੱਕ ਤਾਂ ਫੈਮਲੀਜ਼ ਦੀ ਸੁਰੱਖਿਆ ਕਰਨੀ, ਤੇ ਇੱਕ ਇਨਵੇਡਰਸ ਤੋਂ, ਬਾਹਰਲੇ ਹਮਲਾਵਰਾਂ ਤੋਂ ਪੰਜਾਬ ਨੂੰ ਬਚਾਉਣਾ। ਬੁੱਢਾ ਦਲ ਦਾ ਬੇਸਿਕ ਮਤਲਬ ਸੀਗਾ ਗੁਰਦੁਆਰਿਆਂ ਦੀ ਸਾਂਭ ਸੰਭਾਲ, ਜਿਹਦੇ 'ਚ ਲੰਗਰ ਤੋਂ ਲੈ ਕੇ ਗੁਰਦੁਆਰਿਆਂ ਦੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਸੀਗੀ। ਸ਼ੁਰੂ ਦੇ ਵਿੱਚ ਦੋਵੇਂ ਪਾਸੇ 5-5 ਜਥੇ ਸੀਗੇ, ਪਰ ਵਕਤ ਦੇ ਨਾਲ ਜਥਿਆਂ ਦੀ ਗਿਣਤੀ 30, 25, 30, 65 ਤੱਕ ਪਹੁੰਚ ਗਈ। ਜਦੋਂ ਜਥਿਆਂ ਦੇ ਵਿੱਚ ਨਾ ਸਿੰਘ ਬਹੁਤ ਵੱਧ ਗਏ ਤੇ ਜਥੇ ਵੀ ਕਾਫੀ ਹੋ ਗਏ ਗਿਣਤੀ 'ਚ, ਫਿਰ ਉਹਨਾਂ ਦਾ ਧਿਆਨ ਰੱਖਣਾ ਬਹੁਤ ਔਖਾ ਸੀ। ਇੱਕ ਆਪਸ ਦੇ ਵਿੱਚ ਕੋਈ ਕੋਆਰਡੀਨੇਟਿੰਗ ਬਾਡੀ ਨਹੀਂ ਸੀਗੀ ਜਿਹੜੀ ਇਹਨਾਂ ਜਥਿਆਂ ਨੂੰ ਸਾਂਭ ਸਕੇ। ਫਿਰ ਜਾ ਕੇ ਇੱਕ ਕਨਸੈਪਟ ਆਇਆ 29 ਮਾਰਚ 1748 1748 ਨੂੰ ਇੱਕ ਮੀਟਿੰਗ ਬੁਲਾਈ ਗਈ ਸਰਬੱਤ ਖਾਲਸਾ ਦੀ। ਸਿੱਖ ਜਦੋਂ ਵੀ ਕਿਤੇ ਦੁਵਿਧਾ 'ਚ ਹੁੰਦੇ ਆ ਤਾਂ ਮੰਨਿਆ ਜਾਂਦਾ ਕਿ ਉਹ ਸਰਬੱਤ ਖਾਲਸਾ ਦੀ ਕਾਲ ਦਿੰਦੇ ਆ। ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਬੁਲਾਇਆ ਗਿਆ। ਇਹਨਾਂ 65 ਜਥਿਆਂ ਨੂੰ ਕਨਵਿੰਸ ਕੀਤਾ ਗਿਆ ਕਿ ਬਈ 65 ਜਥੇਦਾਰ ਜਿਹੜੇ ਆ ਉਹ ਕੋਆਰਡੀਨੇਸ਼ਨ 'ਚ ਕਦੇ ਨਹੀਂ ਆ ਸਕਦੇ, ਤੁਹਾਡੇ 'ਚੋਂ ਕਈਆਂ ਨੂੰ ਦੂਜਿਆਂ ਦੇ ਅਧੀਨ ਹੋਣਾ ਪਊਗਾ। ਤਾਂ ਫਿਰ ਜਾ ਕੇ ਇਹਨਾਂ 65 ਜਥਿਆਂ ਨੂੰ, 65 ਦੇ ਵਿੱਚੋਂ 35 ਦੇ ਨੇੜੇ ਜਥੇ, 35-40 ਜਥੇ ਬੁੱਢਾ ਦਲ ਦੇ ਸੀਗੇ, ਬਾਕੀ ਜਥੇ ਜਿਹੜੇ ਸੀਗੇ ਉਹ ਤਰੁਣਾ ਦਲ ਦੇ ਸੀ। ਇਹਨਾਂ ਜਥਿਆਂ ਨੂੰ ਫਿਰ 6 ਬੁੱਢਾ ਦਲ ਦੀਆਂ ਮਿਸਲਾਂ ਤੇ 5 ਤਰੁਣਾ ਦਲ ਦੀਆਂ ਮਿਸਲਾਂ 'ਚ ਕਨਵਰਟ ਕੀਤਾ ਗਿਆ। ਮੈਂ ਇਹ ਹਮੇਸ਼ਾ ਕਹਿੰਦਾ ਕਿ ਮਿਸਲ ਸ਼ਬਦ ਦੇ 2 ਮਤਲਬ ਕੱਢੇ ਜਾ ਸਕਦੇ ਆ। ਅੱਜ ਵੀ ਜਦੋਂ ਮਿਸਲ ਲਿਖੀ ਜਾਂਦੀ ਹੈ ਨਾ ਪੁਲਿਸ ਸਟੇਸ਼ਨ 'ਚ ਜਾਂ ਕਿਤੇ ਵੀ, ਮਿਸਲ ਦਾ ਮਤਲਬ ਇੱਕ ਹਿਸਾਬ ਨਾਲ ਇੱਕ ਰਿਕਾਰਡ ਜਾਂ ਰਿਪੋਰਟ ਹੁੰਦੀ ਹੈ। ਤੇ ਇਹ ਇੱਕ ਅਰਬੀ ਭਾਸ਼ਾ ਦਾ ਸ਼ਬਦ ਆ ਜਿਹਦਾ ਮਤਲਬ ਇਕੁਐਲਿਟੀ ਆ, ਸਮਾਨਤਾ ਹੈ। ਮਿਸਲ ਸ਼ਬਦ ਦਾ ਮਤਲਬ ਇਹੀ ਸੀਗਾ ਕਿ ਜਦੋਂ ਵੀ ਤੁਸੀਂ ਅੰਮ੍ਰਿਤਸਰ ਇਕੱਠੇ ਹੋਇਆ ਕਰੋਗੇ, ਤੁਹਾਡੀਆਂ ਮਿਸਲਾਂ ਆਪਸ ਦੇ ਵਿੱਚ ਜਦੋਂ ਵੀ ਇਹ ਕਲੇਮ ਕਰਨਗੀਆਂ ਕਿ ਉਹ ਇਲਾਕਾ ਸਾਡਾ ਹੈ ਤੇ ਦੂਜਾ ਸਾਡਾ ਹੈ, ਕਈ ਉੱਥੇ 5 ਪਿਆਰਿਆਂ ਦੀ ਗਵਾਹੀ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਤੁਹਾਡੀ ਆਪਣੀ ਰਿਪੋਰਟ ਤੇ ਲਿਖ ਦਿੱਤਾ ਜਾਇਆ ਕਰੂਗਾ, ਮਿਸਲ ਤੇ ਲਿਖ ਦਿੱਤਾ ਜਾਊਗਾ। ਸੋ ਉੱਥੋਂ ਵੀ ਮੰਨਿਆ ਜਾਂਦਾ ਕਿ ਇੱਕ ਸ਼ਬਦ ਮਿਸਲ ਉੱਭਰ ਕੇ ਬਾਹਰ ਆਇਆ। ਇਹਨਾਂ ਮਿਸਲਾਂ 'ਚ ਆਪਸ 'ਚ ਬਹੁਤ ਵਿਵਾਦ ਸੀਗੇ। ਇਹਨਾਂ 11 ਮਿਸਲਾਂ 'ਚ, ਇਹ 11 ਮਿਸਲਾਂ ਨੂੰ ਕੋਆਰਡੀਨੇਟ ਕਰਨ ਵਾਸਤੇ ਇੱਕ ਕੋਆਰਡੀਨੇਟਿੰਗ ਬਾਡੀ ਬਣੀ ਜਿਹੜੀ ਇਹਨਾਂ ਦੀ ਸਰਪ੍ਰਸਤੀ ਕਰੂਗੀ, ਦਲ ਖਾਲਸਾ। ਦਲ ਖਾਲਸਾ ਦਾ ਜਿਹੜਾ ਕੰਟਰੋਲ ਸੀਗਾ ਉਹ ਨਵਾਬ ਕਪੂਰ ਸਿੰਘ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ। ਨਵਾਬ ਕਪੂਰ ਸਿੰਘ ਕਹਿੰਦੇ ਕਿ ਸਰ ਮੇਰੇ ਕੋਲੇ ਕੰਟਰੋਲ ਨਹੀਂ ਸੰਭਿਆ ਜਾਣਾ, ਹੁਣ ਤਾਂ ਬਹੁਤ ਬਜ਼ੁਰਗ ਹੋ ਗਏ ਆ। ਖੈਰ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੂੰ ਤਾਂ ਡੀ ਜਿਓਰ ਹੈਡ ਨਾਮ ਦਾ ਰਾਜਾ, ਨੋਮੀਨਲ ਹੈਡ ਜਿਹਨੂੰ ਆਪਾਂ ਕਹਿ ਦਿੰਦੇ, ਬਟ ਰੀਅਲ ਪਾਵਰਸ ਵਰ ਵੈਸਟਡ ਵਿਦ ਜੱਸਾ ਸਿੰਘ ਆਹਲੂਵਾਲੀਆ। ਫਿਰ 1753 5 ਸਾਲ ਬਾਅਦ ਜਦੋਂ ਨਵਾਬ ਕਪੂਰ ਸਿੰਘ ਦਾ ਦੇਹਾਂਤ ਹੋ ਗਿਆ, ਉਹ ਅਕਾਲ ਚਲਾਣਾ ਕਰ ਗਏ, ਫਿਰ ਪੂਰੀ ਪਾਵਰ ਹੀ ਕਿਹਨਾਂ ਦੇ ਹੱਥ 'ਚ ਆ ਗਈ, ਜੱਸਾ ਸਿੰਘ ਆਹਲੂਵਾਲੀਆ ਦੇ ਹੱਥ 'ਚ ਆ ਜਾਂਦੀ ਹੈ। ਹੁਣ ਇਹ ਮਿਸਲਾਂ ਨੇ ਆਪਣੇ ਆਪ ਨੂੰ ਕਿਵੇਂ ਸਾਂਭਿਆ? ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ 11 ਦਲ ਖਾਲਸਾ ਦੀਆਂ ਮਿਸਲਾਂ ਸੀ, ਉਸ ਤੋਂ ਬਾਅਦ ਜਦੋਂ 1765 ਤੋਂ ਬਾਅਦ ਅੱਗੇ ਜਾ ਕੇ ਮੈਂ ਦੱਸੂਗਾ 1765 ਤੋਂ ਬਾਅਦ ਜਦੋਂ ਪਟਿਆਲਾ, ਨਾਭਾ, ਜੀਂਦ ਵਾਲੇ ਰਿਆਸਤਾਂ ਦੀ ਜਿਹੜੀ ਫੁਲਕੀਆਂ ਮਿਸਲ ਆ, ਉਹ ਵੀ ਇਹਨਾਂ ਨੂੰ ਬੇਨਤੀ ਕਰੂਗੀ ਕਿ ਸਾਨੂੰ ਵੀ ਆਪਣਾ ਹਿੱਸਾ ਬਣਾ ਲਓ। ਤਾਂ
ਉਸ ਮਿਸਲ ਨੂੰ ਵੀ ਨਾਲ ਜੋੜ ਲਿਆ ਜਾਊਗਾ, ਪਰ ਉਹ ਦਲ ਖਾਲਸਾ ਦੀ ਮਿਸਲ ਨਹੀਂ ਸੀ। ਸਿੱਖਾਂ ਦੀਆਂ ਮਿਸਲਾਂ ਦੀ ਗਿਣਤੀ 12 ਹੈ, ਪਰ ਦਲ ਖਾਲਸਾ ਦੀਆਂ ਮਿਸਲਾਂ ਦੀ ਗਿਣਤੀ ਕਿੰਨੀ ਰਹੂਗੀ? 11 ਰਹੂਗੀ। ਸੋ ਹੁਣ ਆਪਾਂ ਇੱਥੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਮਿਸਲਾਂ ਦੇ ਤੰਤਰ ਨੂੰ। ਸਭ ਤੋਂ ਪਹਿਲੀ ਗੱਲ, ਸਿੱਖ ਮਿਸਲਾਂ ਦੇ ਤੰਤਰ ਦੀ ਪਹਿਲੀ ਖਾਸੀਅਤ ਇਹ ਸੀ ਥਿਓਕਰੈਟਿਕ। ਥਿਓਕਰੈਟਿਕ ਦਾ ਮਤਲਬ ਹੁੰਦਾ ਧਾਰਮਿਕ। ਮਤਲਬ ਇਹਨਾਂ ਮਿਸਲਾਂ ਦੀ ਪ੍ਰਵਿਰਤੀ, ਅੱਜ ਮੈਂ ਇਹਨਾਂ ਮਿਸਲਾਂ ਦੀ ਪ੍ਰਵਿਰਤੀ ਬਾਰੇ ਦੱਸੂਗਾ ਕਿ ਇਹਨਾਂ ਮਿਸਲਾਂ ਦੀ ਪ੍ਰਵਿਰਤੀ 'ਚ ਕੀ ਖਾਸੀਅਤ ਸੀ। ਪਹਿਲਾ ਪੁਆਇੰਟ ਆ ਗਿਆ ਕਿ ਇਹਨਾਂ ਮਿਸਲਾਂ ਦੀ ਪ੍ਰਵਿਰਤੀ ਜਿਹੜੀ ਸੀਗੀ ਉਹ ਥਿਓਕਰੈਟਿਕ ਸੀਗੀ। ਥਿਓਕਰੈਟਿਕ ਦਾ ਮਤਲਬ ਆ ਧਾਰਮਿਕ ਬਿਰਤੀ। ਮਤਲਬ ਇਹ ਮਿਸਲਾਂ ਗੁਰੂ ਦੇ ਉਪਦੇਸ਼ ਨਾਲ ਚੱਲਦੀਆਂ ਸੀ। 1748 ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਸ਼ੁਰੂ ਕੀਤਾ ਗਿਆ ਕਿ ਇਹਨਾਂ ਮਿਸਲਾਂ ਨੇ ਜਦੋਂ ਵੀ ਕੋਈ ਫੈਸਲਾ ਕਰਨਾ ਹੋਊਗਾ ਇੱਕ ਗੁਰੂ ਮਤਾ ਪਾਇਆ ਜਾਇਆ ਕਰੂਗਾ। ਸੋ ਸਿੱਖ ਧਰਮ ਦੇ ਵਿੱਚ ਇੱਕ ਕਨਸੈਪਟ ਬਹੁਤ ਪਪੂਲਰ ਹੋਇਆ 1748 ਤੋਂ ਲੈ ਕੇ, ਤੇ ਮੈਂ ਤੁਹਾਨੂੰ ਇਹ ਦੱਸਾਂ ਇਹ 1748 ਤੋਂ ਲੈ ਕੇ 1805 ਤੱਕ ਚੱਲਦਾ ਰਿਹਾ। ਦੇਖੋ, ਜਦੋਂ ਤੁਹਾਡੇ ਇੰਸਟੀਟਿਊਸ਼ਨਸ ਥੋੜੇ ਜਿਹੇ ਡੈਮੋਕ੍ਰੈਟਿਕ ਹੋਣ, ਤੁਹਾਨੂੰ ਸਾਰਿਆਂ ਨੂੰ ਮਿਲ ਕੇ ਫੈਸਲਾ, ਡੈਮੋਕ੍ਰੈਟਿਕ ਨਹੀਂ ਕਹਿ ਸਕਦੇ, ਜਦੋਂ ਤੁਹਾਡਾ ਤੰਤਰ ਫੈਡਰਲ ਹੋਵੇ, ਫੈਡਰਲ ਦਾ ਮਤਲਬ ਆ ਸਾਰੇ ਮਿਲ ਕੇ ਫੈਸਲਾ ਕਰਨ, ਫਿਰ ਕਿਤੇ ਨਾ ਕਿਤੇ ਤੁਹਾਨੂੰ ਕੋਈ ਗੁਰੂ ਮਤੇ ਵਰਗਾ ਕਨਸੈਪਟ ਚਾਹੀਦਾ ਹੈ। 1805 ਤੱਕ ਹੀ ਕਿਉਂ ਚੱਲਿਆ? ਕਿਉਂਕਿ ਫਿਰ ਇਹ ਸਾਰੀਆਂ ਮਿਸਲਾਂ ਦੇ ਉੱਪਰ ਇੱਕੋ ਹੀ ਮਿਸਲ ਡੋਮੀਨੇਟ ਕਰ ਜੂਗੀ। ਕਿਹੜੀ ਭਲਾ? ਸ਼ੁਕਰ ਚੱਕੀਆ ਮਿਸਲ। ਜਦੋਂ ਸ਼ੁਕਰ ਚੱਕੀਆ ਮਿਸਲ ਇੱਕ ਹੀ ਮਿਸਲ ਬਾਕੀਆਂ ਦੇ ਡੋਮੀਨੇਟ ਕਰ ਗਈ, ਕੀ ਫਿਰ ਸਾਰਿਆਂ ਦਾ ਸਾਂਝਾ ਫੈਸਲਾ ਚੱਲਿਆ? ਨਹੀਂ। ਕੀ ਫਿਰ ਫੈਡਰਲਿਜ਼ਮ ਯਾਨੀ ਕਿ ਸੰਘਵਾਦ ਰਿਹਾ? ਨਹੀਂ। ਕੀ ਫਿਰ ਗੁਰੂ ਮਤੇ ਦੀ ਲੋੜ ਰਹੀ? ਨਹੀਂ। ਫਿਰ ਉਸ ਤੋਂ ਬਾਅਦ ਗੁਰੂ ਮਤੇ ਪਾਈ ਨਹੀਂ ਗਏ। ਗੁਰੂ ਮਤਿਆਂ ਦਾ ਅਖੀਰਲਾ ਗੁਰੂ ਮਤਾ ਕਹਿੰਦੇ ਆ ਰਣਜੀਤ ਸਿੰਘ ਨੇ 1805 ਚ ਪਵਾਇਆ ਸੀ। ਕੋਈ ਮਰਾਠਾ ਰਾਜਾ ਸੀਗਾ, ਦੱਖਣ ਵੱਲੋਂ ਭੱਜ ਕੇ ਉੱਪਰ ਨੂੰ ਆਇਆ ਨਾਰਥ ਵੱਲ, ਯਸ਼ਵੰਤ ਰਾਓ ਹੋਲਕਰ। ਉਹਦੀ ਮਦਦ ਕਰਨੀ ਆ ਕਿ ਨਹੀਂ ਸਿੱਖਾਂ ਨੇ, ਤਾਂ ਉਹ ਇੱਕ ਅਖੀਰਲਾ ਮੇਰੇ ਹਿਸਾਬ ਨਾਲ ਗੁਰੂ ਮਤਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਗੁਰੂ ਮਤਿਆਂ ਦਾ ਕਨਸੈਪਟ ਹੀ ਖਤਮ ਹੋ ਗਿਆ। ਪਹਿਲੀ ਗੱਲ, ਜੇ ਮੈਂ ਇਹ ਕਹਾਂ ਕਿ ਸਿੱਖ ਮਿਸਲਾਂ ਧਾਰਮਿਕ ਬਿਰਤੀ ਦੀਆਂ ਸੀ, ਦੱਸੋ ਪਹਿਲੀ ਗੱਲ ਸਹੀ ਆ? ਸਮਝ ਆ ਗਈ? ਕਿਉਂ? ਗੁਰੂ ਮਤੇ ਦੇ ਕਨਸੈਪਟ ਨੂੰ ਫੋਲੋ ਕਰਦੀਆਂ ਸੀ ਸਿੱਖ ਮਿਸਲਾਂ। ਹੁਣ ਆ ਜਾਓ ਅਗਲਾ ਪੁਆਇੰਟ। ਸਿੱਖ ਮਿਸਲਾਂ ਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਸੀ ਫੈਡਰਲਿਜ਼ਮ, ਸੰਘਵਾਦ। ਕੀ ਇਹ ਸਹੀ ਹੈ ਕਿ ਨਹੀਂ? ਬਿਲਕੁਲ। ਜਦੋਂ 29 ਮਾਰਚ 1748 ਨੂੰ ਸਿੱਖ ਮਿਸਲਾਂ ਬਣੀਆਂ ਤੇ ਇਹਨਾਂ ਨੇ ਸੁਪਰੀਮ ਕਮਾਂਡਰ ਨਵਾਬ ਕਪੂਰ ਸਿੰਘ ਨੂੰ ਚੁਣਿਆ, ਤੇ ਉਸ ਤੋਂ ਬਾਅਦ ਰੀਅਲ ਕਮਾਂਡਰ ਜਿਹੜਾ ਸੀ ਉਹ ਜੱਸਾ ਸਿੰਘ ਆਹਲੂਵਾਲੀਆ ਨੂੰ ਚੁਣਿਆ। ਇਹ ਨਹੀਂ ਸੀ ਕਿ ਜੱਸਾ ਸਿੰਘ ਆਹਲੂਵਾਲੀਆ ਦੀ ਚੱਲਦੀ ਹੋਗੀ, ਨਹੀਂ, ਉਹਦੇ ਹੱਥ 'ਚ ਕੋਈ ਪਾਵਰ ਨਹੀਂ ਸੀ। ਇਟ ਮੀਨਸ ਸਭ ਤੋਂ ਪਹਿਲਾਂ ਸਾਰੇ ਜਾਣੇ ਵਿਸਾਖੀ ਤੇ ਦੀਵਾਲੀ ਸਾਲ 'ਚ 2 ਵਾਰ, ਬਾਈਨੂਅਲ 2 ਵਾਰ ਸਾਲ ਦੇ ਵਿੱਚ ਸਾਰੀਆਂ ਮਿਸਲਾਂ ਅੰਮ੍ਰਿਤਸਰ ਅਕਾਲ ਤਖਤ ਬਹਿੰਦੀਆਂ ਸੀ। ਉੱਥੇ ਅਰਦਾਸ ਹੁੰਦੀ ਸੀ, ਫਿਰ ਆਪਸ ਦੇ ਵਿੱਚ ਗੱਲਬਾਤ ਹੁੰਦੀ ਸੀ। ਫਿਰ ਉੱਥੇ ਜਿਹੜੀ ਮਿਸਲ ਇਹ ਦਾਅਵਾ ਕਰਦੀ ਸੀ ਕਿ ਅਸੀਂ ਫਲਾਣੀ ਮਿਸਲ ਤੋਂ ਆਹ ਇਲਾਕਾ ਜਿੱਤ ਲਿਆ ਹੈ, ਦੂਜੀ ਤੋਂ ਕਨਫਰਮ ਕੀਤਾ ਜਾਂਦਾ ਸੀ ਕਿ ਤੈਨੂੰ ਰਾਜੀ ਇਹ ਗੱਲ, ਤੂੰ ਮੰਨਦਾ ਹੈ ਕਿ ਨਹੀਂ ਮੰਨਦਾ। ਜੇ ਉਹ ਕਹਿੰਦਾ ਸੀ ਮੈਂ ਨਹੀਂ ਮੰਨਦਾ, ਫਿਰ ਗਵਾਹ ਤੇ ਸਬੂਤ ਮੰਗੇ ਜਾਂਦੇ ਸੀ। ਪਰ ਜੇ ਉਹ ਇੱਕ ਨੇ ਕਹਿਤਾ ਕਿ ਮੇਰੇ ਆਹ ਇਲਾਕਾ ਹੁਣ ਮੇਰੇ ਕੋਲ, ਦੂਜੇ ਨੇ ਕਹਿਤਾ ਹਾਂਜੀ ਇਹ ਸਾਡੇ ਤੋਂ ਖੋਹ ਕੇ ਲੈ ਗਿਆ, ਤਾਂ ਫਿਰ ਮਿਸਲਾਂ ਬਦਲ ਦਿੱਤੀਆਂ ਜਾਂਦੀਆਂ ਸੀ। ਦੋਵਾਂ ਦੀ ਰਿਪੋਰਟ ਦੇ ਵਿੱਚ ਅਪਡੇਸ਼ਨ ਕਰ ਦਿੱਤੀ ਜਾਂਦੀ ਸੀ। ਇਸ ਤਰੀਕੇ ਦੀ ਅਪਡੇਸ਼ਨ ਸਾਲ ਦੇ ਵਿੱਚ 2 ਵਾਰ ਹੁੰਦੀ ਸੀ। ਤੋ ਮਿਸਲਾਂ ਆਪਸ ਦੇ ਵਿੱਚ ਬੇਸ਼ੱਕ ਜਿੰਨੀ ਮਰਜ਼ੀ ਤਲਖੀ 'ਚ ਸੀਗੀਆਂ, ਪਰ ਫੈਸਲੇ ਜਿਹੜੇ ਸੀ ਉਹ ਫੈਡਰਲਿਜ਼ਮ ਦੇ ਆਧਾਰ ਤੇ ਹੁੰਦੇ ਸੀ, ਗੁਰੂ ਮਤੇ ਦੇ ਆਧਾਰ ਤੇ ਹੁੰਦੇ ਸੀ। ਸਿੱਖ ਮਿਸਲਾਂ ਦੀ ਅਗਲੀ ਖਾਸੀਅਤ ਫੈਡਰਲਿਜ਼ਮ, ਠੀਕ ਆ। ਉਹ ਅੱਡ ਗੱਲ ਆ ਕਿ ਇੱਕ ਮਿਸਲ ਦੇ ਅੰਦਰ ਇੱਕ ਸਰਦਾਰ ਦੀ ਪੂਰੀ ਚੱਲਦੀ ਸੀ। ਹੋਰ ਛੱਡੋ, ਫੈਡਰਲਿਜ਼ਮ ਦੀ ਹੋਰ ਖੂਬਸੂਰਤੀ ਸੁਣੋ ਕੀ ਹੈ। ਇੱਕ ਮਿਸਲ ਦਾ ਸਰਦਾਰ ਹੁੰਦਾ ਸੀ, ਉਸ ਮਿਸਲ ਦੇ ਸਰਦਾਰ ਦੇ ਅੰਡਰ ਕਈ ਮਿਸਲਦਾਰ ਹੁੰਦੇ ਸੀ। ਤੁਸੀਂ ਕਹੋਗੇ ਸਰ ਮਿਸਲਦਾਰ ਤੇ ਉਹ ਹੋਊਗਾ ਜਿਹੜਾ ਮਿਸਲ ਦਾ ਸਰਦਾਰ ਆ। ਨਹੀਂ, ਮਿਸਲਦਾਰ ਦਾ ਮਤਲਬ ਸੀ ਇੱਕ ਮਿਸਲ ਦੇ ਅੰਦਰ ਛੋਟੇ ਸਰਦਾਰ, ਉਹਨਾਂ ਨੂੰ ਮਿਸਲਦਾਰ ਕਿਹਾ ਜਾਂਦਾ ਸੀ। ਉਸ ਤੋਂ ਥੱਲੇ ਪੱਟੇਦਾਰ ਵੀ ਹੁੰਦੇ ਸੀ, ਜਗੀਰਦਾਰ ਵੀ ਹੁੰਦੇ ਸੀ, ਮਿਸਲਦਾਰ ਵੀ ਹੁੰਦੇ ਸੀ, ਕਈ ਤਰੀਕੇ ਦੇ ਅੱਗੇ ਸਰਦਾਰ ਹੁੰਦੇ ਸੀ। ਮਿਸਲਦਾਰ ਮਿਸਲਾਂ ਦੇ ਵਿੱਚ ਇਹੋ ਜਿਹੇ ਸਰਦਾਰ ਹੁੰਦੇ ਸੀਗੇ, ਮਿਸਲ ਦੇ ਅੰਦਰ ਇੱਕ ਮਿਸਲਦਾਰ ਹੁੰਦੇ ਸੀ। ਉਹਦੇ ਕੋਲ ਇੰਨੀ ਪਾਵਰ ਹੁੰਦੀ ਸੀ ਕਿ ਜੇ ਸਪੋਜ਼ ਕਰੋ ਇੱਕ ਮਿਸਲ ਦੇ ਅੰਡਰ 40 ਮਿਸਲਦਾਰ ਨੇ, ਉਹਨਾਂ ਚੋਂ ਜੇ ਕੋਈ ਇੱਕ ਮਿਸਲਦਾਰ ਕਹਿੰਦਾ ਕਿ ਮੈਂ ਆਹ ਮਿਸਲ ਛੱਡ ਕੇ ਦੂਜੇ ਸਰਦਾਰ ਨਾਲ ਜਾਣਾ ਹੈ, ਉਹਨੂੰ ਕੋਈ ਰੋਕ ਨਹੀਂ ਸੀ ਸਕਦਾ। ਐਡਾ ਫੈਡਰਲ ਸਿਸਟਮ ਸੀਗਾ। ਸੋ ਇਹ ਇੱਕ ਤੰਤਰ ਬਣਿਆ ਸੀ ਸਿੱਖ ਮਿਸਲਾਂ ਦਾ। ਆਪਸ ਦੇ ਵਿੱਚ ਤਲਖੀ ਹੈ ਸੀ ਕਿ ਨਹੀਂ, ਉਹ ਤਾਂ ਤੁਸੀਂ ਗੱਲਾਂ ਹੀ ਛੱਡ ਦਿਓ। ਤਲਖੀ ਜ਼ਰੂਰ ਐਕਸਟ੍ਰੀਮ ਲੈਵਲ ਤੇ ਸੀ, ਪਰ ਹਾਂ ਬਾਹਰ ਦੀ ਲੜਾਈ ਵੇਲੇ ਆਪਸ 'ਚ ਏਕਾ, ਇਹ ਕਾਮਨ ਗੱਲ ਸੀ ਇਹਨਾਂ ਦੀ। ਦੱਸੋ ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਤੀਸਰਾ ਤੰਤਰ ਪੁਆਇੰਟ ਬੱਚੇ ਆਪਣੇ ਕੋਲ ਆ ਗਿਆ ਫਿਊਡਲਿਜ਼ਮ। ਹਾਂ, ਫਿਊਡਲਿਜ਼ਮ ਦਾ ਕਰੈਕਟਰ ਸਾਮੰਤਵਾਦ ਕਰੈਕਟਰ ਜ਼ਰੂਰ ਸੀ। ਫਿਊਡਲਿਜ਼ਮ ਦਾ ਮਤਲਬ ਆ ਇੱਕ ਮਿਸਲ ਦੇ ਵਿੱਚ ਇੱਕ ਮਿਸਲ ਦੀ ਪੂਰੀ ਕੰਟਰੋਲ,
ਤੁਸੀਂ ਕਹੋਗੇ ਸਰ ਹੁਣੇ ਤਾਂ ਤੁਸੀਂ ਕਿਹਾ ਫੈਡਰਲਿਜ਼ਮ, ਨੋ ਡਾਊਟ ਇੱਕ ਹੱਦ ਤੱਕ ਫੈਡਰਲਿਜ਼ਮ ਸੀ, ਪਰ ਸਾਮੰਤਵਾਦ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਰਾਜਸ਼ਾਹੀ, ਉਹਦਾ ਕਰੈਕਟਰ ਵੀ ਸੀਗਾ। ਸ਼ੁਰੂ ਦੇ ਵਿੱਚ ਤਾਂ ਦੇਖਿਆ ਗਿਆ ਕਿ ਜਿਹੜੇ ਸਿੱਖਾਂ ਜਥੇ ਸੀਗੇ ਉਹਨਾਂ ਦੇ ਜਥੇਦਾਰ ਬਦਲਦੇ ਰਹਿੰਦੇ ਸੀ, ਪਰ ਵਕਤ ਦੇ ਨਾਲ ਦੇਖਿਆ ਕਿ ਜਥੇਦਾਰੀ ਸਿਸਟਮ ਹੈਰੀਡਿਟਰੀ ਹੋ ਗਿਆ, ਵੰਸ਼ਵਾਦੀ ਹੋ ਗਿਆ। ਮੀਨਸ ਜਿਹੜਾ ਵੀ ਮਿਸਲ ਦਾ ਸਰਦਾਰ ਮਰਦਾ ਸੀ ਉਹਦੀ ਹੀ ਪੀੜ੍ਹੀ ਚ ਉਹਦਾ ਬੇਟਾ, ਜੇ ਬੇਟਾ ਨਹੀਂ ਹੈ ਤਾਂ ਭਤੀਜਾ, ਅਦਰਵਾਈਜ਼ ਛੋਟਾ ਭਰਾ, ਉਹ ਮਿਸਲ ਦਾ ਅਗਲਾ ਸਰਦਾਰ ਬਣਦਾ ਸੀ। ਹੌਲੀ ਹੌਲੀ ਇਹਨਾਂ ਮਿਸਲਾਂ ਦੇ ਵਿੱਚ ਫਿਊਡਲਿਜ਼ਮ ਦਾ ਕਰੈਕਟਰ ਰਿਫਲੈਕਟ ਹੋਣ ਲੱਗ ਗਿਆ, ਸਾਮੰਤਵਾਦ ਦਾ ਲੱਛਣ ਜਿਹੜੇ ਸੀ ਉਹ ਦਿਸਣ ਲੱਗ ਪਏ। ਨੈਕਸਟ ਉਸ ਤੋਂ ਬਾਅਦ ਆ ਗਿਆ ਰੂਲ ਆਫ ਮਿਸਲ। ਇਹਨਾਂ ਮਿਸਲਸ ਦੇ ਰੂਲ ਬਾਰੇ ਕੀ ਕਹਿਣਾ ਹੈ? ਦੇਖੋ ਵੈਸੇ ਤਾਂ ਦੋ ਤਰੀਕੇ ਦੀਆਂ ਧਾਰਨਾਵਾਂ ਹੈ। ਕਹਿੰਦੇ ਜੀ ਇਹਨਾਂ ਮਿਸਲਾਂ ਦੇ ਵੇਲੇ ਨਾ ਲਾਅ ਐਂਡ ਆਰਡਰ, ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਭੈੜੀ ਸੀ। ਪਰ ਹੁਣ ਇੱਕ ਗੱਲ ਆ, ਜੇ ਤੁਸੀਂ ਮੈਨੂੰ ਕਹੋਗੇ ਕਿ ਜੇ ਕੋਈ ਮੈਨੂੰ ਇਹ ਕਵੇ ਕਿ ਮਿਸਲਾਂ ਦੇ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ, ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ, ਮੈਂ ਤੁਹਾਨੂੰ ਇੱਕ ਬੜੇ ਸਿੰਪਲ ਜੀ ਗੱਲ ਦੱਸਦਾ। ਮੰਨ ਲਓ ਕਿਸੇ ਸਟੇਟ ਦੇ ਵਿੱਚ ਗੈਂਗਸਟਰਵਾਦ ਆ, ਠੀਕ ਆ, ਜਿਹਨੂੰ ਅਸੀਂ ਇੰਗਲਿਸ਼ ਚ ਕਹਿੰਦੇ ਆ ਆਰਗੇਨਾਈਜ਼ਡ ਕ੍ਰਾਈਮ, ਪੰਜਾਬੀ ਚ ਹੁਣ ਇੱਕ ਨਵਾਂ ਸ਼ਬਦ ਉਹਦੇ ਵਾਸਤੇ ਵਰਤਿਆ ਜਾਂਦਾ ਸੰਗਠਿਤ ਅਪਰਾਧ, ਤੇ ਲੇਮੈਨ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਆ ਗੈਂਗਸਟਰਵਾਦ। ਸਪੋਜ਼ ਕਰੋ ਇੱਕ ਸਟੇਟ ਦੇ ਵਿੱਚ ਪਿਛਲੇ 40 ਸਾਲ ਤੋਂ ਗੈਂਗਸਟਰਵਾਦ ਹੋਵੇ, ਠੀਕ ਆ, ਕੋਈ ਮੁੱਖ ਮੰਤਰੀ ਆਵੇ ਕਿ ਮੇਰਾ ਰਾਜ ਆਉਣ ਦਿਓ, ਮੈਂ 2 ਸਾਲਾਂ ਦੇ ਅੰਦਰ ਅੰਦਰ ਇਹ ਗੈਂਗਸਟਰਵਾਦ ਖਤਮ ਕਰ ਦੂੰਗਾ, ਤਾਂ ਮੇਰੇ ਹਿਸਾਬ ਨਾਲੋਂ ਬਹੁਤ ਔਖਾ ਹੈ। ਹਾਂ, ਜਾਂ ਤਾਂ ਉਸ ਮੁੱਖ ਮੰਤਰੀ ਨੂੰ ਵੀ ਅਨਡੈਮੋਕ੍ਰੈਟਿਕ ਹੋਣਾ ਪਊਗਾ, ਗੈਰ ਲੋਕਤੰਤਰਿਕ ਹੋਣਾ ਪਊਗਾ, ਜਿਵੇਂ ਗੈਂਗਸਟਰ ਚੱਲਦੇ ਆ ਅੰਨੇਵਾਹ ਅੱਗਿਓਂ ਇਹ ਚੱਲਣਾ ਪਊਗਾ, ਉਹਦੇ ਚ ਨਾ ਬੇਗੁਨਾਹਾਂ ਦੇ ਮਰਨ ਦੇ ਚਾਂਸ ਬਹੁਤ ਆ। ਹੁਣ ਤੁਸੀਂ ਕਹੋਗੇ ਕਿ ਇਸ ਐਗਜ਼ਾਮਪਲ ਨੂੰ ਸਿੱਖ ਮਿਸਲਾਂ ਦੀ ਗਵਰਨੈਂਸ ਦੇ ਨਾਲ ਜੋੜ ਕੇ ਕਿਵੇਂ ਦੇਖਿਆ ਜਾਵੇ? ਉਹ ਐਵੇਂ ਦੇਖਿਆ ਜਾਵੇ ਕਿ ਦੇਖੋ 1747 ਤੋਂ ਲੈ ਕੇ 1767 ਤੱਕ ਪੰਜਾਬ ਤੇ ਲਗਾਤਾਰ ਹਮਲੇ ਹੁੰਦੇ ਰਹੇ, ਕਿਹਨਾਂ ਦੇ? ਅਹਿਮਦ ਸ਼ਾਹ ਅਬਦਾਲੀ ਦੇ। 20 ਸਾਲ ਜਦੋਂ ਇੱਕ ਵਿਦੇਸ਼ੀ ਧਾੜਵੀ ਤੁਹਾਡੇ ਤੇ ਹਮਲਾ ਕਰਦਾ ਹੈ, ਉਹਦਾ ਕੋਈ ਮੋਟਿਵ ਨਹੀਂ ਤੁਹਾਡੇ ਇਲਾਕੇ 'ਚ ਪ੍ਰਸ਼ਾਸਨ ਚਲਾਉਣ ਦਾ, ਆਓ ਲੁੱਟ ਖੋਹ ਕਰੋ ਤੇ ਚਲੇ ਜਾਓ। ਲੋਕਾਂ ਦੀ ਕਿਸੇ ਚੀਜ਼ ਨੂੰ ਸਾਂਭ ਸੰਭਾਲਣ ਦੀ ਸ਼ਮਤਾ ਖਤਮ ਹੋ ਗਈ। ਅਗਲਾ ਕਹਿੰਦਾ ਕਿ ਖਾਓ ਪੀਓ, ਬਾਕੀ ਤਾਂ ਅਹਿਮਦ ਸ਼ਾਹ ਦਾ ਹੀ ਆ ਸਾਰਾ, ਉਹਨੇ ਲੁੱਟ ਕੇ ਲੈ ਜਾਣਾ। ਤੁਹਾਡੀ ਪੁਲਿਸ ਜਿਹੜੀ ਆ ਉਹ ਨਹੀਂ, ਹੁਣ ਪੁਲਿਸ ਦਾ ਖੌਫ ਨਹੀਂ ਰਿਹਾ। ਤੁਹਾਡੇ ਜਿਹੜਾ ਤੁਸੀਂ ਕਿਸੇ ਨੂੰ ਟੈਕਸ ਪੇ ਕਰਨਾ ਸੀ, ਤੁਸੀਂ ਟੈਕਸ ਨਹੀਂ ਪੇ ਕਰ ਰਹੇ। ਅਗਲਾ ਕਹਿੰਦਾ ਜੀ ਕਿਉਂ ਟੈਕਸ ਪੇ ਕਰੀਏ, ਤੁਸੀਂ ਕਿਹੜਾ ਸਾਡੀ ਰਾਖੀ ਕਰਦੇ ਹੋ? ਟੈਕਸ ਨਹੀਂ ਮਿਲਿਆ, ਸਰਕਾਰ ਦੇ ਅਫਸਰਾਂ ਦੀਆਂ ਤਨਖਾਹਾਂ ਨਹੀਂ ਗਈਆਂ, ਤੇ ਸਰਕਾਰ ਨੇ ਜਿਹੜੀਆਂ ਮਾੜੀਆਂ ਮੋਟੀਆਂ ਸਹੂਲਤਾਂ ਲੋਕਾਂ ਨੂੰ ਦੇਣੀਆਂ ਸੀ, ਸਹੂਲਤਾਂ ਨਹੀਂ ਰਹੀਆਂ। ਸਮਾਜ ਦੇ ਵਿੱਚ ਅਨਾਰਕਿਜ਼ਮ ਫੈਲ ਗਿਆ, ਅਰਾਜਕਤਾ ਫੈਲ ਗਈ, ਲੋਕ ਆਪਸ ਦੇ ਵਿੱਚ ਦੰਗਈਆਂ ਦਾ ਰੂਪ ਲੈਣ ਲੱਗ ਪਏ। ਫਿਰ ਇੱਕੋ ਦਮ ਮਿਸਲਾਂ ਛੋਟੇ ਛੋਟੇ ਇਲਾਕਿਆਂ ਦੇ ਕਾਬਜ ਹੁੰਦੀਆਂ। ਤੁਸੀਂ ਇਹ ਸਮਝੋ ਮਿਸਲਾਂ ਵਾਸਤੇ ਕਿੰਨਾ ਔਖਾ ਰਿਹਾ ਹੋਊਗਾ ਸ਼ੁਰੂ 'ਚ ਇਹਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨਾ। ਉੱਤੋਂ ਮਿਸਲਾਂ ਦੇ ਸਰਦਾਰਾਂ ਕੋਲ ਕਿਹੜਾ ਕੋਈ ਪੈਸਾ ਸੀਗਾ? ਮਿਸਲਾਂ ਦੇ ਸਰਦਾਰ ਤੇ ਆਪ 20 ਸਾਲ ਪਹਿਲਾਂ 10 ਸਾਲ ਪਹਿਲਾਂ ਜੰਗਲਾਂ 'ਚ ਰਹਿ ਕੇ ਆਏ ਆ। ਉਹਨਾਂ ਨੇ 1820-25 ਤੋਂ ਬਾਅਦ ਆਪਣਾ ਬਹੁਤਾ ਜੀਵਨ ਹੀ ਜੰਗਲਾਂ 'ਚ ਕੱਟਿਆ ਹੈ। ਉਹ ਤਾਂ ਰਾਜ ਭਾਗ ਉਹਨਾਂ ਦੇ ਹੱਥਾਂ 'ਚ ਹੋਣ ਆਉਣਾ ਸ਼ੁਰੂ ਹੋਇਆ ਹੈ। ਉਹਨਾਂ ਕੋਲ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ ਕੋਈ ਤਜਰਬਾ ਹੈ ਨਹੀਂ, ਪਰ ਫਿਰ ਵੀ ਇਹ ਗੱਲ ਬਹੁਤ ਮੰਨੀ ਜਾਂਦੀ ਆ ਕਿ ਮਿਸਲਾਂ ਦਾ ਜਿਹੜਾ ਗਵਰਨੈਂਸ ਦਾ ਰੂਲ ਸੀ ਉਹ ਬਹੁਤ ਅੱਛਾ ਸੀ। ਉਹਦੀ ਕੋਈ ਕਵੇ ਕਿ ਇਹਦੀ ਐਗਜ਼ਾਮਪਲ ਤੁਸੀਂ ਕਿਸ ਆਧਾਰ ਤੇ ਕਹਿ ਦੋਗੇ? ਕਿ ਬਸ ਇਮੋਸ਼ਨਲ ਹੋ ਕੇ ਕਹਿ ਦੋ ਕਿ ਨਹੀਂ ਜੀ ਉਹ ਸਿੱਖ ਮਿਸਲਾਂ ਸੀ ਤੇ ਉਹਨਾਂ ਦਾ ਰੂਲ ਬਹੁਤ ਅੱਛਾ ਸੀ। ਇੱਕ ਗੱਲ ਯਾਦ ਰੱਖਿਓ, ਇਤਿਹਾਸ ਹਮੇਸ਼ਾ, ਜਿਵੇਂ ਕੋਈ ਮੈਨੂੰ ਕਹਿ ਦੇ ਕਿ ਅਕਬਰ ਦੇ ਵੇਲੇ ਯਾਰ ਬੜਾ ਵਧੀਆ ਤੰਤਰ ਸੀਗਾ ਉਹਦਾ ਟੈਕਸ ਰੈਂਡ ਰੈਵਨਿਊ ਕਲੈਕਟ ਕਰਨ ਦਾ, ਅਕਬਰ ਇੰਨਾ ਮੈਚੁਰ ਕਿਵੇਂ ਸੀਗਾ ਕਿ ਉਹਦਾ ਜਿਹੜਾ ਟੈਕਸ ਰੈਵਨਿਊ ਸਿਸਟਮ ਸੀਗਾ ਉਹ ਬਹੁਤ ਅੱਛਾ ਸੀਗਾ, ਜਿਹੜਾ ਲੈਂਡ ਰੈਵਨਿਊ ਇਕੱਠਾ ਕਰਨ ਦਾ ਤੰਤਰ ਸੀਗਾ। ਉਹ ਤੇ ਬਾਅਦ ਚ ਪਤਾ ਲੱਗਦਾ ਹੈ ਕਿ ਉਹਦਾ ਜਿਹੜਾ ਰੈਵਨਿਊ ਮਿਨਿਸਟਰ ਟੋਡਰਮਲ ਆ, ਉਸ ਤੋਂ ਪਹਿਲਾਂ ਸ਼ੇਰ ਸ਼ਾਹ ਸ਼ੂਰੀ ਦੇ ਵੇਲੇ ਤੋਂ ਹੀ ਇਸ ਪਾਸੇ ਕੰਮ ਕਰ ਰਿਹਾ ਸੀ। ਜਦੋਂ ਕੋਈ ਬੰਦਾ ਇਹ ਕਹਿ ਦੇ ਕਿ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਜਿਹੜਾ ਤੰਤਰ ਆ ਉਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਹੀ ਖੁਸ਼ ਸੀਗੇ, ਤੇ ਇਸ ਗੱਲ ਨੂੰ ਕੋਈ ਵੀ ਡਿਨਾਈ ਨਹੀਂ ਕਰਦਾ, ਨਾ ਭਾਰਤ ਦਾ ਇਤਿਹਾਸਕਾਰ ਨਾ ਪਾਕਿਸਤਾਨ ਦਾ ਕੋਈ ਇਤਿਹਾਸਕਾਰ। ਜੇ ਰਣਜੀਤ ਸਿੰਘ ਦਾ ਸਿਸਟਮ ਗਵਰਨੈਂਸ ਦਾ ਅੱਛਾ ਸੀਗਾ, ਇਟ ਮੀਨਸ ਉਹ ਕਿਤੇੋਂ ਨਾ ਕਿਤੇੋਂ ਤਾਂ ਆਇਆ ਹੀ ਹੋਊਗਾ। ਤੇ ਰਣਜੀਤ ਸਿੰਘ ਤੋਂ ਇਮੀਡੀਏਟਲੀ ਪਹਿਲਾਂ ਪੰਜਾਬ 'ਚ ਰੂਲ ਕਿਹਨਾਂ ਦਾ ਸੀ? ਸਿੱਖ ਮਿਸਲਾਂ ਦਾ। ਸੋ ਕੁੱਲ ਮਿਲਾ ਕੇ ਸਿੱਖ ਮਿਸਲਾਂ ਦੇ ਰੂਲ ਨੂੰ, ਹਾਂ ਸਿੱਖ ਮਿਸਲਾਂ ਦੇ ਰੂਲ ਦੀ ਇੱਕ ਹੋਰ ਖਾਸੀਅਤ ਪਤਾ ਲੱਗਦੀ ਹੈ, ਸਿੱਖ ਮਿਸਲਾਂ ਦੇ ਸਰਦਾਰਾਂ ਕੋਲ ਪੈਸੇ ਹੈ ਨਹੀਂ ਸੀ। ਇਸ ਕਰਕੇ ਇਹ ਜ਼ਰੂਰ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਬੰਦੇ ਨੂੰ ਪਨਿਸ਼ਮੈਂਟ ਮਿਲਦੀ ਸੀ, ਪੈਨਲਟੀ ਲੱਗਦੀ, ਪਨਿਸ਼ਮੈਂਟ ਸਜ਼ਾ ਦੇਣ ਦੀ ਬਜਾਏ ਪੈਨਲਟੀ ਵੱਧ ਲਾਈ ਜਾਂਦੀ ਸੀ। ਦੋ ਫਾਇਦੇ,
ਇੱਕ ਤਾਂ ਉਹਦੇ ਨਾਲ ਕੀ ਆ ਕਿ ਜਿਹੜੀਆਂ ਗੈਰ ਮਨੁੱਖੀ ਅਤਿਆਚਾਰ ਸੀ, ਕਿਸੇ ਦਾ ਹੱਥ ਵੜਤਾ, ਸਰੀਰ ਦਾ ਅੰਗ ਵੜਤਾ, ਉਹ ਕਨਸੈਪਟ ਖਤਮ ਹੋ ਗਿਆ ਤੇ ਉਹਦੀ ਜਗ੍ਹਾ ਤੇ ਪੈਨਲਟੀ ਪੈਣ ਦਾ ਮਤਲਬ ਇਹ ਆ ਕਿ ਸਰਕਾਰ ਦੇ ਖਜ਼ਾਨੇ 'ਚ ਵੀ ਪੈਸਾ ਆਉਣ ਲੱਗ ਪਿਆ। ਸੋ ਇਹ ਉਹਨਾਂ ਦੇ ਗਵਰਨੈਂਸ ਦਾ ਕੁਝ ਮਾਡਲ ਆ ਜਿਹੜਾ ਮੈਂ ਤੁਹਾਨੂੰ ਸਮਝਾ ਰਿਹਾ ਕਿ ਮਿਸਲਾਂ ਦੇ ਵੇਲੇ ਗਵਰਨੈਂਸ ਜਿਹੜੀ ਸੀ ਉਹਦੇ ਤੇ ਇਹ ਆਰੋਪ ਲਾਉਣਾ ਬਹੁਤ ਈਜ਼ੀ ਆ ਕਿ ਗਵਰਨਰਾਂ ਦਾ ਜਿਹੜਾ ਸ਼ਾਸਨ ਸੀਗਾ ਉਹ ਕਿਸੇ ਢੰਗ ਦਾ ਨਹੀਂ ਸੀ, ਪਰ ਇਹ ਗਲਤ ਆ। ਉਹਨਾਂ ਦਾ ਸ਼ਾਸਨ ਬਹੁਤ ਅੱਛੇ ਤਰੀਕੇ ਨਾਲ ਉੱਭਰ ਕੇ ਬਾਹਰ ਆਇਆ। ਕਮੀਆਂ ਪੇਸ਼ੀਆਂ ਕਿਉਂ ਸੀ? ਕਿਉਂਕਿ ਉਸ ਤੋਂ ਪਹਿਲਾਂ 25-30 ਸਾਲ ਸ਼ਾਸਨ ਦਾ ਹਾਲ ਹੀ ਬਹੁਤ ਬੁਰਾ ਹੋ ਗਿਆ ਸੀਗਾ। ਸੋ ਉਮੀਦ ਕਰਦਾ ਕਿ ਆਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਈ ਹੋਊਗੀ। ਤੇ ਇੱਕ ਚੀਜ਼ ਬੜੀ ਕਲੀਅਰ ਆ, ਮਿਸਲਾਂ ਆਪਸ ਦੇ ਵਿੱਚ ਵੀ ਬੜੇ ਸਲੀਕੇ 'ਚ ਸੀ। ਜਿੰਨੇ ਤਗੜੇ ਕਨਫਲਿਕਟ ਇਹਨਾਂ ਮਿਸਲਾਂ 'ਚ ਆਪਸ 'ਚ ਸੀਗੇ, ਕੋਈ ਨਹੀਂ ਸੀ ਸਕਦਾ ਕਿ ਇਹ ਆਪਸ 'ਚ ਇਕੱਠੀਆਂ ਹੋ ਪਾਉਂਦੀਆਂ। ਪਰ ਇੰਟਰਸਟਿੰਗ ਗੱਲ ਦੇਖੋ, ਸਿਰਫ ਇੱਕ ਗੁਰੂ ਮਤਾ, ਹੁਣ ਅਕਾਲ ਤਖਤ ਦੇ ਜਥੇਦਾਰ ਕੋਲ ਕੋਈ ਤਾਕਤ ਥੋੜਾ ਸੀ ਉਸ ਵੇਲੇ। ਜੇ ਕੋਈ ਇੱਕ ਮਿਸਲ ਇਹ ਵੀ ਕਹਿ ਦਿੰਦੀ ਕਿ ਅਸੀਂ ਗੁਰੂ ਮਤੇ ਨੂੰ ਨਹੀਂ ਮੰਨਦੇ, ਉਹ ਜਥੇਦਾਰ ਕੀ ਕਰ ਲੈਂਦੇ ਵਿਚਾਰੇ। ਪਰ ਹਾਂ, ਇੱਕ ਰਿਸਪੈਕਟ ਗੁਰੂ ਮਤੇ ਦੀ, ਉਸ ਪੋਜੀਸ਼ਨ ਦੀ ਇੰਨੀ ਮੇਨਟੇਨ ਕੀਤੀ ਹੋਈ ਸੀ ਕਿ ਉਹ ਗੁਰੂ ਮਤਾ ਆਪਣੇ ਆਪ ਦੇ ਵਿੱਚ ਇੱਕ ਆਰਡਰ ਹੀ ਹੁੰਦਾ ਸੀਗਾ ਜਿਹੜਾ ਸਾਰੀਆਂ ਸਿੱਖ ਮਿਸਲਾਂ ਤੇ ਬਾਈਂਡਿੰਗ ਹੁੰਦਾ ਸੀਗਾ। ਉਹਨੂੰ ਮਨਾਉਣ ਵਾਸਤੇ ਕੋਈ ਵੀ ਫੋਰਸ ਤੁਹਾਡੇ ਕੋਲ ਸੀਗੀ ਨਹੀਂ, ਪਰ ਹਾਂ ਉਹਦਾ ਮੰਨਿਆ ਜਾਣਾ ਹੀ ਇਹ ਸ਼ੋਰ ਕਰਦਾ ਸੀ ਕਿ ਸਿੱਖ ਮਿਸਲਾਂ ਆਪਸ 'ਚ ਇੱਕ ਸਟ੍ਰਿਕਟ ਡਿਸਿਪਲਿਨ ਫੋਲੋ ਕਰਦੀਆਂ। ਸੋ ਗੁਰੂ ਮਤਾ ਸਭ ਤੋਂ ਇੰਪੋਰਟੈਂਟ ਪਾਵਰ ਸੀਗੀ। ਜੋ ਸਰਬੱਤ ਖਾਲਸਾ ਦੇ ਵਿੱਚ ਫੈਸਲੇ ਲਏ ਜਾਂਦੇ ਸੀ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਂਦਾ ਸੀਗਾ। ਤੇ ਹੁਣ ਆ ਦੇਖੋ, ਆ ਬੜੀ ਇੰਪੋਰਟੈਂਟ ਗੱਲ ਆ, ਜਿਹੜੇ ਸਰਬੱਤ ਖਾਲਸਾ ਦੇ ਵਿੱਚ ਗੁਰੂ ਮਤੇ ਪਾਏ ਗਏ ਉਹਨਾਂ ਨਾਲ ਅੱਗੇ ਜਾ ਕੇ ਕਿਹੜੇ ਕਿਹੜੇ ਫੈਸਲੇ ਲਏ ਗਏ, ਇਹਨਾਂ ਦੀਆਂ ਕੁਝ ਐਗਜ਼ਾਮਪਲਸ ਨੇ। ਇੱਕ, ਦਲ ਖਾਲਸਾ ਦਾ ਲੀਡਰ ਚੁਣਨਾ। ਜਦੋਂ 29 ਮਾਰਚ ਨੂੰ ਦਲ ਖਾਲਸਾ ਦਾ ਲੀਡਰ ਚੁਣਿਆ ਉਦੋਂ ਵੀ ਗੁਰੂ ਮਤਾ ਪਾਇਆ। ਜਦੋਂ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਾਰੀਆਂ ਹੀ ਪਾਵਰਾਂ ਉਹਨੂੰ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀਆਂ, ਉਦੋਂ ਵੀ ਕੀ ਸੀਗਾ, ਉਹ ਗੁਰੂ ਮਤਾ ਪਾਇਆ। ਸੁਲਤਾਨ ਏ ਕੌਮ ਚੁਣਨਾ ਸੀ 1761 ਦੇ ਵਿੱਚ ਲਾਹੌਰ ਦੀ ਜੰਗ ਤੋਂ ਬਾਅਦ, ਉਦੋਂ ਗੁਰੂ ਮਤਾ ਪਾਇਆ। ਇਟ ਮੀਨਸ ਗੁਰੂ ਮਤੇ ਦਾ ਕੰਸੈਪਟ ਬਹੁਤ ਫੇਅਰ ਤੇ ਬਹੁਤ ਰਿਲੀਜੀਅਸ ਸੀਗਾ, ਬਹੁਤ ਪਵਿੱਤਰ ਕੰਸੈਪਟ ਮੰਨਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਕਾਮਨ ਸਟ੍ਰੈਟਜੀ। ਸਪੋਜ਼ ਕਰੋ ਮਿਸਲਾਂ ਨੂੰ ਇਕੱਠੇ ਹੋ ਕੇ ਕਹਿਤਾ ਕਿ ਤੁਸੀਂ 1764 ਚ ਸਾਰਿਆਂ ਨੇ ਸਰਹੰਦ ਦੇ ਜੈਨ ਖਾਨ ਦੇ ਖਿਲਾਫ ਹਮਲਾ ਕਰਨਾ ਹੈ। ਇਹ ਥੋੜਾ ਕਿ ਮਿਸਲਾਂ ਭੱਜ ਜਾਣਗੀਆਂ ਪਿੱਛੇ। ਸੋ ਕਾਮਨ ਸਟ੍ਰੈਟਜੀ ਬਣਾਉਣ ਦੇ ਵਿੱਚ ਵੀ ਗੁਰੂ ਮਤੇ ਦਾ ਬੜਾ ਵੱਡਾ ਰੋਲ ਰਹਿੰਦਾ ਸੀ। ਤੀਸਰਾ, ਧਰਮ ਦੇ ਪ੍ਰਚਾਰ। ਸਪੋਜ਼ ਕਰੋ ਕਿਤੇ ਇੱਕ ਡੇਰਾ ਹੈ, ਕੋਈ ਕਿਸੇ ਕਿਸੇ ਭਗਤ ਦਾ ਜਾਂ ਕਿਸੇ ਬਾਬਾ ਜੀ ਦਾ ਡੇਰਾ ਹੈ। ਇਹ ਨਹੀਂ ਸੀ ਕਿ ਤੁਸੀਂ ਉਸ ਡੇਰੇ ਤੇ ਜਾ ਕੇ ਕੋਈ ਵੀ ਹਮਲਾ ਕਰ ਦੋਗੇ ਜਾਂ ਉਹਨੂੰ ਕੋਈ ਪੈਸੇ ਦੇਣ ਲਈ ਕਹੋਗੇ। ਉਹ ਡੇਰਾ ਕਿਸੇ ਦੀ ਮਿਸਲ 'ਚ ਵੀ ਹੋਵੇ, ਸਿੱਖ ਧਰਮ ਨਾਲ ਸੰਬੰਧਿਤ ਜਾਂ ਕਿਸੇ ਵੀ ਪ੍ਰਚਾਰ ਨਾਲ ਸੰਬੰਧਿਤ ਕੋਈ ਡੇਰਾ ਹੋਵੇ, ਉਹਨੂੰ ਕੋਈ ਤੰਗ ਨਹੀਂ ਕਰ ਸਕਦਾ। ਸਿੱਖ ਧਰਮ ਦੇ ਪ੍ਰਚਾਰ 'ਚ ਸਾਰੀਆਂ ਮਿਸਲਾਂ ਬਰਾਬਰ ਦਾ ਕੰਟਰੀਬਿਊਟ ਕਰਦੀਆਂ ਸੀ। ਇਹ ਵੀ ਗੁਰੂ ਮਤੇ 'ਚ ਤੈਅ ਕੀਤਾ ਜਾਂਦਾ ਸੀ। ਫਿਰ ਉਸ ਤੋਂ ਬਾਅਦ ਆਪਸੀ ਝਗੜਿਆਂ ਦਾ ਮਸਲਾ ਵੀ ਗੁਰੂ ਮਤੇ ਨਾਲ ਤੈਅ ਹੁੰਦਾ ਸੀ। ਉਸ ਤੋਂ ਬਾਅਦ ਅਗਲਾ ਵਾਰਸ ਚੁਣਨਾ, ਅਗਲੇ ਵਾਰਸ ਚੁਣਨ ਨੂੰ ਲੈ ਕੇ ਵੀ ਜੇ ਕੋਈ ਰੌਲਾ ਹੁੰਦਾ ਸੀ ਉਹ ਵੀ ਗੁਰੂ ਮਤੇ ਨਾਲ ਤੈਅ ਹੁੰਦਾ ਸੀ। ਕੁੱਲ ਮਿਲਾ ਕੇ ਗੁਰੂ ਮਤਾ ਇੱਕ ਬੜਾ ਇੰਪੋਰਟੈਂਟ ਕਨਸੈਪਟ ਰਿਹਾ ਸਿੱਖ ਧਰਮ ਦਾ। ਤੇ ਸਪੈਸ਼ਲੀ ਕਿਸ ਦੌਰ ਦੇ ਵਿੱਚ? ਮਿਸਲ ਯੁੱਗ ਦੇ ਵਿੱਚ, ਜਦੋਂ ਮਿਸਲਾਂ ਦਾ ਦੌਰ ਰਿਹਾ ਹੈ। ਠੀਕ ਹੈ ਨਾ। ਸੋ ਇੱਕ ਗੱਲ ਬੜੀ ਕਲੀਅਰ ਆ, ਜੇ ਕੋਈ ਆਪਾਂ ਨੂੰ ਵੈਸੇ ਹੀ ਕਵੇ ਕਿ ਯਾਰ ਮਿਸਲਾਂ ਦੇ ਯੁੱਗ ਦੇ ਸਿੱਖ ਮਿਸਲਾਂ ਕਿਵੇਂ ਵਿਦੇਸ਼ੀ ਧਾੜਵੀਆਂ ਦੇ ਹਮਲਿਆਂ ਤੋਂ ਬਚਾਉਣ ਦੇ ਵਿੱਚ ਸਿੱਖਾਂ ਨੂੰ ਸਫਲ ਹੋਈਆਂ, ਇਹਨੂੰ ਐਨਾਲਾਈਜ਼ ਕਰਕੇ ਦੱਸੋ। ਤਾਂ ਇਹਨਾਂ ਦਾ ਆਪਸ 'ਚ ਸਟ੍ਰਿਕਟ ਡਿਸਿਪਲਿਨ, ਗੁਰੂ ਮਤੇ ਦੁਆਰਾ ਕੀਤੀ ਗਈ ਬਾਈਂਡਿੰਗ ਇਹਨਾਂ ਨੂੰ ਮਜਬੂਰ ਕਰਦੀ ਸੀ ਕਿ ਤੁਸੀਂ ਆਪਸ ਦੇ ਵਿੱਚ ਇਕੱਠੇ ਹੋ ਕੇ ਹੀ ਚੱਲਣਾ ਹੈ। ਮੇਰੀ ਗੱਲ ਸਮਝ ਗਏ ਨਾ। ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਆ। ਖੈਰ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਗੁਰੂ ਮਤੇ ਦੇ ਵਿੱਚ ਸਾਰੇ ਸਰਦਾਰ ਇਕੱਠੇ ਹੁੰਦੇ ਸੀ। ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਸ਼ੁਰੂ ਕੀਤਾ ਜਾਂਦਾ ਸੀ। ਫਿਰ ਅਕਾਲ ਤਖਤ ਦੇ ਜਿਹਦੇ ਜਥੇਦਾਰ ਜਾਂ ਗ੍ਰੰਥੀ ਹੁੰਦੇ ਸੀ ਉਹ ਗੁਰੂ ਮਤੇ ਦਾ ਪ੍ਰਪੋਜ਼ਲ ਜਾਂ ਗੁਰੂ ਮਤਾ ਰੱਖਦੇ ਸੀ। ਫਿਰ ਉਹਦੇ ਤੇ ਬਹਿਸ ਹੁੰਦੀ ਸੀ, ਫਿਰ ਉਸ ਮਤੇ ਨੂੰ ਪਾਸ ਕੀਤਾ ਜਾਂਦਾ ਸੀ ਤੇ ਫਿਰ ਉਸ ਤੋਂ ਬਾਅਦ ਅਖੀਰ 'ਚ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਤੋਂ ਬਾਅਦ ਸਾਰੇ ਦਾ ਸਾਰੇ ਪ੍ਰੋਸੈਸ ਨੂੰ ਕੰਪਲੀਟ ਮੰਨ ਲਿਆ ਜਾਂਦਾ ਸੀ। ਉਹੀ ਪ੍ਰੋਸੈਸ ਜਿਵੇਂ ਦਾ ਤਕਰੀਬਨ ਤੁਸੀਂ ਅੱਜ ਦੇਖਦੇ ਹੋ। ਸੋ ਇਹ ਗੁਰੂ ਮਤੇ ਦਾ ਕਨਸੈਪਟ ਜਿਹੜਾ ਸੀਗਾ ਇਹ ਬੜਾ ਅੱਛਾ ਕਨਸੈਪਟ ਸੀਗਾ। ਤੇ ਆ ਬੜੀ ਕਲੀਅਰ ਗੱਲ ਆ ਕਿ ਗੁਰੂ ਮਤੇ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਕੋਈ ਫੋਰਸ ਨਹੀਂ ਸੀ, ਪਰ ਉਸ ਗੁਰੂ ਮਤੇ ਦੀ ਸਪਿਰਚੁਅਲਿਟੀ ਇੰਨੀ ਸੀ, ਉਹਦੇ ਅੰਦਰ ਦੀ ਅਧਿਆਤਮਕਤਾ ਇੰਨੀ ਸੀਗੀ ਕਿ ਸਾਰੀਆਂ ਮਿਸਲਾਂ ਦੇ ਸਰਦਾਰ ਉਹਨੂੰ ਕਿਤੇ ਨਾ ਕਿਤੇ ਫੋਲੋ ਕਰਦੇ ਆ। ਠੀਕ ਹੈ। ਸੋ ਇਹ ਆਪਾਂ ਗੱਲ ਕਰ ਲਈ। ਤੇ ਇਹ ਮੈਂ ਤੁਹਾਨੂੰ ਜ਼ਰੂਰ ਦੱਸਦਾ ਕਿ ਗੁਰੂ ਮਤੇ ਦਾ ਕਨਸੈਪਟ 1748 ਤੋਂ ਸ਼ੁਰੂ ਹੋਇਆ।
ਮਿਸਲ ਯੁੱਗ 1799 ਤੱਕ ਚੱਲਿਆ। ਉਸ ਤੋਂ ਬਾਅਦ ਗੁਰੂ ਮਤੇ ਦੀ ਰੈਲੀਵੈਂਸ ਘਟਦੀ ਗਈ। 1805 ਤੋਂ ਬਾਅਦ ਹਰਮਨ ਅਕਾਲ ਤਖਤ ਤੇ ਫਿਰ ਉਸ ਤੋਂ ਬਾਅਦ ਕੋਈ ਗੁਰੂ ਮਤਾ ਨਹੀਂ ਦੱਸਿਆ। 1805 ਚ ਮੈਂ ਦੱਸਿਆ ਨਾ ਕਿ ਇੱਕ ਵਾਰ ਕੋਈ ਯਸ਼ਵੰਤ ਰਾਓ ਹੋਲਕਰ ਨਾਮ ਦਾ ਇੱਕ ਮਰਾਠਾ ਰਾਜਾ ਅੰਗਰੇਜ਼ਾਂ ਤੋਂ ਹਾਰ ਕੇ ਇੱਧਰ ਪੰਜਾਬ ਵੱਲ ਆਇਆ ਤੇ ਰਣਜੀਤ ਸਿੰਘ ਹੁਣੀ ਜਦੋਂ ਉਹਨੂੰ ਮਿਲੇ ਅੰਮ੍ਰਿਤਸਰ ਦੇ ਵਿੱਚ, ਉਹਦਾ ਵੈਲਕਮ ਕੀਤਾ। ਫਿਰ ਉਹਨੇ ਆਪਣਾ ਦੱਸਿਆ ਕਿ ਅੰਗਰੇਜ਼ ਸਾਨੂੰ ਹਰਾ ਗਏ ਆ, ਹੁਣ ਤੁਹਾਡਾ ਨੰਬਰ ਲਾਉਣਗੇ ਤਾਂ ਤੁਸੀਂ ਵੀ ਸਾਡੀ ਮਦਦ ਕਰੋ। ਤੁਸੀਂ ਤਾਂ ਸਿੱਖਾਂ ਨੇ ਹੁਣ ਯਸ਼ਵੰਤ ਰਾਓ ਹੋਲਕਰ ਯਾਨੀ ਕਿ ਮਰਾਠਿਆਂ ਦੀ ਮਦਦ ਕਰਨੀ ਸੀ ਕਿ ਨਹੀਂ, ਇਸ ਗੱਲ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੁਵਿਧਾ 'ਚ ਸੀ। ਫਿਰ ਉਹਨੇ ਸਰਬੱਤ ਖਾਲਸੇ 'ਚ ਗੁਰੂ ਮਤਾ ਪਾਇਆ ਉਦੋਂ ਗੁਰੂ ਮਤੇ 'ਚ ਫੈਸਲਾ ਹੋਇਆ ਕਿ ਨਹੀਂ ਕਰਨੀ ਮਦਦ। ਸੋ ਇਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਗੁਰੂ ਮਤੇ ਦਾ ਕਨਸੈਪਟ ਅੱਗੇ ਜਾ ਕੇ ਕਿਤੇ ਵੀ ਸਾਨੂੰ ਹੋਂਦ 'ਚ ਆਇਆ ਨਹੀਂ ਦਿਸਦਾ। ਸੋ ਇੱਕ ਤਾਂ ਇਹ ਗੱਲ ਕਲੀਅਰ ਹੋ ਗਈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਇੰਟਰਨਲ ਗਵਰਨੈਂਸ ਆਫ ਮਿਸਲਸ, ਤਾਂ ਅੰਦਰੂਨੀ ਪ੍ਰਸ਼ਾਸਨ ਕਿਵੇਂ ਦਾ ਸੀਗਾ ਮਿਸਲਾਂ ਦਾ, ਤਾਂ ਬੇਸਿਕਲੀ ਤੁਸੀਂ ਇਹ ਦੇਖੋ ਕਿ ਸ਼ੁਰੂ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਫਿਊਡਲਿਜ਼ਮ ਨਹੀਂਗਾ, ਠੀਕ ਆ, ਪਰ ਵਕਤ ਦੇ ਨਾਲ ਫਿਊਡਲਿਜ਼ਮ ਆ ਗਿਆ, ਸਾਮੰਤਵਾਦ ਆ ਗਿਆ। ਭਰਾ ਜਾਂ ਬੇਟਾ ਨਹੀਂ ਹੈ ਤਾਂ ਭਰਾ, ਅਦਰਵਾਈਜ਼ ਨੈਫਿਊ ਭਤੀਜਾ, ਇਸ ਤਰੀਕੇ ਨਾਲ ਗੱਦੀ ਦਾ ਅਗਲਾ ਵਾਰਸ ਚੁਣ ਲਿਆ ਜਾਂਦਾ ਸੀਗਾ। ਜਦੋਂ ਵੀ ਕੋਈ ਡਿਸਪਿਊਟ ਹੁੰਦਾ ਸੀ ਤਾਂ ਫਾਈਨਲੀ ਗੁਰੂ ਮਤੇ 'ਚ ਤੈਅ ਕਰ ਦਿੱਤੀ ਜਾਂਦੀ ਸੀ। ਸਾਰੀਆਂ ਮਿਸਲਾਂ ਜਿੱਥੇ ਵੀ ਕਾਬਜ ਹੁੰਦੀਆਂ ਸੀ ਉੱਥੇ ਆਪਣੀ ਟਕਸਾਲ ਬਣਾਉਂਦੀਆਂ ਸੀ। ਟਕਸਾਲ ਬਣਾਉਣ ਦਾ ਮਤਲਬ ਆ ਜਿੱਥੋਂ ਸਿੱਕੇ ਇਸ਼ੂ ਹੋਣਗੇ, ਇੱਕ ਗਲਤੀ ਇਗਨੋਰ ਕਰ ਦਿੱਤੀ ਜਾਵੇ ਜੱਸਾ ਸਿੰਘ ਆਹਲੂਵਾਲੀਆ ਦੀ, ਤਾਂ ਅਦਰਵਾਈਜ਼ ਸਿੱਖ ਮਿਸਲਾਂ ਨੇ ਆਪਣੇ ਦੌਰ ਦੇ ਵਿੱਚ ਜਿੰਨੇ ਵੀ ਸਿੱਕੇ ਰਿਲੀਜ਼ ਕੀਤੇ ਉਹ ਜਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਆ ਜਾਂ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਆ। ਸਭ ਤੋਂ ਫੇਮਸ ਸਿੱਕੇ 1764 ਚ ਸਰਹੰਦ ਦੀ ਲੜਾਈ ਤੋਂ ਬਾਅਦ ਫੇਮਸ ਹੁੰਦੇ ਆ ਗੋਬਿੰਦ ਸ਼ਾਹੀ ਚਾਂਦੀ ਦੇ ਸਿੱਕੇ। ਸੋ ਇਹ ਉਹਨਾਂ ਦਾ ਇੰਟਰਨਲ ਸਿਸਟਮ ਇਸ ਤਰੀਕੇ ਨਾਲ ਆਲਮੋਸਟ ਚੱਲਦਾ ਸੀਗਾ। ਹੁਣ ਉਸ ਤੋਂ ਬਾਅਦ ਮਿਸਲਾਂ ਦੇ ਅੰਦਰ ਆਹ ਬੜੀ ਇੰਪੋਰਟੈਂਟ ਗੱਲ ਆ, ਜਿਹੜਾ ਇੱਕ ਮਿਸਲ ਦਾ ਹੈੱਡ ਹੁੰਦਾ ਸੀ ਉਹਨੂੰ ਸਰਦਾਰ ਕਹਿੰਦੇ ਸੀ। ਹਰ ਮਿਸਲ ਦੇ ਅੰਡਰ ਮਿਸਲਦਾਰ ਹੁੰਦੇ ਸੀ। ਸਪੋਜ਼ ਕਰੋ ਇੱਕ ਮਿਸਲ ਦਾ ਸ਼ੁਕਰ ਚੱਕੀਆ ਮਿਸਲ, ਉਸ ਮਿਸਲ ਦੇ ਅੰਦਰ 200 ਤੋਂ ਲੈ ਕੇ 500 ਮਿਸਲਦਾਰ ਹੋ ਸਕਦੇ ਸੀ। ਕੁਝ ਲੋਕ ਉੱਤੇ ਪੱਟੇਦਾਰ ਹੋ ਸਕਦੇ ਸੀ, ਕੁਝ ਲੋਕ ਉੱਤੇ ਚ ਜਗੀਰਦਾਰ ਹੋ ਸਕਦੇ ਸੀ। ਹੁਣ ਮਿਸਲਦਾਰ, ਜਗੀਰਦਾਰ, ਪੱਟੇਦਾਰ ਇਹ ਕੌਣ ਸੀ, ਇਹਨਾਂ ਬਾਰੇ ਮੈਂ ਅੱਗੇ ਜਾ ਕੇ ਬੱਚੇ ਕਲੀਅਰ ਕਰਦਾ ਕਿ ਇਹ ਜਗੀਰਦਾਰ, ਪੱਟੇਦਾਰ, ਮਿਸਲਦਾਰ ਕੌਣ ਸੀ। ਮਿਸਲ ਦਾ ਪ੍ਰਸ਼ਾਸਨ ਚਲਾਉਣ ਵਾਸਤੇ ਨਾ ਮਿਸਲ ਨੂੰ ਅੱਗੇ ਜ਼ਿਲ੍ਹਿਆਂ 'ਚ ਵੰਡਿਆ ਹੋਇਆ ਸੀ। ਇੱਕ ਮਿਸਲ ਦੇ ਵਿੱਚ ਕਈ ਜ਼ਿਲ੍ਹੇ ਹੁੰਦੇ ਸੀ, ਜਿਵੇਂ ਮਿਸਲ ਦੇ ਵਿੱਚ ਜ਼ਿਲ੍ਹੇ ਜਿਹੜੇ ਸੀ ਉਹਨਾਂ ਜ਼ਿਲ੍ਹਿਆਂ ਨੂੰ ਕਿਹਾ ਜਾਂਦਾ ਸੀ ਕਰਦਾਰ। ਉੱਥੋਂ ਦੇ ਮਤਲਬ ਕਿ ਬੇਸਿਕਲੀ ਕਰਦਾਰ ਹੋ ਗਏ। ਫਿਰ ਉਸ ਤੋਂ ਬਾਅਦ ਫਰਦਰ ਅੱਗੇ ਸਭ ਤੋਂ ਛੋਟਾ ਯੂਨਿਟ ਹੁੰਦਾ ਸੀਗਾ ਪਿੰਡ, ਠੀਕ ਆ, ਉਹਨੂੰ ਮੌਜ਼ਮ ਜਾਂ ਮੌਜ਼ਮਾ ਜਾਂ ਪਿੰਡ, ਵਿਲੇਜ ਹੀ ਕਹਿ ਦਿੰਦੇ ਸੀਗੇ। ਤੇ ਤਕਰੀਬਨ ਹਰ ਲੈਵਲ ਤੇ ਕੋਈ ਨਾ ਕੋਈ ਆਫੀਸਰ ਹੁੰਦਾ ਸੀਗਾ ਜਿਹੜਾ ਨਿਗਰਾਨੀ ਰੱਖਦਾ ਸੀ। ਜਿਵੇਂ ਪਿੰਡ ਦੇ ਲੈਵਲ ਤੇ ਆਪਾਂ ਪਿੰਡ ਦੀ ਗਵਰਨੈਂਸ ਦੀ ਗੱਲ ਕਰ ਲਈਏ, ਕਹਿੰਦੇ ਆ ਕਿ ਪਿੰਡ ਦੀ ਪੰਚਾਇਤ ਦੀ ਇੱਜ਼ਤ ਬਹੁਤ ਸੀ। ਜਿਹੜਾ ਫੈਸਲਾ ਇੱਕ ਵਾਰੀ ਪਿੰਡ ਦੀ ਪੰਚਾਇਤ ਦੇ ਦਿੰਦੀ ਸੀ ਉਹ ਫੈਸਲਾ ਆਲਮੋਸਟ ਮਿਸਲ ਦੇ ਸਰਦਾਰ ਤੱਕ ਉਵੇਂ ਵਰਕ ਕਰਦਾ ਸੀਗਾ। ਮਤਲਬ ਬਹੁਤ ਰੇਅਰ ਆਫ ਦੀ ਰੇਅਰੈਸਟ ਕੇਸ ਦੇ ਵਿੱਚ ਹੁੰਦਾ ਸੀ ਕਿ ਮਿਸਲ ਦਾ ਸਰਦਾਰ ਪਿੰਡ ਦੀ ਪੰਚਾਇਤ ਦੇ ਫੈਸਲੇ ਨੂੰ ਪਲਟ ਦੇ। ਪਿੰਡ ਦੀ ਪੰਚਾਇਤ ਦੇ ਫੈਸਲੇ ਦੀ ਇੰਨੀ ਇੰਪੋਰਟੈਂਸ ਹੁੰਦੀ ਸੀ। ਸੋ ਇਹੀ ਸਭ ਤੋਂ ਇੰਪੋਰਟੈਂਟ ਦੱਸਿਆ ਕਿ ਸਭ ਤੋਂ ਥੱਲੇ ਪਿੰਡ ਹੁੰਦਾ ਸੀ ਤੇ ਪਿੰਡ ਦੇ ਵਿੱਚ ਜ਼ਿਆਦਾਤਰ ਫੈਸਲੇ ਪੰਚ ਤੇ ਸਰਪੰਚ ਜਿਹੜੇ ਸੀਗੇ, ਪਿੰਡ ਦੀ ਪੰਚਾਇਤ ਜਿਹੜੀ ਸੀ ਉਹ ਮਿਲ ਕੇ ਲੈਂਦੀ ਸੀ। ਪਿੰਡ ਦੇ ਵਿੱਚ ਲੰਬੜਦਾਰ, ਪਟਵਾਰੀ ਤੇ ਚੌਂਕੀਦਾਰ, ਇਹ ਬਹੁਤ ਇੰਪੋਰਟੈਂਟ ਪੋਜੀਸ਼ਨਾਂ ਸੀਗੀਆਂ। ਲੰਬੜਦਾਰ ਦਾ ਕੰਮ ਆਲਮੋਸਟ ਸਰਪੰਚ ਵਾਲਾ ਸੀਗਾ, ਪੂਰੇ ਪਿੰਡ ਦੀ ਦੇਖ ਰੇਖ ਕਰਨਾ। ਪਟਵਾਰੀ ਦਾ ਕੰਮ ਪਿੰਡ ਦੇ ਸਾਰੇ ਮਾਲੀਆ ਤੰਤਰ ਨੂੰ ਸਮਝਣਾ। ਰੈਵਨਿਊ ਸਿਸਟਮ ਪਟਵਾਰੀ ਦੇ ਕੰਟਰੋਲ 'ਚ ਹੁੰਦਾ ਸੀ। ਪਿੰਡ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਚੌਂਕੀਦਾਰ ਦੇ ਕੰਟਰੋਲ 'ਚ ਹੁੰਦੀ ਸੀ। ਪਿੰਡ ਦੀ ਸਾਰੀ ਸੇਫਟੀ ਐਂਡ ਸਿਕਿਉਰਿਟੀ, ਓਵਰਆਲ ਪਿੰਡ ਦੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਪਿੰਡ ਦੇ ਲੰਬੜਦਾਰ ਦੀ ਸੀ, ਜਿਵੇਂ ਆਪਾਂ ਅੱਜ ਸਰਪੰਚ ਦੀ ਕਹਿ ਲਈਏ। ਸੋ ਪਿੰਡ ਦਾ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਕਿ ਪਿੰਡ ਦੇ ਚੌਂਕੀਦਾਰ ਦਾ ਕੀ ਰੋਲ ਸੀ, ਪਿੰਡ ਦੇ ਲੰਬੜਦਾਰ ਦਾ ਕੀ ਰੋਲ ਸੀਗਾ। ਉਸ ਵੇਲੇ ਦੀ ਜੇ ਅਸੀਂ ਅਰਥ ਵਿਵਸਥਾ ਦੀ ਗੱਲ ਕਰੀਏ, ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਦੋਂ ਮਿਸਲਾਂ ਦੇ ਸਰਦਾਰਾਂ ਕੋਲ ਮਿਸਲਾਂ ਆਈਆਂ ਤਾਂ ਉਹਨਾਂ ਕੋਲ ਰੈਵਨਿਊ ਕੁਝ ਨਹੀਂ ਸੀਗਾ, ਉਹਨਾਂ ਦੇ ਖਜ਼ਾਨੇ 'ਚ ਕੁਝ ਵੀ ਨਹੀਂ ਸੀਗਾ, ਕਿਉਂਕਿ ਉਸ ਤੋਂ ਪਹਿਲਾਂ ਸਭ ਕੁਝ ਲੁੱਟਿਆ ਖੁੱਟਿਆ ਜਾ ਚੁੱਕਿਆ ਸੀਗਾ ਪੰਜਾਬ ਦਾ। ਤਾਂ ਨਵੇਂ ਸਿਰਿਓਂ ਖਜ਼ਾਨੇ ਭਰਨ ਵਾਸਤੇ ਕਿਹੜਾ ਤੰਤਰ ਸ਼ੁਰੂ ਕੀਤਾ ਗਿਆ? ਫਿਰ ਸਭ ਤੋਂ ਇੰਪੋਰਟੈਂਟ ਤਰੀਕਾ ਸੀ ਉਸ ਵੇਲੇ ਦਾ ਟੈਕਸ ਸਿਸਟਮ। ਮਿਸਲਾਂ ਦੇ ਵੇਲੇ ਜਿਹੜੀ ਕਰ ਪ੍ਰਣਾਲੀ ਚਲਾਈ ਗਈ, ਟੈਕਸ ਕਲੈਕਸ਼ਨ ਦਾ ਤਰੀਕਾ ਚਲਾਇਆ ਗਿਆ, ਉਹਨੂੰ ਕਿਹਾ ਗਿਆ ਬਤਈ ਪ੍ਰਣਾਲੀ। ਕਿਹੜੀ? ਬਤਈ, BATAI। ਆਲਮੋਸਟ ਮੰਨਿਆ ਜਾਂਦਾ ਹੈ
ਕਿ 1/2 ਤੋਂ ਲੈ ਕੇ 1/4 ਮਤਲਬ 50% ਤੋਂ ਲੈ ਕੇ 25% ਤੱਕ ਜਿਹੜਾ ਸੀਗਾ ਉਹ ਕਰ ਵਸੂਲਿਆ ਜਾਂਦਾ ਸੀਗਾ। ਪਰ ਔਨ ਐਨ ਐਵਰੇਜ ਦੇਖਿਆ ਜਾਵੇ ਤਾਂ 33%। ਡਿਪੈਂਡ ਕਰਦਾ ਸੀ ਕਿ ਜ਼ਮੀਨ ਬਹੁਤ ਫਰਟਾਈਲ ਆ ਤੇ ਤੁਹਾਡੇ ਤੋਂ ਜ਼ਿਆਦਾ ਉਪਜ ਲੈ ਲਈ ਜਾਂਦੀ ਸੀਗੀ ਸ਼ੇਅਰ ਦੇ ਵਿੱਚ, ਤੇ ਜੇ ਫਰਟਾਈਲ ਘੱਟ ਆ ਤਾਂ ਬਹੁਤ 25% ਤੱਕ। ਔਨ ਐਨ ਐਵਰੇਜ ਤੁਸੀਂ ਮੰਨ ਕੇ ਚੱਲੋ ਕਿ ਮਤਲਬ ਉਹ ਸੀਗਾ ਮਤਲਬ ਕਿ 33%। ਔਨ ਐਨ ਐਵਰੇਜ ਸਾਲ 'ਚ 2 ਵਾਰ ਰਬੀ ਤੇ ਖਰੀਫ ਦੋਵਾਂ ਫਸਲਾਂ ਤੇ ਹੀ ਕੀਤਾ ਜਾਂਦਾ ਸੀਗਾ। ਤੇ ਜਿਹੜਾ ਤੰਤਰ ਉਸ ਵੇਲੇ ਚੱਲਦਾ ਸੀਗਾ ਉਹ ਬੇਸਿਕਲੀ ਸੀ ਬਤਾਈ ਪ੍ਰਣਾਲੀ। ਇਸ ਪ੍ਰਣਾਲੀ ਨੂੰ, ਇਸ ਸਿਸਟਮ ਨੂੰ 1824 ਚ ਰਣਜੀਤ ਸਿੰਘ ਖਤਮ ਕਰਕੇ ਕਨਕੂਤ ਚ ਕਨਵਰਟ ਕਰੂਗਾ। ਫਸਲ ਨੂੰ ਕੱਟਣ ਤੋਂ ਬਾਅਦ ਉਹਦਾ ਸ਼ੇਅਰ ਤੈਅ ਕਰਨਾ, ਇਟ ਇਜ਼ ਬਤਾਈ ਪ੍ਰਣਾਲੀ। ਖੜੀ ਫਸਲ ਦਾ ਰੇਟ ਤੈਅ ਕਰਨਾ, ਖੜੀ ਫਸਲ ਦਾ ਸ਼ੇਅਰ ਤੈਅ ਕਰ ਲੈਣਾ, ਇਟ ਇਜ਼ ਕਨਕੂਤ ਪ੍ਰਣਾਲੀ। ਸੋ 1824 ਤੋਂ ਪਹਿਲਾਂ ਬਤਾਈ ਪ੍ਰਣਾਲੀ ਹੁੰਦੀ ਸੀ। ਲੈਂਡ ਰੈਵਨਿਊ ਕਲੈਕਟ ਕਰਨਾ ਈਜ਼ੀ ਹੁੰਦਾ, ਪਹਿਲਾਂ ਹੀ ਖੜੀ ਫਸਲ ਦਾ ਹਿਸਾਬ ਲਾ ਲਓ, ਉਹ ਕਿਹੜਾ ਸੀਗਾ? ਕਨਕੂਤ ਸਿਸਟਮ। ਸੋ ਕਨਕੂਤ ਸਿਸਟਮ ਵਾਸਤੇ ਤੁਹਾਨੂੰ ਮੈਨੇਜਮੈਂਟ ਤਗੜੀ ਚਾਹੀਦੀ ਹੈ, ਕਿਉਂਕਿ ਤੁਹਾਡੇ ਕੋਲ ਕੁਝ ਐਕਸਪਰਟਸ ਚਾਹੀਦੇ ਆ ਜਿਹੜੇ ਕਿਸੇ ਵੀ ਖੜੀ ਫਸਲ ਦਾ ਆਈਡੀਆ ਲਾ ਲੈਣ ਕਿ ਇਹਦਾ ਤੀਜਾ ਹਿੱਸਾ ਕੀ ਬਣੂਗਾ। ਸੋ ਕਨਕੂਤ ਸਿਸਟਮ 1824 ਤੋਂ ਬਾਅਦ, ਠੀਕ ਆ, ਉਹ ਫਿਕਸ ਹੋਇਆ। ਉਹਦੇ ਨਾਲ ਇੱਕ ਫਾਇਦਾ ਹੋ ਜਾਂਦਾ ਸੀਗਾ ਕਿ ਟੈਕਸ ਪਹਿਲਾਂ ਹੀ ਫਿਕਸ ਹੋ ਜਾਂਦਾ ਹੈ, ਉਹਦੇ ਵਾਸਤੇ ਤੁਹਾਨੂੰ ਆਪਣੀ ਫਸਲ ਨੂੰ ਵੇਟ ਨਹੀਂ ਕਰਨੀ ਪੈਂਦੀ। ਸੋ ਰਣਜੀਤ ਸਿੰਘ ਨੇ ਪ੍ਰਸ਼ਾਸਨ 'ਚ ਸੁਧਾਰ ਲਿਆਉਣ ਵਾਸਤੇ ਕਨਕੂਤ ਪ੍ਰਣਾਲੀ ਲਿਆਂਦੀ ਸੀ। ਔਰ ਉਸ ਤੋਂ ਪਹਿਲਾਂ ਰਣਜੀਤ ਸਿੰਘ ਦਾ ਵੀ ਬੜਾ ਲੰਮਾ ਸਮਾਂ, ਰਣਜੀਤ ਸਿੰਘ ਨੇ ਵੀ ਅਖੀਰਲੇ 15 ਸਾਲ ਹੀ ਕਨਕੂਤ ਸਿਸਟਮ ਨਾਲ ਟੈਕਸ ਇਕੱਠਾ ਕੀਤਾ। ਉਸ ਤੋਂ ਪਹਿਲਾਂ ਰਣਜੀਤ ਸਿੰਘ ਵੀ ਕਿਹੜੇ ਸਿਸਟਮ ਨਾਲ ਟੈਕਸ ਇਕੱਠਾ ਕਰ ਰਿਹਾ ਸੀ? ਬਤਾਈ, ਠੀਕ ਹੈ। ਸੋ ਔਨ ਐਨ ਐਵਰੇਜ ਮੈਂ ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਦੱਸਦੀ ਕਿ ਕੈਸ਼ ਜਾਂ ਜੋ ਤੁਹਾਡੀ ਉਪਜ ਹੁੰਦੀ ਸੀ, ਜੋ ਤੁਹਾਡੀ ਕ੍ਰੌਪ ਸੀਗੀ, ਉਹਦਾ ਉਨਾ ਹਿੱਸਾ ਤੁਸੀਂ ਅਨਾਜ ਦੇ ਰੂਪ ਦੇ ਵਿੱਚ ਵੀ ਦੇ ਸਕਦੇ ਸੀਗੇ, ਠੀਕ ਹੈ। ਤੇ ਇਸ ਤੋਂ ਬਿਨਾਂ ਜਿਹੜੀ ਜ਼ਮੀਨ ਹੁੰਦੀ ਸੀ, ਉਸ ਜ਼ਮੀਨ ਤੇ ਜਿਹੜੇ ਹੱਕਦਾਰ ਹੁੰਦੇ ਸੀ ਉਹ ਕਿਸ ਤਰੀਕੇ ਦੇ ਸੀ? ਕਹਿੰਦੇ ਉਦੋਂ 4 ਸਿਸਟਮ ਬੜੇ ਮਸ਼ਹੂਰ ਸੀਗੇ। ਇੱਕ ਪੱਟੇਦਾਰੀ ਸਿਸਟਮ, ਇੱਕ ਉਸ ਤੋਂ ਬਾਅਦ ਮਿਸਲਦਾਰੀ ਸਿਸਟਮ, ਇੱਕ ਤਾਬੇਦਾਰੀ ਤੇ ਇੱਕ ਜ਼ਗੀਰਦਾਰੀ। ਮਤਲਬ ਇੱਕ ਮਿਸਲ ਦਾ ਸਰਦਾਰ ਆ, ਮੰਨ ਲਓ ਚੜਤ ਸਿੰਘ ਸ਼ੁਕਰ ਚੱਕੀ ਆ, ਉਹਦੇ ਅੰਡਰ ਪਤਾ ਨਹੀਂ ਕਿੰਨੇ ਜਾਣੇ ਤਾਂ ਮਿਸਲਦਾਰ ਹੋਣਗੇ, ਕਿੰਨੇ ਤਾਬੇਦਾਰ ਹੋਣਗੇ, ਕਿੰਨੇ ਪੱਟੇਦਾਰ ਹੋਣਗੇ ਤੇ ਕਿੰਨੇ ਕੀ ਹੋਣਗੇ? ਜ਼ਗੀਰਦਾਰ। ਇਹ ਵੱਖ-ਵੱਖ ਤਰੀਕੇ ਦੇ ਸਰਦਾਰ ਹੁੰਦੇ ਸੀਗੇ ਜਿਨ੍ਹਾਂ ਨੂੰ ਐਕਸਟਰਾ ਆਰਡੀਨਰੀ ਪਾਵਰਸ ਮਿਲੀਆਂ ਹੁੰਦੀਆਂ ਸੀ। ਇਹਨਾਂ ਤੋਂ ਥੱਲੇ ਜਾ ਕੇ ਫਿਰ ਜ਼ਿਲ੍ਹੇ ਹੁੰਦੇ ਸੀਗੇ, ਜ਼ਿਲ੍ਹਿਆਂ ਦੇ ਵਿੱਚ ਹੁੰਦੇ ਸੀ ਕਰਦਾਰ, ਫਿਰ ਜ਼ਿਲ੍ਹਿਆਂ ਤੋਂ ਥੱਲੇ ਸਬ ਡਿਵੀਜ਼ਨਾਂ, ਸਬ ਡਿਵੀਜ਼ਨਾਂ 'ਚ ਹੁੰਦੇ ਸੀ ਕਾਨੂੰਗੋ ਬੈਠੇ, ਫਿਰ ਉਸ ਤੋਂ ਥੱਲੇ ਜਾ ਕੇ ਬੈਠੇ ਹੁੰਦੇ ਸੀਗੇ ਪਿੰਡ, ਪਿੰਡਾਂ ਦੇ ਵਿੱਚ ਬੈਠੇ ਹੁੰਦੇ ਸੀ ਲੰਬੜਦਾਰ, ਪਿੰਡਾਂ 'ਚ ਬੈਠੇ ਸੀ ਪਟਵਾਰੀ, ਪਿੰਡਾਂ 'ਚ ਬੈਠੇ ਸੀ ਚੌਂਕੀਦਾਰ। ਸੋ ਪੂਰੇ ਦਾ ਪੂਰਾ ਤੰਤਰ, ਇਹੀ ਤੰਤਰ ਅੱਗੇ ਰਣਜੀਤ ਸਿੰਘ ਨੇ ਕਾਪੀ ਕੀਤਾ, ਠੀਕ ਆ। ਸੋ ਰਣਜੀਤ ਸਿੰਘ ਨੇ ਇਸ ਤੰਤਰ ਨੂੰ ਰਿਫਾਰਮ ਬਹੁਤ ਕੀਤਾ। ਰਣਜੀਤ ਸਿੰਘ ਦੇ ਵੇਲੇ ਬਹੁਤ ਸਟ੍ਰਿਕਟਲੀ ਰੂਲਸ ਫੋਲੋ ਹੋਏ ਆ, ਇਸ ਕਰਕੇ ਉਹਦਾ ਐਡਮਿਨਿਸਟ੍ਰੇਸ਼ਨ, ਉਹਦੀ ਗਵਰਨੈਂਸ ਸਾਰਿਆਂ ਤੋਂ ਵੱਧ ਨਿਖਰ ਕੇ ਸਾਨੂੰ ਸਾਹਮਣੇ ਆਉਂਦੀ ਹੈ। ਮੇਰੀ ਗੱਲ ਸਮਝ ਗਏ ਨਾ? ਤਾਂ ਉਹਦੇ ਵੇਲੇ ਜਿਹੜੀ ਉਹ ਸੀਗੀ, ਕਹਿ ਲਓ ਕਿ ਉਹਦੇ ਵੇਲੇ ਦਾ ਜਿਹੜਾ ਤੰਤਰ ਸੀਗਾ, ਐਡਮਿਨਿਸਟ੍ਰੇਸ਼ਨ ਸੀ, ਉਹ ਉਹਦੇ 'ਚ ਡਿਸਿਪਲਿਨ ਬਹੁਤ ਆ ਗਿਆ ਸੀ। ਖੈਰ ਇੱਥੋਂ ਤੱਕ ਸਮਝ ਆ ਗਈ। ਹੁਣ ਮੈਂ ਗੱਲ ਕਰਦਾ ਕਿ 4 ਤੰਤਰ ਕਿਹੜੇ ਸੀਗੇ। ਤੇ ਇੱਕ ਗੱਲ ਹੋਰ, ਇਹ ਪੇਪਰ ਦੇ ਵਿੱਚ ਆਉਣ ਵਾਲੇ ਬੜੇ ਇੰਪੋਰਟੈਂਟ ਪੁਆਇੰਟ ਨੇ ਕਿ ਪੱਟੇਦਾਰੀ, ਮਿਸਲਦਾਰੀ, ਤਾਬੇਦਾਰੀ ਤੇ ਜ਼ਗੀਰਦਾਰੀ, ਠੀਕ ਹੈ। ਸੋ ਆਪਾਂ ਇਹਦੇ ਤੇ ਫੋਕਸ ਕਰਦੇ ਹਾਂ ਬੱਚੇ। ਸਭ ਤੋਂ ਪਹਿਲਾਂ ਤਾਂ ਆ ਗਿਆ ਪੱਟੇਦਾਰੀ ਸਿਸਟਮ। ਪੱਟੇਦਾਰੀ ਸਿਸਟਮ ਦੇ ਵਿੱਚ ਰਣਜੀਤ ਸਿੰਘ ਜਿਹੜਾ ਸੀਗਾ, ਜਾਂ ਇੱਕ ਮਿਸਲ ਦਾ ਕੋਈ ਵੀ ਸਰਦਾਰ, ਇੱਕ ਐਗਜ਼ਾਮਪਲ ਦੇ ਰਿਹਾ, ਮਿਸਲ ਦਾ ਕੋਈ ਵੀ ਸਰਦਾਰ ਆਪਣੇ ਕਿਸੇ ਵੀ ਅੱਗੇ ਚੀਫ ਨੂੰ, ਆਪਣੇ ਅੰਡਰ ਕਿਸੇ ਵੀ ਸਰਦਾਰ ਨੂੰ, ਆਪਣੀ ਇੱਕ ਮਿਸਲ ਦਾ ਸਰਦਾਰ ਆਪਣੇ ਅੰਡਰ ਆਉਣ ਵਾਲੇ ਕਿਸੇ ਵੀ ਸਰਦਾਰ ਨੂੰ, ਕਿਸੇ ਵੀ ਜੈਲਦਾਰ ਨੂੰ, ਕਿਸੇ ਵੀ ਇਨਫਲੂਐਂਸ਼ੀਅਲ ਪਰਸਨੈਲਿਟੀ ਨੂੰ ਉਹਦੇ ਕੰਮਕਾਰ ਦੇ ਆਧਾਰ ਤੇ ਕਿਸੇ ਵੀ ਇੱਕ ਪਾਰਟਿਕੂਲਰ ਇਲਾਕੇ ਦਾ ਪਟਾ ਦੇ ਸਕਦਾ ਸੀਗਾ। ਹਾਂ, ਉਹ ਜਿਹੜਾ ਪੱਟੇਦਾਰ ਸੀਗਾ ਉਹ ਉਸ ਜ਼ਮੀਨ ਨੂੰ ਅੱਗੇ ਗਹਿਣੇ ਰੱਖ ਸਕਦਾ ਸੀ, ਠੇਕੇ ਤੇ ਦੇ ਸਕਦਾ ਸੀਗਾ, ਪਰ ਉਹਨੂੰ ਵੇਚ ਨਹੀਂ ਸੀ ਸਕਦਾ ਕਿਉਂਕਿ ਉਹਦਾ ਪੂਰਾ ਅਧਿਕਾਰ ਉਸ ਜ਼ਮੀਨ ਤੇ ਨਹੀਂ ਸੀ ਹੁੰਦਾ। ਮੀਨਸ ਸਪੋਜ਼ ਕਰੋ ਜੇ ਰਣਜੀਤ ਸਿੰਘ ਨੇ ਕਿਸੇ ਬੰਦੇ ਨੂੰ ਬਹੁਤ ਖੁਸ਼ ਕਰਨਾ ਹੈ ਤਾਂ ਰਣਜੀਤ ਸਿੰਘ ਉਸ ਬੰਦੇ ਨੂੰ ਆਪਣੇ ਇਲਾਕੇ ਦੇ ਵਿੱਚ 30 ਮਰੱਬਿਆਂ ਦਾ, 1 ਮਰੱਬਾ ਮਤਲਬ 25 ਏਕੜ, 25 ਏਕੜ ਸਮਝ ਗਏ ਨਾ, 1 ਕਿੱਲਾ 1 ਏਕੜ ਤੇ 25 ਮਰੱਬਿਆਂ ਦਾ ਮਤਲਬ 25 × 25, 625 ਏਕੜ ਜ਼ਮੀਨ। 25 ਮਰੱਬਿਆਂ ਦਾ ਮਤਲਬ ਇਹ ਹੋ ਗਿਆ 25 ਮਰੱਬਿਆਂ ਦੀ ਮਿਸਲਦਾਰੀ ਦੇ ਦਿੰਦਾ ਸੀਗਾ। ਹੁਣ ਤੁਸੀਂ ਕਹੋਗੇ ਸਰ ਵਾਟ ਇਜ਼ ਮਿਸਲਦਾਰੀ? ਮਿਸਲਦਾਰੀ ਵੀ ਆਪਣੇ ਇਲਾਕੇ ਦੇ ਵਿੱਚ ਕਿਸੇ ਸਰਦਾਰ ਨੂੰ ਖੁਸ਼ ਹੋ ਕੇ, ਮਿਸਲ ਦੇ ਸਰਦਾਰ ਦੁਆਰਾ ਕਿਸੇ ਛੋਟੇ ਸਰਦਾਰ ਤੇ ਖੁਸ਼ ਹੋ ਕੇ ਉਹਨੂੰ ਜ਼ਮੀਨ ਦਾ ਅਧਿਕਾਰ ਦੇ ਦੇਣਾ। ਤੇ ਤੁਸੀਂ ਉਹਨੂੰ ਅਧਿਕਾਰ ਕਿਹੜਾ ਦਿੱਤਾ? ਮਿਸਲਦਾਰੀ ਦਾ।
ਮਿਸਲਦਾਰ ਕੱਲ ਨੂੰ ਜੇ ਤੁਹਾਡੇ ਨਾਲ ਵਿਗੜ ਗਿਆ, ਉਹ ਆਪਣੀ 25 ਮਰਬੇ 625 ਕਿੱਲੇ ਲੈ ਕੇ ਕਿਸੇ ਹੋਰ ਮਿਸਲ 'ਚ ਵੀ ਮਿਲ ਸਕਦਾ ਹੈ, ਤੇ ਪੱਟੇਦਾਰ ਨਹੀਂ ਮਿਲ ਸਕਦਾ। ਇਹ ਦੋਵਾਂ ਦੇ ਵਿੱਚ ਮੇਨ ਫਰਕ ਸੀਗਾ। ਠੀਕ ਆ, ਸੋ ਇੱਕ ਪੱਟੇਦਾਰੀ ਹੋ ਗਈ, ਇੱਕ ਮਿਸਲਦਾਰੀ ਹੋ ਗਈ। ਉਸ ਤੋਂ ਬਾਅਦ ਤੀਜੀ ਚੀਜ਼ ਸੀਗੀ ਆਪਣੇ ਕੋਲ ਤਾਬੇਦਾਰੀ। ਕਿਵੇਂ? ਮਿਸਲਦਾਰੀ, ਹਾਂ ਨਹੀਂ ਨਹੀਂ, ਫੈਡਰਲਿਜ਼ਮ ਦੀ ਗੱਲ ਨਹੀਂ ਗੀ, ਮੇਰੀ ਗੱਲ ਸਮਝੋ। ਸਪੋਜ਼ ਕਰੋ ਇੱਕ ਬੜਾ ਸਿੰਪਲ ਜਿਹਾ ਕੰਸੈਪਟ ਆ, ਇਹ ਤੁਸੀਂ ਇੱਕ ਸਵਾਲ ਪੁੱਛਿਆ ਕਿ ਜੇ ਇਹ ਪੱਟੇਦਾਰੀ ਤੇ ਮਿਸਲਦਾਰੀ ਸਿਸਟਮ 'ਚ ਫਰਕ ਆ। ਇਹ ਸਵਾਲ ਨੂੰ ਮੈਂ ਥੋੜਾ ਜਿਹਾ ਹੋਰ ਕਲੀਅਰ ਕਰਦਾ। ਪਹਿਲੀ ਗੱਲ, ਇਹ ਫੈਡਰਲਿਜ਼ਮ ਨਾਲ ਜੁੜੀ ਹੋਈ ਗੱਲ ਹੀ ਨਹੀਂ। ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਥੱਲੇ ਪ੍ਰਸ਼ਾਸਕ ਕੰਮ ਕਰ ਰਹੇ ਆ, ਇੱਕ ਪ੍ਰਸ਼ਾਸਕ ਜਿਹੜਾ ਹੈ ਉਹ ਤੁਹਾਡੇ ਲਈ ਬਹੁਤ ਖਾਸ ਆ, ਇੱਕ ਪ੍ਰਸ਼ਾਸਕ ਬਹੁਤ ਅੱਛਾ ਕੰਮ ਕਰ ਰਿਹਾ ਪਰ ਉਹ ਹਜੇ ਉਨਾ ਖਾਸ ਨਹੀਂ ਹੋਇਆ। ਤੁਸੀਂ ਦੋਵਾਂ ਨੂੰ ਆਪਣੀ ਜ਼ਮੀਨਾਂ ਦੇ ਹੱਕ ਦੇਣਾ ਚਾਹੁੰਦੇ ਹੋ। ਇੱਕ ਨੂੰ ਇਸ ਤਰੀਕੇ ਦਾ ਹੱਕ ਦਿੱਤਾ ਕਿ ਉਹ ਜੋ ਮਰਜ਼ੀ ਕਰ ਸਕੇ, ਤੁਹਾਨੂੰ ਵਿਸ਼ਵਾਸ ਆ ਕਿ ਉਹ ਤੁਹਾਡੇ ਨਾਲ ਹਮੇਸ਼ਾ ਰਹੂਗਾ। ਇੱਕ ਨੂੰ ਤੁਸੀਂ ਐਪਰੀਸ਼ੀਏਸ਼ਨ ਦੇਣਾ ਚਾਹੁੰਦੇ ਹੋ ਪਰ ਤੁਸੀਂ ਉਹਨੂੰ ਆਪਣੇ ਕੰਟਰੋਲ 'ਚ ਵੀ ਰੱਖਣਾ ਚਾਹੁੰਦੇ ਹੋ। ਦੇਖੋ, ਫੈਡਰਲ ਸਿਸਟਮ ਤਾਂ ਇੱਕ ਵੱਖਰੀ ਗੱਲ ਆ। ਫੈਡਰਲ ਸਿਸਟਮ ਦਾ ਤਾਂ ਮਤਲਬ ਇਹ ਆ ਕਿ ਜਿਹੜੀ ਇੱਕ ਉਹ ਆ, ਮਤਲਬ ਕਿ ਇੱਕ ਤੰਤਰ ਆ, ਉਹਦੇ ਅੰਦਰ ਜਿਹੜੀਆਂ ਸਬ ਸਟੇਟਾਂ ਉਹਨਾਂ ਦੀ ਕਿੰਨੀ ਚੱਲਦੀ ਆ। ਇਹ ਤਾਂ ਮੈਂ ਪਹਿਲਾਂ ਹੀ ਕਹਿਤਾ ਸੀਗਾ ਕਿ ਬਈ ਜਿਹੜੀਆਂ ਮਿਸਲਾਂ ਸੀ ਉਹ ਆਪਸ ਦੇ ਵਿੱਚ ਫੈਡਰਲ ਸੀਗੀਆਂ। ਇੱਕ ਮਿਸਲ ਤੇ ਦੂਜੀ ਮਿਸਲ ਤੇ ਤੀਜੀ ਮਿਸਲ ਬਹੁਤ ਹੱਦ ਤੱਕ ਗੁਰੂ ਮਤੇ ਤੇ ਨਿਰਭਰ ਕਰਦੀ ਸੀਗੀ। ਆਪਸ ਦੇ ਵਿੱਚ ਇਹਨਾਂ ਦਾ ਸੰਬੰਧ ਜਿਹੜਾ ਸੀ ਸੰਘਵਾਦ ਵਾਲਾ ਸੀ। ਵਿਦਿਨ ਦੀ ਮਿਸਲ ਬਹੁਤ ਸਟਰੋਂਗ ਯੂਨਿਟਰੀ ਤਰੀਕਾ ਤੰਤਰ ਸੀਗਾ। ਯੂਨਿਟਰੀ ਮਤਲਬ ਏਕਾਕ੍ਰਾਤੀ ਸੰਘਵਾਦ, ਜਿਹਦੇ 'ਚ ਸੀ ਕਿ ਮਿਸਲ ਦੇ ਸਰਦਾਰ ਦੀ ਮਰਜ਼ੀ ਹੁੰਦੀ ਸੀ ਕਿ ਉਹਨੇ ਕਿਸੇ ਮਿਸਲ ਦੇ ਵਿੱਚ ਛੋਟੇ ਬੰਦੇ ਨੂੰ ਤਾਬੇਦਾਰੀ ਦੇਣੀ ਆ, ਪੱਟੇਦਾਰੀ ਦੇਣੀ ਆ ਕਿ ਜ਼ਗੀਰਦਾਰੀ ਦੇਣੀ ਆ। ਤੀਸਰਾ ਤੰਤਰ ਹੁੰਦਾ ਸੀਗਾ ਤਾਬੇਦਾਰੀ। ਜਦੋਂ ਕਿਸੇ ਬਹੁਤ ਖਾਸ ਵਿਸ਼ਵਾਸ ਵਾਲੇ ਬੰਦੇ ਨੂੰ ਜ਼ਮੀਨ ਜਿਹੜੀ ਸੀ ਉਹ ਰੈਂਟ ਤੇ ਦੇ ਦਿੱਤੀ ਜਾਂਦੀ ਸੀਗੀ, ਉਹਨੂੰ ਕੀ ਕਹਿ ਦਿੰਦੇ ਸੀ? ਤਾਬੇਦਾਰੀ। ਕੁਛ ਕੁ ਹਿੱਸਾ ਲੈ ਕੇ, ਮਤਲਬ ਕਿ ਕਿਸੇ ਖਾਸ ਬੰਦੇ ਨੂੰ। ਇਹਦੇ 'ਚ ਕੀ ਸੀਗਾ ਹੁਣ, ਇਹ ਪੱਟੇਦਾਰੀ ਤੋਂ ਕਿਵੇਂ ਅੱਡ ਆ? ਪੱਟੇਦਾਰੀ 'ਚ ਤੁਸੀਂ ਕਿਸੇ ਨੂੰ ਆਪਣੀ ਜ਼ਮੀਨ ਦੇਤੀ, ਬਿਲਕੁਲ ਗਿਫਟਡ ਲੈਂਡ ਆ, ਉਹ ਉਹਨੂੰ ਅੱਗੇ ਠੇਕੇ ਤੇ ਦੇਣਾ ਚਾਹੁੰਦਾ ਤੇ ਦੇ ਦੇ, ਪਰ ਉਹਨੂੰ ਰਣਜੀਤ ਸਿੰਘ ਨੂੰ ਜਾਂ ਮਿਸਲ ਦੇ ਸਰਦਾਰ ਨੂੰ ਕੋਈ ਪੈਸਾ ਨਹੀਂ ਦੇਣਾ ਪਊਗਾ। ਰਣਜੀਤ ਸਿੰਘ ਨੇ ਆਪਣਾ ਇੱਕ ਬਹੁਤ ਵੱਡੀ ਜ਼ਮੀਨ ਦਾ ਟੁਕੜਾ ਕਿਸੇ ਸਰਦਾਰ ਨੂੰ ਥੋੜੀ ਜਿਹੀ ਲੀਜ਼ ਤੇ ਦੇਤਾ ਕਿ ਬਈ ਇੱਥੇ ਇਸ ਤੋਂ ਤੂੰ ਕਮਾਈ ਕਰ, ਜੋ ਮੇਰੀ ਲੀਜ਼ ਬਣਦੀ ਆ ਮੈਨੂੰ ਦੇ ਦੇ। ਜਿਹੜੇ ਲੋਕ ਤੁਹਾਡੇ ਬਹੁਤ ਖਾਸ ਨਹੀਂਗੇ ਪਰ ਹੌਲੀ ਹੌਲੀ ਉਹ ਤੁਹਾਡੇ ਪ੍ਰਤੀ ਵਫਾਦਾਰ ਹੁੰਦੇ ਜਾ ਰਹੇ ਆ, ਉਹਨਾਂ ਨੂੰ ਤੁਸੀਂ ਸਭ ਤੋਂ ਪਹਿਲਾਂ 25 ਮਰਬਿਆਂ ਦਾ ਜਾਂ 30 ਮਰਬਿਆਂ ਦਾ ਟੱਕ ਜਿਹੜਾ ਹੈ ਫ੍ਰੀ ਥੋੜਾ ਦੇ ਦੋਗੇ। ਸਭ ਤੋਂ ਪਹਿਲਾਂ ਤੁਸੀਂ ਉਹਨੂੰ ਕੁਝ ਲੀਜ਼ ਤੇ ਦਿਓਗੇ। ਸਭ ਤੋਂ ਪਹਿਲਾਂ ਸੀਨ 'ਚ ਆਉਂਦੀ ਸੀ ਤਾਬੇਦਾਰੀ ਪ੍ਰਣਾਲੀ, ਫਿਰ ਸੀਨ 'ਚ ਆਉਂਦੀ ਸੀ ਕਿਹੜੀ? ਪੱਟੇਦਾਰੀ ਪ੍ਰਣਾਲੀ, ਤੇ ਫਿਰ ਸੀਨ 'ਚ ਆਉਂਦੀ ਸੀ ਕਿਹੜੀ? ਮਿਸਲਦਾਰ ਪ੍ਰਣਾਲੀ। ਇਸ ਤੋਂ ਬਿਨਾਂ ਇੱਕ ਹੋਰ ਅੱਡ ਚੀਜ਼ ਸੀਗਾ ਜ਼ਗੀਰਦਾਰੀ। ਜ਼ਗੀਰਦਾਰੀ ਦੇ ਨਾਲ ਕੋਈ ਸੰਬੰਧ ਨਹੀਂ। ਮੰਨ ਲਓ ਕਿਸੇ ਇੱਕ ਛੋਟੀ ਮਿਸਲ ਦਾ ਸਰਦਾਰ ਮਾਰਿਆ ਗਿਆ, ਉਹਦੇ ਰਿਸ਼ਤੇਦਾਰ ਨੂੰ ਰਣਜੀਤ ਸਿੰਘ ਨੇ ਉਸ ਮਿਸਲ ਤੇ ਕਬਜ਼ਾ ਕਰ ਲਿਆ। ਹੁਣ ਇੱਥੇ ਨਾ ਤਾਂ ਕੋਈ ਵਫਾਦਾਰੀ ਦਾ ਕਨਸੈਪਟ ਆ, ਕੁਝ ਵੀ ਨਹੀਂ। ਇੱਥੇ ਸਿਰਫ ਇੱਕ ਨਾਰਾਜ਼ਗੀ ਆ ਲੋਕਾਂ ਦੀ ਕਿ ਰਣਜੀਤ ਸਿੰਘ ਨੇ ਫਲਾਣੇ ਸਰਦਾਰ ਤੇ ਕਬਜ਼ਾ ਕਰ ਲਿਆ। ਲੋਕਾਂ ਦੇ ਵਿੱਚ ਕੋਈ ਗੁੱਸਾ ਨਾ ਰਹਿ ਜੇ, ਇਸ ਕਰਕੇ ਬਿਨਾਂ ਕਿਸੇ ਸ਼ਰਤ ਤੋਂ ਕਿਸੇ ਦੂਜੇ ਮਿਸਲ ਦੇ ਸਰਦਾਰ ਨੂੰ ਅਨੈਕਸ ਕਰਕੇ ਉਹਨੂੰ ਕਿਸੇ ਪਾਰਟਿਕੂਲਰ ਇਲਾਕੇ 'ਚ ਜ਼ਗੀਰ ਦੇ ਕੇ ਬਿਠਾ ਦੇਣਾ ਕਿ ਬਈ ਆਹ ਜ਼ਗੀਰ ਸਮੇਤ ਘੋੜਸਵਾਰ ਤੇਰੀ ਆ। ਠੀਕ ਆ, ਇਹਦੇ 'ਚ ਕੋਈ ਵਫਾਦਾਰੀ ਵਾਲਾ ਕੰਸੈਪਟ ਨਹੀਂ। ਬਿਨਾਂ ਆਪਣੇ ਪਰਿਵਾਰ ਦੇ ਖਾਸ ਮੈਂਬਰਾਂ ਨੂੰ ਕਿਸੇ ਦੂਜੇ ਮਿਸਲ ਦੇ ਨਾਲ ਰਿਲੇਸ਼ਨ 'ਚ ਆਉਣ ਤੋਂ ਬਾਅਦ ਉਹ ਮਿਸਲ ਦਾ ਸਰਦਾਰ ਮੰਨ ਗਿਆ ਕਿ ਮੈਂ ਤੇਰੇ ਅਧੀਨ ਆਉਣ ਨੂੰ ਤਿਆਰ ਹਾਂ, ਮੈਨੂੰ ਬਸ ਇੱਕ ਜ਼ਗੀਰ ਦੇ ਕੇ ਬਿਠਾ ਦੇ। ਉੱਥੇ ਜਿਹੜੀ ਜ਼ਮੀਨ ਦਿੱਤੀ ਜਾਂਦੀ ਸੀ ਕਿਸੇ ਨੂੰ, ਕੁਝ ਮਰਬੇ ਦੇ ਦਿੱਤੇ ਜਾਂਦੇ ਸੀਗੇ, ਉਸ ਤੰਤਰ ਨੂੰ ਕੀ ਕਿਹਾ ਜਾਂਦਾ ਸੀਗਾ? ਜ਼ਗੀਰਦਾਰੀ। ਸੋ ਕੁੱਲ ਮਿਲਾ ਕੇ ਇਸ ਤਰੀਕੇ ਨਾਲ ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਇਹ ਤੰਤਰ ਸੀਗਾ ਸਾਰਾ ਇਹ ਡਿਵੈਲਪ ਹੋਇਆ। ਠੀਕ ਆ, ਜਿਹਦੇ 'ਚ ਆਪਾਂ ਇਹ ਸਾਰਾ ਕੁਝ ਦੇਖਦੇ ਹਾਂ। ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਚੀਜ਼ ਜੋ ਇਹਨਾਂ ਮਿਸਲਾਂ ਦੇ ਵੇਲੇ ਉੱਭਰ ਕੇ ਬਾਹਰ ਆਈ, ਉਹਨੂੰ ਇੰਗਲਿਸ਼ 'ਚ ਕਹਿੰਦੇ ਆ ਰਾਖੀ ਸਿਸਟਮ ਤੇ ਪੰਜਾਬੀ 'ਚ ਰਾਖੀ ਪ੍ਰਣਾਲੀ। ਇਹ ਬੜਾ ਇੰਪੋਰਟੈਂਟ ਕਨਸੈਪਟ ਸੀਗਾ। ਮੰਨ ਲਓ ਜਿਹੜੀਆਂ ਜ਼ਗੀਰਾਂ ਤਾਂ ਮਿਸਲਾਂ ਦੇ ਕੰਟਰੋਲ 'ਚ ਸੀਗੀਆਂ, ਉੱਥੇ ਤਾਂ ਮਿਸਲਾਂ ਨੇ ਆਪਣਾ ਕਰ ਪ੍ਰਣਾਲੀ ਚਲਾ ਰੱਖੀ ਸੀ, ਆਪਣਾ ਟੈਕਸ ਇਕੱਠਾ ਕਰਦੇ ਸੀ, ਬਤਈ ਪ੍ਰਣਾਲੀ ਉੱਥੇ ਐਗਜ਼ਿਸਟ ਕਰਦੀ ਸੀ। ਪਰ ਰੈਵਨਿਊ ਇਕੱਠਾ ਕਰਨ ਵਾਸਤੇ ਇਹਨਾਂ ਮਿਸਲਾਂ ਨੇ ਆਪਣਾ ਪ੍ਰਭਾਵ ਆਪਣੇ ਏਰੀਏ ਤੋਂ ਬਾਹਰ ਵੀ ਫੈਲਾਇਆ। ਮਿਸਲਾਂ ਦਾ ਜ਼ਿਆਦਾ ਜ਼ੋਰ ਪਤਾ ਕਿੱਥੇ ਸੀਗਾ? ਸਿਰਫ ਮਾਝੇ ਤੇ ਦੁਆਬੇ 'ਚ। ਮਾਲਵੇ ਵਾਲੇ ਪਾਸੇ ਮਿਸਲਾਂ ਦਾ ਇੰਨਾ ਪ੍ਰਭਾਵ ਨਹੀਂ ਸੀ ਹੈ ਹਜੇ। ਤੋ ਮਿਸਲਾਂ ਨੇ ਇੱਧਰ ਦੇ ਲੋਕਾਂ ਨੂੰ ਵੀ ਕਨਵਿੰਸ ਕੀਤਾ। ਹੋਰ ਛੱਡੋ,
ਮਾਲਵਾ ਤੇ ਸ਼ੁਰੂ ਹੁੰਦਾ ਸਤਲੁਜ ਤੋਂ ਤੇ ਖਤਮ ਹੁੰਦਾ ਜਾ ਕੇ, ਜਾਂ ਖਤਮ ਯਮੁਨਾ ਤੱਕ ਚਲਾ ਜਾਂਦਾ ਜਾ ਕੇ। ਯਮੁਨਾ ਤੱਕ ਤਾਂ ਚਲੋ ਖੈਰ ਕੀ ਕਹਿਣਾ, ਪਰ ਯਮੁਨਾ ਤੋਂ ਅੱਗੇ ਜਿਹੜਾ ਗੰਗਾ ਤੇ ਯਮੁਨਾ ਦੇ ਵਿੱਚ ਦਾ ਏਰੀਆ, ਉੱਥੋਂ ਦੇ ਲੋਕਾਂ ਨੂੰ ਵੀ ਮਿਸਲਾਂ ਨੇ ਕਨਵਿੰਸ ਕਰ ਰੱਖਿਆ ਸੀਗਾ ਕਿ ਜੇਕਰ ਤੁਸੀਂ ਸਾਨੂੰ ਆਪਣੀ ਕਮਾਈ ਦਾ 5ਵਾਂ ਹਿੱਸਾ, ਭਾਵ ਕਿੰਨੇ % ਦਿਓ, 20%, ਤਾਂ ਤੁਹਾਡੇ ਤੇ ਕੋਈ ਵੀ ਵਿਦੇਸ਼ੀ ਹਮਲਾਵਰ ਹਮਲਾ ਨਹੀਂ ਕਰੂਗਾ, ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ। ਐਵੇਂ ਦਾ ਕਨਸੈਪਟ ਮਰਾਠੇ ਬਹੁਤ ਕਰਦੇ ਸੀ। ਜਿਹੜੇ ਇਲਾਕੇ ਤਾਂ ਮਰਾਠਿਆਂ ਦੇ ਕਬਜ਼ੇ 'ਚ ਸੀ, ਉੱਥੋਂ ਤਾਂ ਮਰਾਠੇ ਟੈਕਸ ਇਕੱਠਾ ਕਰਦੇ ਹੀ ਸੀ। ਜਿਹੜੇ ਇਲਾਕੇ ਮਰਾਠਿਆਂ ਦੇ ਕਬਜ਼ੇ 'ਚ ਨਹੀਂ ਸੀ ਨਾ ਹੁੰਦੇ, ਉੱਥੋਂ ਉਹ ਦੂਜੇ, ਜਿਹੜਾ ਉੱਥੋਂ ਦਾ ਰਾਜਾ ਹੁੰਦਾ ਸੀ, ਉਹਨੂੰ ਕਹਿੰਦੇ ਸੀ ਕਿ ਜਿੰਨਾ ਤੂੰ ਇੱਥੋਂ ਟੈਕਸ ਇਕੱਠਾ ਕੀਤਾ ਨਾ, ਉਹਦਾ 25% ਸਾਨੂੰ ਦੇ ਕੇ ਜਾਈਂ, ਨਹੀਂ ਤਾਂ ਅਸੀਂ ਤੇਰੇ ਇਲਾਕੇ ਤੇ ਹਮਲਾ ਕਰਾਂਗੇ। ਉਹਨੂੰ ਕਹਿ ਦਿੰਦੇ ਸੀ ਚੌਥ। ਤੇ ਜਿਹੜੇ ਉਸ ਇਲਾਕੇ ਦੇ ਵਿੱਚ ਮੁਗਲਾਂ ਦੇ ਸਰਦਾਰ ਹੁੰਦੇ ਸੀ, ਉਹਨਾਂ ਸਰਦੇਸ਼ਾਂ ਨੂੰ, ਸਰਦਾਰਾਂ ਨੂੰ ਕਹਿ ਦਿੰਦੇ ਸੀ ਕਿ ਤੁਸੀਂ ਵੀ ਆਪਣੀ ਕਮਾਈ ਦਾ 10ਵਾਂ ਹਿੱਸਾ ਸਾਨੂੰ ਦਿਓ। ਉਹਨੂੰ ਕਹਿ ਦਿੰਦੇ ਸੀ ਸਰਦੇਸ਼ਮੁਖੀ। ਮਤਲਬ ਕੁੱਲ ਮਿਲਾ ਕੇ ਤੁਹਾਡੇ ਏਰੀਏ ਦੇ ਨੇੜੇ ਦੇ ਉਹ ਏਰੀਏ ਜਿਹੜੇ ਤੁਹਾਡੇ ਕਬਜ਼ੇ 'ਚ ਨਹੀਂ, ਉੱਥੋਂ ਲੋਕਾਂ ਦੀ ਕਮਾਈ ਦਾ 10ਵਾਂ ਹਿੱਸਾ ਲੈਣਾ, ਪਲੱਸ ਉੱਥੋਂ ਦੇ ਸਰਦਾਰਾਂ ਦੀ ਕਮਾਈ ਦਾ ਐਕਸਟਰਾ 10% ਹਿੱਸਾ ਲੈਣਾ। ਇਹਨੂੰ ਚੌਥ ਤੇ ਸਰਦੇਸ਼ਮੁਖੀ ਕਿਹਾ ਗਿਆ। ਇਹ ਮਰਾਠੇ ਉਹਨਾਂ ਇਲਾਕਿਆਂ 'ਚੋਂ ਟੈਕਸ ਵਸੂਲਦੇ ਸੀ ਜਿਹੜੇ ਇਲਾਕੇ ਉਹਨਾਂ ਦੇ ਅਧੀਨ ਨਹੀਂ ਸੀ। ਪਰ ਉੱਥੇ ਇਹ ਵੀ ਕਹਿੰਦੇ ਸੀ ਕਿ ਇੱਕ ਤਾਂ ਅਸੀਂ ਹਮਲਾ ਨਹੀਂ ਕਰਾਂਗੇ ਇਸ ਇਲਾਕੇ ਤੇ ਇੱਕ ਕਿਸੇ ਦੇ ਵੀ ਹਮਲੇ ਨੂੰ ਰੋਕਾਂਗੇ। ਸੋ ਚੌਥ ਤੇ ਸਰਦੇਸ਼ਮੁਖੀ ਦੇ ਕੇ ਮਰਾਠਿਆਂ ਨੇ ਨੇੜੇ ਤੇੜੇ ਦੇ ਕਈ ਇਲਾਕੇ ਦੱਖਣ ਦੇ ਉਹ ਸੁਰੱਖਿਆ ਦੇ ਅਧੀਨ ਲੈ ਲਏ ਸੀ। ਉਵੇਂ ਦਾ ਹੀ ਤੰਤਰ 18ਵੀਂ ਸਦੀ ਦੇ ਵਿੱਚ, 18ਵੀਂ ਸਦੀ ਦੇ ਸੈਕਿੰਡ ਹਾਫ 1750 ਤੋਂ ਲੈ ਕੇ 1799 ਦੇ ਦੌਰਾਨ ਸਿੱਖਾਂ ਨੇ ਵੀ ਸ਼ੁਰੂ ਕੀਤਾ, ਤੇ ਉਹ ਤੰਤਰ ਸ਼ੁਰੂ ਹੋਇਆ ਸਿੱਖ ਮਿਸਲਾਂ ਦੁਆਰਾ। ਸੋ ਰਾਖੀ ਪ੍ਰਣਾਲੀ ਬਾਰੇ ਜੇ ਗੱਲ ਕਹੀ ਜਾਵੇ, ਸਿੱਖ ਮੀਰ ਮਨੂ ਦੀ ਡੈਥ ਤੋਂ ਬਾਅਦ ਪਿੰਡਾਂ ਦੇ ਵਿੱਚ ਲੋਕ ਅਰਾਜਕਤਾ ਬਹੁਤ ਫੈਲ ਗਈ ਸੀ, ਲੋਕ ਘਬਰਾਉਣ ਲੱਗ ਪਏ ਸੀ, ਲੋਕਾਂ ਨੂੰ ਆਪਣੀ ਸੁਰੱਖਿਆ, ਆਪਣੀ ਸਿਕਿਉਰਿਟੀ ਤੇ ਸੇਫਟੀ ਜਿਹੜੀ ਸੀ ਉਹ ਖਤਰੇ 'ਚ ਲੱਗਣ ਲੱਗ ਪਈ। ਫਿਰ ਸਿੱਖ ਮਿਸਲਾਂ ਨੇ ਗਰੰਟੀਆਂ ਲੈਣੀਆਂ ਸ਼ੁਰੂ ਕੀਤੀਆਂ। ਸੋ ਉਸੇ ਗਰੰਟੀ 'ਚੋਂ ਹੀ ਸ਼ੁਰੂ ਤੰਤਰ ਨਿਕਲ ਕੇ ਆਇਆ ਕਿਹੜਾ, ਰਾਖੀ ਪ੍ਰਣਾਲੀ। ਰਾਖੀ ਦਾ ਮਤਲਬ ਸਿਕਿਉਰਿਟੀ ਦੇਣੀ ਕਿਸੇ ਨੂੰ। ਸੋ ਇਹ ਰਾਖੀ ਪ੍ਰਣਾਲੀ ਦਾ ਕਨਸੈਪਟ ਵੀ ਇਹਨਾਂ ਮਿਸਲਾਂ ਦੇ ਦੌਰ ਦੇ ਵਿੱਚ ਬਹੁਤ ਹਾਈਲਾਈਟਡ ਸੀ। ਇਸ ਤੋਂ ਬਾਅਦ ਆਮਦਨ ਦੇ ਹੋਰ ਸਾਧਨ ਦੇਖੋ, ਸਿੱਖ ਮਿਸਲਾਂ ਦੇ ਵੇਲੇ ਬੱਚੇ ਜੇ ਮੈਂ ਆਮਦਨ ਦੀ ਗੱਲ ਕਰੀਏ ਜਾਂ ਆਮਦਨ ਦੇ ਸਰੋਤ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਇੱਕ ਤਾਂ ਬਤਾਈ ਪ੍ਰਣਾਲੀ, ਇੱਕ ਰਾਖੀ ਪ੍ਰਣਾਲੀ, ਤੇ ਇਸ ਤੋਂ ਬਿਨਾ ਜੋ ਪਨਿਸ਼ਮੈਂਟ 'ਚ ਪੈਨਲਟੀਜ਼ ਤੋਂ ਟੈਕਸ ਇਕੱਠਾ ਕਰਦੇ ਸੀਗੇ ਉਹ ਪਾਸੇ ਸੀਗਾ। ਤੇ ਜਿੱਥੋਂ ਤੱਕ ਗੱਲ ਕਰੀਏ ਖਰਚੇ ਦੀ, ਖਰਚੇ ਦਾ ਸਭ ਤੋਂ ਵੱਡਾ ਪੈਸਾ ਇਨਵੈਸਟ ਹੁੰਦਾ ਸੀਗਾ ਫੌਜ ਦੇ ਹਥਿਆਰਾਂ ਤੇ। ਬੇਸ਼ੱਕ ਇਹਨਾਂ ਕੋਲ ਹਥਿਆਰ ਕੋਈ ਮਾਡਰਨ ਹਥਿਆਰ ਨਹੀਂ ਸੀ, ਪਰ ਫਿਰ ਵੀ ਵੈਪਨਸ ਦੀ ਲੋੜ ਸੀਗੀ ਫੌਜ ਨੂੰ ਕਿਤੇ ਨਾ ਕਿਤੇ। ਵੈਸੇ ਵੀ ਇੱਕ ਗੱਲ ਹੋਰ, ਜਿਹੜੀ ਫੌਜ ਹੁੰਦੀ ਸੀ ਨਾ, ਫੌਜ ਨੂੰ ਤਨਖਾਹ ਨਹੀਂ ਸੀ ਮਿਲਦੀ। ਜਦੋਂ ਇਹ ਕਿਸੇ ਵੀ ਫੌਜ ਤੇ ਹਮਲਾ ਕਰਦੇ ਸੀ, ਕਿਸੇ ਇਲਾਕੇ ਤੇ ਹਮਲਾ ਕਰਦੇ ਸੀ, ਉਹ 'ਚੋਂ ਜੋ ਲੜਾਈ 'ਚੋਂ ਜੋ ਲੁੱਟ ਖੋਹ ਹੁੰਦੀ ਸੀ, ਉਹਦਾ ਇੱਕ ਹਿੱਸਾ ਫੌਜੀਆਂ ਨੂੰ ਮਿਲ ਜਾਂਦਾ ਸੀ। ਕਿਉਂਕਿ ਕੋਈ ਪ੍ਰੋਫੈਸ਼ਨਲ ਆਰਮੀ ਤਾਂ ਹੈ ਹੀ ਨਹੀਂ ਸੀ ਇਹਨਾਂ ਕੋਲ, ਨਾ ਹੀ ਇਹਨਾਂ ਨੇ ਕਦੀ ਟ੍ਰੇਨਿੰਗ ਦਿੱਤੀ ਸੀ। ਕੋਈ ਵੀ ਇਹਨਾਂ ਦੀ ਆਰਮੀ 'ਚ ਕਦੋਂ ਮਰਜ਼ੀ ਜੁਆਇਨ ਕਰ ਸਕਦਾ ਸੀ। ਇਹ ਇੱਕ ਗੱਲ ਮੰਨਦੇ ਆ ਕਿ ਡਿਸਿਪਲਿਨ ਦੀ ਬਹੁਤ ਕਮੀ ਸੀ। ਇਹ ਗੱਲ ਤਾਂ ਜਦੋਂ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਰਾਜਾ ਬਣਦਾ ਨਾ, ਉਹਨੂੰ ਵੀ ਮਹਿਸੂਸ ਹੋਈ। ਇਸੇ ਹੀ ਚਿੰਤਾ ਦੇ ਵਿੱਚ ਫਿਰ ਉਹਨੇ ਆਪਣੀ ਫੌਜ ਦੇ ਵਿੱਚ ਯੂਰੋਪੀਅਨਸ ਭਰਤੀ ਕੀਤੇ ਸੀ। ਮਤਲਬ ਜਿਹੜੇ ਯੂਰੋਪੀਅਨ ਸੀਗੇ, ਉਹਨਾਂ ਦਾ ਸਿੱਖਾਂ ਦੇ ਵਿੱਚ ਫੌਜ ਦੇ ਵਿੱਚ ਸ਼ਾਮਲ ਹੋਣ ਦਾ ਮੇਨ ਕਾਰਨ ਇਹੀ ਮੰਨਿਆ ਜਾਂਦਾ ਹੈ। ਉਮੀਦ ਕਰਦਾ ਕਿ ਇਹ ਗੱਲ ਕਲੀਅਰ ਹੋ ਗਈ ਹੋਊਗੀ। ਉਹਨਾਂ ਦੇ ਖਰਚਿਆਂ ਬਾਰੇ ਆਪਾਂ ਡਿਸਕਸ ਕੀਤਾ। ਜਸਟਿਸ ਸਿਸਟਮ ਦੀ ਗੱਲ ਕਰਦੇ ਹਾਂ ਆਪਾਂ ਬੱਚੇ। ਜਸਟਿਸ ਸਿਸਟਮ ਬਾਰੇ ਆਲਮੋਸਟ ਮੈਂ ਕਹਿਤਾ ਕਿ ਸਭ ਤੋਂ ਪਹਿਲਾਂ ਨਿਆਂ ਦੀ ਜਿਹੜੀ ਸਭ ਤੋਂ ਪਹਿਲੀ ਗੁਹਾਰ ਸੀ ਉਹ ਪਿੰਡ ਦੀ ਪੰਚਾਇਤ 'ਚ ਲੱਗਦੀ ਸੀ। ਤੇ ਪਿੰਡ ਦੀ ਪੰਚਾਇਤ ਦੀ ਪਾਵਰ ਇੰਨੀ ਸੀ ਕਿ ਤਕਰੀਬਨ ਮਿਸਲ ਦੇ ਸਰਦਾਰ ਤੱਕ ਉਹੀ ਫੈਸਲਾ ਚੱਲਦਾ ਸੀਗਾ। ਮਿਸਲ ਦਾ ਸਰਦਾਰ ਕਦੇ ਵੀ ਕੋਈ ਇੰਟਰਫੇਰੈਂਸ ਨਹੀਂ ਸੀ ਕਰਦਾ। ਉਸ ਤੋਂ ਬਾਅਦ ਜਿਹੜਾ ਮਿਸਲ ਦਾ ਸਰਦਾਰ ਹੁੰਦਾ ਸੀ, ਉਹਦੀ ਕੋਰਟ 'ਚ ਫੈਸਲਾ ਹੁੰਦਾ ਸੀ। ਤੇ ਜੇ ਕਿਤੇ ਮਿਸਲਾਂ 'ਚ ਹੀ ਆਪਸ 'ਚ ਲੜਾਈ ਹੋ ਗਈ, ਫਿਰ ਫੈਸਲਾ ਹੁੰਦਾ ਸੀਗਾ ਕਿੱਥੇ ਭਲਾ, ਜਦੋਂ ਦੀਵਾਲੀ ਤੇ ਵਿਸਾਖੀ ਤੇ ਮਿਲਦੇ ਸੀ ਤੇ ਕਿਹੜਾ ਮਤਾ ਪੈਂਦਾ ਸੀ, ਗੁਰਮਤਾ ਪੈਂਦਾ ਸੀ। ਇਹ 3 ਤਰੀਕੇ ਸੀਗੇ ਜਿਹੜੇ ਮੇਨ ਗੁਰਮਤੇ। ਫਿਰ ਉਸ ਤੋਂ ਬਾਅਦ ਗੱਲ ਕਰੀਏ ਪਨਿਸ਼ਮੈਂਟਸ ਦੀ। ਵੈਸੇ ਤਾਂ ਪਨਿਸ਼ਮੈਂਟਸ ਬਹੁਤ ਘੱਟ ਸੀਗੀਆਂ। ਪਨਿਸ਼ਮੈਂਟਸ ਨੂੰ ਜ਼ਿਆਦਾਤਰ ਪੈਨਲਟੀਜ਼ 'ਚ ਕਨਵਰਟ ਕਰ ਦਿੱਤਾ ਗਿਆ ਸੀ ਤਾਂ ਕਿ ਰੈਵਨਿਊ ਜਨਰੇਟ ਕੀਤਾ ਜਾਵੇ। ਪਰ ਵਾਰ-ਵਾਰ ਗਲਤੀ ਕਰਨ ਤੇ ਤੁਹਾਡੇ ਬੋਡੀ ਪਾਰਟ ਨੂੰ ਕੱਟ ਕਰਨ ਤੱਕ ਦੀ ਜਿਹੜੀ ਉਹ ਸੀਗੀ ਪਾਵਰ ਸੀਗੀ ਉਸ ਵੇਲੇ ਸੀਗੀ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਉਸ ਵੇਲੇ ਦੇ ਮਿਲਟਰੀ ਐਡਮਿਨਿਸਟ੍ਰੇਸ਼ਨ ਦੀ, ਕਿ ਮਿਲਟਰੀ ਐਡਮਿਨਿਸਟ੍ਰੇਸ਼ਨ ਕਿਵੇਂ ਦਾ ਸੀ। ਦੇਖੋ, ਪਹਿਲੀ ਗੱਲ ਬੱਚੇ, ਉਸ ਵੇਲੇ 2-3 ਤਰੀਕੇ ਦੀ ਸੈਨਾ ਹੁੰਦੀ ਹੈ ਸਾਡੀ। ਆਰਟਲਰੀ ਹੋ ਗਈ, ਇਨਫੈਂਟਰੀ ਹੋ ਗਈ, ਕੈਵਲਰੀ ਹੋ ਗਈ। ਠੀਕ ਹੈ। ਇਨਫੈਂਟਰੀ ਦਾ ਮਤਲਬ ਹੋ ਗਿਆ ਪੈਦਲ ਸੈਨਿਕ। ਉਸ ਵੇਲੇ ਪੈਦਲ ਸੈਨਿਕਾਂ ਦੀ ਰੈਲੀਵੈਂਸ ਹੈ ਹੀ ਨਹੀਂ ਸੀ। ਉਹਦਾ ਇੱਕ ਕਾਰਨ ਆ, ਤੁਹਾਡੀ ਫੌਜ ਗਿਣਤੀ 'ਚ ਬਹੁਤ ਥੋੜੀ ਹੈ।
ਤਾਂ ਸਾਹਮਣੇ ਵਾਲੇ ਦੇ ਨਾਲ ਲੜਨ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਆ ਫੁਰਤੀ। ਪੈਦਲ ਸੈਨਾ ਉਨੀ ਫੁਰਤੀ ਨਾਲ ਨਹੀਂ ਲੜ ਸਕਦੀ, ਕਿਉਂਕਿ ਹਮਲਾ ਕਰਨ ਤੋਂ ਬਾਅਦ ਭੱਜਣਾ ਵੀ ਉਨਾ ਜ਼ਰੂਰੀ ਆ, ਬਿਕੋਜ਼ ਗਿਣਤੀ 'ਚ ਬਹੁਤ ਥੋੜੇ ਹੋਣ ਕਰਕੇ ਤੁਹਾਡਾ ਨੁਕਸਾਨ ਜ਼ਿਆਦਾ ਹੋਊਗਾ। ਇਸ ਕਰਕੇ ਕੈਵਲਰੀ ਘੋੜਸਵਾਰ ਜਿਹੜੇ ਸੀਗੇ ਉਹਨਾਂ ਦੀ ਇੰਪੋਰਟੈਂਸ ਬਹੁਤ ਸੀ। ਮੰਨਿਆ ਜਾਂਦਾ ਹੈ ਕਿ ਜਿੰਨਾ ਰੈਵਨਿਊ ਇਕੱਠਾ ਹੁੰਦਾ ਸੀ ਉਹਦਾ ਬਹੁਤ ਵੱਡਾ ਹਿੱਸਾ ਤਾਂ ਘੋੜੇ ਖਰੀਦਣ ਤੇ ਲੱਗ ਜਾਂਦਾ ਸੀ ਕਿ ਵੱਧ ਤੋਂ ਵੱਧ ਅਰਬੀ ਤੇ ਹੋਰ ਅੱਛੀ ਨਸਲ ਦੇ ਘੋੜੇ ਖਰੀਦੇ ਜਾਣ। ਵੈਪਨਸ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ, ਬਿਕੋਜ਼ ਵੈਪਨਸ ਦੇ ਐਕਸਪਰਟ ਤਾਂ ਹੈ ਹੀ ਨਹੀਂ ਸੀ। ਘੋੜਿਆਂ ਤੇ ਜ਼ਿਆਦਾ ਸੀਗਾ, ਕਿਉਂਕਿ ਬਹੁਤ ਫੁਰਤੀ ਨਾਲ ਕਿਸੇ ਤੇ ਆ ਕੇ ਹਮਲਾ ਕਰਨਾ ਹੈ ਤੇ ਬਹੁਤ ਫੁਰਤੀ ਨਾਲ ਗਾਇਬ ਹੋਣਾ ਹੈ। ਸੋ ਇਨਫੈਂਟਰੀ ਤੇ ਪੈਦਲ ਸਵਾਰਾਂ ਤੇ ਕਦੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ਮਿਲਟਰੀ ਐਡਮਿਨਿਸਟ੍ਰੇਸ਼ਨ 'ਚ ਸਭ ਤੋਂ ਵੱਧ ਇੰਪੋਰਟੈਂਸ ਦਿੱਤੀ ਗਈ ਕਿਹਨਾਂ ਨੂੰ ਭਲਾ? ਘੋੜਸਵਾਰਾਂ ਨੂੰ। ਸੋ ਕੈਵਲਰੀ ਜਿਹੜੀ ਸੀ ਉਹ ਸਭ ਤੋਂ ਇੰਪੋਰਟੈਂਟ ਸੀ। ਮੀਨਸ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ ਘੋੜਸਵਾਰ ਜਿਹੜੇ ਸੀਗੇ ਉਹ ਤਕਰੀਬਨ ਇੱਕ ਦਿਨ 'ਚ 200 ਕਿਲੋਮੀਟਰ ਤੱਕ ਦਾ ਸਫ਼ਰ ਕਰ ਲੈਂਦੇ ਸੀਗੇ। ਸੋ ਘੋੜਸਵਾਰਾਂ ਦੀ ਕਾਬਲੀਅਤ ਜਾਂ ਉਹਨਾਂ ਦਾ ਪੋਟੈਂਸ਼ੀਅਲ ਕਿੰਨਾ ਜ਼ਿਆਦਾ ਸੀ। ਤੇ ਓਬਵੀਅਸ ਜੀ ਗੱਲ ਆ, ਗੁਰੀਲਾ ਵਾਰਫੇਅਰ ਦੀ ਟੈਕਨੀਕ 'ਚ ਸਭ ਤੋਂ ਵੱਡੀ ਚੀਜ਼ ਹੀ ਕੀ ਆ ਭਲਾ? ਘੋੜਾ। ਜੇ ਘੋੜਾ ਹੀ ਤੁਹਾਡਾ ਮਜ਼ਬੂਤ ਨਹੀਂਗਾ, ਤੁਸੀਂ ਜਿੰਨਾ ਮਰਜ਼ੀ ਲੜਨ ਦੀ ਕੋਸ਼ਿਸ਼ ਕਰ ਲਓ, ਜੇ ਤੁਸੀਂ 5 ਜਾਣਿਆਂ ਦੇ ਵਿੱਚ ਘੇਰੇ ਗਏ ਤਾਂ ਤੁਹਾਡੇ ਵੈਪਨਸ ਤੇ ਤੁਹਾਡੀ ਬਹਾਦਰੀ ਕੁਝ ਨਹੀਂ ਕਰ ਸਕਦੀ। 5 ਜਾਣਿਆਂ 'ਚ ਘੇਰੇ ਗਏ ਤਾਂ ਇੱਕੋ ਹੀ ਚੀਜ਼ ਬਚਾ ਸਕਦੀ ਹੈ, ਘੋੜਾ। ਸੋ ਇਸ ਕਰਕੇ ਸਭ ਤੋਂ ਵੱਧ ਫੋਕਸ ਜਿਹੜਾ ਸੀਗਾ ਉਹ ਘੋੜਸਵਾਰੀ ਤੇ ਕੀਤਾ ਗਿਆ। ਇਨਫੈਂਟਰੀ ਫੁੱਟ ਸੋਲਜਰਸ, ਇਹਦਾ ਰੋਲ ਨਹੀਂ ਸੀਗਾ। ਇਹਦਾ ਰੋਲ ਪਤਾ ਕਦੋਂ ਵਧਿਆ? ਜਦੋਂ ਤੁਸੀਂ ਕਿਲਿਆਂ ਤੇ ਕਬਜ਼ਾ ਕਰੋਗੇ, ਜਦੋਂ ਤੁਹਾਡੇ ਅੰਡਰ ਵੱਡੇ ਵੱਡੇ ਕਿਲੇ ਹੋਣਗੇ, ਤੁਹਾਨੂੰ ਆਪਣੀ ਫੌਜ ਨੂੰ ਬਾਉਂਡਰੀ ਤੇ ਸੁਰੱਖਿਆ ਦੀ ਲੋੜ ਪਊਗੀ। ਰਣਜੀਤ ਸਿੰਘ ਦੇ ਵੇਲੇ ਆ ਕੇ ਇਨਫੈਂਟਰੀ ਦੀ ਇੰਪੋਰਟੈਂਸ ਮਹਿਸੂਸ ਹੋਈ ਆ। ਅਦਰਵਾਈਜ਼ ਕਿਉਂਕਿ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਲੁੱਟਾਂ ਖੋਹਾਂ ਕਰਕੇ ਜਾਂ ਇੱਕ ਲੜਾਈ ਕਰਕੇ ਹਮਲਾ ਕਰਕੇ ਤੁਹਾਡੀ ਗਿਣਤੀ ਬਹੁਤ ਥੋੜੀ ਆ, ਦੂਜਾ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਡਾ ਇਤਿਹਾਸ ਐਵੇਂ ਦਾ ਰਿਹਾ ਹੈ ਕਿ ਪਿਛਲੇ 70 ਸਾਲਾਂ ਤੋਂ ਤੁਹਾਨੂੰ ਜੰਗਲਾਂ 'ਚ ਰਹਿਣ ਲਈ ਮਜਬੂਰ ਕੀਤਾ ਗਿਆ। ਤੁਸੀਂ ਗੁਰੀਲਾ ਵਾਰਫੇਅਰ ਮਜਬੂਰੀ 'ਚ ਸਿੱਖਿਆ ਜਾ ਕੇ, ਤਾਂ ਓਬਵੀਅਸ ਜੀ ਗੱਲ ਆ ਉਸ ਵੇਲੇ ਇਨਫੈਂਟਰੀ ਦੀ ਰੈਲੀਵੈਂਸ ਰਹਿ ਨਹੀਂ ਜਾਂਦੀ। ਠੀਕ ਆ ਨਾ? ਪੈਦਲ ਜਿਹੜੇ ਫੌਜ ਆ ਉਹਦੀ ਇੰਪੋਰਟੈਂਸ ਰਹਿ ਨਹੀਂ ਜਾਂਦੀ। ਜਿੱਥੋਂ ਤੱਕ ਗੱਲ ਆਰਟਲਰੀ ਦੀ ਕਰੀਏ ਤਾਂ ਮੰਨਿਆ ਜਾਂਦਾ ਸੀਗਾ ਕਿ ਪਹਿਲੀ ਗੱਲ ਨਾ ਬਰਾਬਰ ਬੰਦੂਕਾਂ ਸੀ ਇਹਨਾਂ ਕੋਲ। ਠੀਕ ਆ? ਜ਼ਿਆਦਾਤਰ ਇਹਨਾਂ ਦੇ ਜਿਹੜੇ ਉਹ ਸੀ ਵੈਪਨ ਸੀਗੇ ਉਹ ਨੇਜੇ ਤਲਵਾਰਾਂ ਸੀਗੇ, ਉਹ ਵੀ ਲਾਈਟ, ਜਿਨ੍ਹਾਂ ਨੂੰ ਘੋੜੇ ਤੇ ਬਹਿ ਕੇ ਆਸਾਨੀ ਨਾਲ ਘੁਮਾਇਆ ਜਾ ਸਕੇ। ਤੋਪਾਂ ਤਾਂ ਨਾ ਦੇ ਬਰਾਬਰ ਸੀ। ਹਾਂ, ਜਦੋਂ ਇਹਨਾਂ ਨੇ ਲਾਸਟ 'ਚ ਜਾ ਕੇ 1760 ਤੋਂ ਬਾਅਦ ਅਫਗਾਨਾਂ ਨੂੰ ਹਰਾਉਣਾ ਸ਼ੁਰੂ ਕੀਤਾ, ਜਦੋਂ ਸਿੱਖਾਂ ਨੇ ਅਫਗਾਨਾਂ ਨੂੰ ਹਰਾਉਣਾ ਸ਼ੁਰੂ ਕੀਤਾ, ਤਾਂ ਉਸ ਵੇਲੇ ਮਤਲਬ ਕਿ ਜਿਹੜਾ ਸੀਗਾ ਉਸ ਵੇਲੇ ਇਹਨਾਂ ਕੋਲ ਕੁਛ ਕੁ ਤੋਪਾਂ ਦੂਜਿਆਂ ਦੀਆਂ ਆਈਆਂ। ਅਦਰਵਾਈਜ਼ ਇਹਨਾਂ ਕੋਲ ਤੋਪਾਂ ਆਲਮੋਸਟ ਨਹੀਂ ਸੀ ਹੈਗੀਆਂ ਸ਼ੁਰੂ 'ਚ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਰਿਕਰੂਟਮੈਂਟ ਐਂਡ ਸੈਲਰੀ ਦੀ, ਠੀਕ ਆ, ਤਾਂ ਪਹਿਲੀ ਗੱਲ ਕੋਈ ਪਰਮਾਨੈਂਟ ਆਰਮੀ ਨਹੀਂ ਸੀ। ਕਿਸੇ ਮਿਸਲ ਕੋਲ ਵੀ ਆਪਣੀ ਕੋਈ ਪਰਮਾਨੈਂਟ ਆਰਮੀ ਨਹੀਂ ਸੀਗੀ। ਕੋਈ ਵੀ ਬੰਦਾ ਕਦੇ ਵੀ ਆਰਮੀ ਜੁਆਇਨ ਕਰ ਸਕਦਾ ਸੀ, ਕਿਸੇ ਦੀ ਕੋਈ ਟ੍ਰੇਨਿੰਗ ਨਹੀਂ ਸੀ ਹੁੰਦੀ, ਕਿਸੇ ਨੂੰ ਪਰਮਾਨੈਂਟ ਜਾਂ ਫਿਕਸ ਸੈਲਰੀ ਨਹੀਂ ਸੀ ਮਿਲਦੀ। ਜੋ ਵਾਰ ਬੂਟੀ ਸੀ, ਜੋ ਲੁੱਟ ਖੋਹ ਦਾ ਸਮਾਨ ਹੁੰਦਾ ਸੀ, ਜਦੋਂ ਕਿਸੇ ਜਗ੍ਹਾ ਤੇ ਹਮਲਾ ਹੁੰਦਾ ਸੀ, ਉਹਦਾ ਕੁਝ ਪਰਸੈਂਟ ਫੌਜ ਦੇ ਵਿੱਚ ਵੰਡਿਆ ਜਾਂਦਾ ਸੀ। ਉਹਦਾ ਹੀ ਸ਼ੇਅਰ ਜੋ ਤੁਹਾਡੇ ਹਿੱਸੇ ਆਉਂਦਾ ਉਹ ਆਉਂਦਾ ਸੀਗਾ। ਕਿਤੇ ਕੋਈ ਐਕਸਪਰਟਿਜ਼ ਤੁਹਾਡੇ ਕੋਲ ਨਹੀਂ ਸੀ ਹੁੰਦੀ। ਸੋ ਇਹ ਕਮੀਆਂ ਨੇ ਉਸ ਵੇਲੇ ਦੀ ਫੌਜ ਦੀਆਂ, ਜਿਨ੍ਹਾਂ ਨੂੰ ਰਣਜੀਤ ਸਿੰਘ ਆ ਕੇ ਯੂਰੋਪੀਅਨ ਫੌਜੀਆਂ ਦੀ ਮਦਦ ਨਾਲ ਠੀਕ ਕਰਦਾ, ਕਿਉਂਕਿ ਰਣਜੀਤ ਸਿੰਘ ਆਪਣੀ ਫੌਜ ਦੇ ਵਿੱਚ ਵੱਡੇ ਪੱਧਰ ਤੇ ਫੌਜੀਆਂ ਨੂੰ ਯੂਰਪ 'ਚੋਂ ਭਰਤੀ ਕਰੂਗਾ ਤਾਂ ਕਿ ਉਹ ਆਪਣੀ ਫੌਜ ਦੇ ਵਿੱਚ ਉਹ ਡਿਸਿਪਲਿਨ ਲਿਆ ਸਕੇ। ਇਹੀ ਡਿਸਿਪਲਿਨ ਉਹ ਈਸਟ ਇੰਡੀਆ ਕੰਪਨੀ, ਜਿਹੜੀ ਭਾਰਤ 'ਚ ਅੰਗਰੇਜ਼ ਨਹੀਂ ਸੀ ਆਏ, ਉਹਨਾਂ ਦੀ ਫੌਜ 'ਚ ਜੋ ਦੇਖਦਾ ਹੁੰਦਾ ਸੀਗਾ। ਖੈਰ, ਇਹ ਉਮੀਦ ਕਰਦੇ ਹਾਂ ਕਿ ਕਨਸੈਪਟ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਆ ਵੀ ਮੈਂ ਡਿਸਕਸ ਕਰ ਲਈ ਕਿ ਟ੍ਰੇਨਿੰਗ ਦੇ ਨਾਮ ਤੇ ਇਹਨਾਂ ਕੋਲ ਬਹੁਤ ਘੱਟ ਕੁਝ ਸੀਗਾ। ਮੈਂ ਅੱਗੇ ਵੀ ਡਿਸਕਸ ਕਰ ਲਿਆ, ਵੈਪਨਸ ਹਥਿਆਰਾਂ ਦੇ ਨਾਮ ਤੇ ਵੀ ਆਲਮੋਸਟ ਕੁਝ ਨਹੀਂ ਸੀਗਾ। ਬਹੁਤ ਗਨਸ ਜਿਹੜੇ ਸੀ, ਬਹੁਤ ਹਲਕੀਆਂ ਬੰਦੂਕਾਂ ਯੂਜ਼ ਕਰਦੇ ਸੀਗੇ। ਬਸ ਇਹਨਾਂ ਕੋਲ ਆਪਣੇ ਵਾਸਤੇ ਖਾਣ ਲਈ ਗੁੜ, ਰੱਸੀ, ਕੰਬਲ, ਜੋ ਇੱਕ ਬੇਸਿਕ ਰਿਕੁਆਇਰਮੈਂਟ ਆ ਇੱਕ ਫੌਜੀ ਦੀ, ਜਿਹਦੇ ਨਾਲ ਕਿ ਉਹ ਜੇ ਲੋੜ ਪਵੇ ਤਾਂ ਜੰਗਲ 'ਚ ਰਾਤ ਕੱਟ ਸਕੇ। ਮੀਨਸ ਜਿਵੇਂ ਇੱਕ ਪ੍ਰੋਫੈਸ਼ਨਲੀ ਇੱਕ ਆਰਮੀ ਪਰਸੋਨਲ ਨੂੰ, ਇੱਕ ਫੌਜੀ ਨੂੰ ਤਿਆਰ ਹੋਣਾ ਚਾਹੀਦਾ ਹੈ, ਉਵੇਂ ਦੀ ਤਿਆਰੀ ਸਿੱਖ ਮਿਸਲਾਂ ਦੇ ਫੌਜੀਆਂ ਦੀ ਨਹੀਂ ਸੀ ਹੁੰਦੀ, ਬਿਕੋਜ਼ ਇਹਨਾਂ ਦਾ ਬੈਕਗਰਾਉਂਡ ਇਹੋ ਜਿਹਾ ਸੀਗਾ। ਤੁਸੀਂ ਆਪਣੀ ਜ਼ਿੰਦਗੀ ਦੇ ਪਿਛਲੇ 50-60 ਸਾਲ ਜੰਗਲਾਂ 'ਚੋਂ ਹੀ ਰਹਿ ਕੇ ਹਮਲਾ ਕਰਨ 'ਚ ਪ੍ਰੈਕਟਿਸ ਕੀਤੀ ਹੈ। ਸੋ ਉਹ ਸਾਰਾ ਕੁਝ, ਉਹ ਸਾਰੀਆਂ ਚੀਜ਼ਾਂ ਦਾ ਇੱਥੇ ਅਭਾਵ ਸੀਗਾ। ਮੋਡ ਆਫ ਵਾਰ, ਸੋ ਲੜਾਈ ਦਾ ਤਰੀਕਾ ਕਿਵੇਂ ਦਾ ਸੀ ਆਪਸ ਦੇ ਵਿੱਚ। ਜੇ ਅਸੀਂ ਲੜਾਈ ਦੇ ਤਰੀਕੇ ਦੀ ਗੱਲ ਕਰੀਏ, ਠੀਕ ਆ, ਜੇਕਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹਨਾਂ ਦੇ ਵੇਲੇ ਲੜਾਈ ਕਿਸ ਤਰੀਕੇ ਨਾਲ ਲੜੀ ਜਾਂਦੀ ਸੀ, ਤਾਂ ਸਿੱਖ ਮਿਸਲਾਂ ਦਾ ਜ਼ਿਆਦਾ ਇਤਿਹਾਸ ਜੇ ਅਸੀਂ
ਪਿਛੋਕੜ ਤੋਂ ਚੱਲੀਏ ਤਾਂ ਗੁਰੀਲਾ ਵਾਰਫੇਅਰ, ਕਿ ਲੁਕ ਕੇ ਹਮਲਾ ਕਰਨਾ। ਲੁਕ ਕੇ ਹਮਲਾ ਕਰਨ ਦਾ ਮਤਲਬ ਇਹ ਨਹੀਂ ਕਿ ਡਰਪੋਕ ਹੋ ਤੁਸੀਂ, ਲੁਕ ਕੇ ਹਮਲਾ ਕਰਨ ਦਾ ਮਤਲਬ ਇਹ ਆ ਕਿ ਤੁਹਾਡੀ ਗਿਣਤੀ ਬਹੁਤ ਥੋੜੀ ਆ, ਹਮਲਾ ਕਰੋ ਤੇ ਭੱਜੋ। ਇਹ ਬੇਸਿਕਲੀ ਟੈਕਨੀਕ ਸੀਗੀ ਉਸ ਵੇਲੇ, ਜੋ ਇਹ ਮਾਰੋ ਤੇ ਭੱਜੋ ਵਾਲੀ ਟੈਕਨੀਕ ਜਿਹੜੀ ਉਸ ਵੇਲੇ ਯੂਜ਼ ਕੀਤੀ ਜਾਂਦੀ ਸੀ, ਤੇ ਉਹ ਇੱਕ ਆਜ਼ਾਦ ਕੀਤੀ ਹੋਈ ਚੀਜ਼ ਸੀ ਹਾਲਾਤਾਂ ਚੋਂ। ਇਹ ਨਹੀਂ ਕਿ ਤੁਸੀਂ ਡਰਪੋਕ ਸੀ ਤਾਂ ਤੁਸੀਂ ਲੁਕ ਕੇ ਹਮਲਾ ਕਰਦੇ ਸੀ। ਜਦੋਂ ਸਾਹਮਣੇ ਵਾਲੇ ਪਾਸੇ 1000 ਜਾਣੇ ਦੀ ਟੁਕੜੀ ਆ ਤੇ ਤੁਸੀਂ ਗਿਣਤੀ ਦੇ 100 ਵੀ ਪੂਰੇ ਨਹੀਂ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸਾਹਮਣੇ ਦੀ ਲੜਾਈ 'ਚ ਕਦੀ ਜਿੱਤ ਪਾਓਗੇ। ਤੇ ਮੂਰਖਤਾ ਹੋਊਗੀ ਜੇ ਤੁਸੀਂ ਸਾਹਮਣੇ ਕਿਸੇ ਨਾਲ ਲੜੋਗੇ, ਬਿਕੋਜ਼ ਤੁਸੀਂ ਫਿਰ ਦੂਜੀ ਵਾਰ ਲੜਨ ਜੋਗੇ ਰਹੋਗੇ ਹੀ ਨਹੀਂ। ਸੋ ਇਹ ਇੱਕ ਉਹ ਕਾਰਨ ਸੀਗਾ। ਸੋ ਇਹ ਆਪਾਂ ਉਮੀਦ ਆ ਕਿ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਸਿੱਖ ਮਿਸਲਾਂ ਦਾ ਆਪਸੀ ਰਿਲੇਸ਼ਨ, ਦੇਖੋ ਬਹੁਤ ਸਿੰਪਲ ਜੀ ਗੱਲ ਆ। ਸਿੱਖ ਮਿਸਲਾਂ ਦੇ ਆਪਸੀ ਰਿਲੇਸ਼ਨ ਬਾਰੇ ਤਾਂ ਮੈਂ ਬੜੀ ਕਲੀਅਰ ਗੱਲ ਪਹਿਲਾਂ ਹੀ ਕਰਤੀ ਕਿ ਇੱਕ ਟਰਮ ਸੀ ਗੁਰੂ ਮਤਾ, ਜਿਹੜੀ ਇਹਨਾਂ ਨੂੰ ਆਪਸ 'ਚ ਸਾਰਿਆਂ ਨੂੰ ਰਿਲੇਟ ਕਰਦੀ ਸੀ। ਸਿੱਖ ਮਿਸਲਾਂ ਆਪਸ ਦੇ ਵਿੱਚ ਬਹੁਤ ਇੱਕ ਦੂਜੇ ਨਾਲ ਬਹੁਤ ਮਾੜੇ ਰਿਲੇਸ਼ਨ ਦੇ ਵਿੱਚ ਰਹੀਆਂ। ਇਹਨਾਂ ਦੀ ਆਪਸ ਦੇ ਵਿੱਚ ਲੜਾਈਆਂ ਦਾ ਸਮਝੋ ਕਨਸੈਪਟ, ਕਿ ਤੁਸੀਂ ਇੱਕ ਜਸਟ ਐਗਜ਼ਾਮਪਲ ਦਿੰਦਾ ਮੈਂ, ਕਿ ਸ਼ੁਕਰ ਚੱਕੀਆ ਮਿਸਲ ਦਾ ਮਹਾਂ ਸਿੰਘ, ਆਲੂਵਾਲੀਆ ਮਿਸਲ ਜੱਸਾ ਸਿੰਘ ਆਲੂਵਾਲੀਆ, ਸ਼ੁਕਰ ਚੱਕੀਆ ਮਿਸਲ ਦਾ ਮਹਾਂ ਸਿੰਘ ਮਿਲ ਕੇ, ਜੱਸਾ ਸਿੰਘ ਰਾਮਗੜੀਆ ਮਿਲ ਕੇ ਜੈ ਸਿੰਘ ਘਨਈਆ ਦੇ ਖਿਲਾਫ ਲੜ ਰਹੇ ਆ, ਤੇ ਜੈ ਸਿੰਘ ਘਨਈਆ ਦੇ ਬੇਟੇ ਦੀ ਮੌਤ ਹੋ ਜਾਂਦੀ ਹੈ। ਸੋ ਮਿਸਲਾਂ ਆਪਸ 'ਚ ਕਤਲੋ ਗਰਾਤ 'ਚ ਇਨਵੋਲਵਡ ਸੀਗੀਆਂ। ਇੱਕ ਦੂਜੇ ਨਾਲ ਲੜਾਈ ਜਿਹੜੀ ਸੀ ਉਹ ਇਹਨਾਂ ਦੀ ਲਗਾਤਾਰ ਚੱਲ ਰਹੀ ਸੀ। ਪਰਿਵਾਰਾਂ ਦੇ ਕਤਲ ਹੋ ਜਾਂਦੇ ਸੀ। ਪਰ ਹਾਂ, ਜਦੋਂ ਵੀ ਤੁਹਾਡੇ ਤੇ ਕੋਈ ਬਾਹਰੋਂ ਆਫਤ ਆਈ ਹੈ, ਜਿਵੇਂ 1761 5 ਫਰਵਰੀ ਨੂੰ ਵੱਡਾ ਘੱਲੂਘਾਰਾ, ਉਸ ਤੋਂ ਬਾਅਦ ਵੀ 1761 ਦੇ ਵਿੱਚ ਲਾਹੌਰ ਦੀ ਲੜਾਈ, 1764 ਸਰਹੰਦ ਦੀ ਲੜਾਈ, 1765 ਲਾਹੌਰ ਦੀ ਫੇਰ ਲੜਾਈ, 1762 1761 ਸਿਆਲਕੋਟ ਦੀ ਲੜਾਈ, 1762 ਹਰਨੌਲਗੜ੍ਹ ਦੀ ਲੜਾਈ। ਇਹ ਬਹੁਤ ਸਾਰੀਆਂ ਲੜਾਈਆਂ ਨੇ ਜਿਹੜੀਆਂ ਸਿੱਖ ਮਿਸਲਾਂ ਨੇ ਇਕੱਠੇ ਹੋ ਕੇ ਲੜੀਆਂ। ਇਟ ਮੀਨਸ ਸਿੱਖ ਮਿਸਲਾਂ ਦੀ ਇੱਕ ਖਾਸੀਅਤ ਜ਼ਰੂਰ ਰਹੀ ਹੈ ਕਿ ਗੁਰੂ ਮਤੇ ਨੂੰ ਕਦੇ ਵੀ ਇਗਨੋਰ ਨਹੀਂ ਕੀਤਾ ਗਿਆ। ਅਦਰਵਾਈਜ਼ ਇਹਨਾਂ ਦੇ ਵਿੱਚ ਜਿਹੜੇ ਆਪਸੀ ਰਿਲੇਸ਼ਨ ਸੀਗੇ ਉਹ ਕਿਤੇ ਨਾ ਕਿਤੇ ਬਹੁਤ ਖਟਾਸ ਵਾਲੇ ਜ਼ਰੂਰ ਰਹੇ ਸੀਗੇ, ਠੀਕ ਹੈ। ਸੋ ਕੁੱਲ ਮਿਲਾ ਕੇ ਸਿੱਖ ਮਿਸਲਾਂ ਦਾ ਜਿਹੜਾ ਇਤਿਹਾਸ ਆ ਉਹ ਆਪਾਂ ਡਿਸਕਸ ਕੀਤਾ। ਅੱਗੇ ਬੱਚੇ ਕੁਝ ਖਾਸ ਹੈ ਹੀ ਨਹੀਂ, ਇਹ ਥੋੜਾ ਜਿਹਾ ਨਾ ਸਟਾਰਟਿੰਗ ਵਾਲਾ ਜਿਹੜਾ ਟੌਪਿਕ ਸੀਗਾ ਉਹ ਵੈਸੇ ਹੀ ਵਿੱਚ ਐਡ ਹੋ ਗਿਆ। ਅਦਰਵਾਈਜ਼ ਆਹ ਚੀਜ਼ ਮੈਂ ਆਲਰੇਡੀ ਤੁਹਾਨੂੰ ਸਮਝਾਈ ਆ ਕਿ ਸਿੱਖ ਮਿਸਲਾਂ ਦੀ ਬੈਕਗਰਾਉਂਡ ਆ ਗਈ ਇੱਥੇ। ਇਹ ਅਸਲ 'ਚ ਨਾ ਟੌਪਿਕ ਜਿਹੜਾ ਥੱਲੇ ਇਹ ਕਰਾਇਆ ਹੈ ਇਹ ਬਿਲਕੁਲ ਉੱਪਰ ਲੱਗਣਾ ਚਾਹੀਦਾ ਸੀਗਾ। ਸਿੱਖ ਜਥੇ, ਇਹਦੇ 'ਚ ਬੇਸਿਕਲੀ ਕੀ ਆ ਕਿ 1733 'ਚ ਜਦੋਂ ਜ਼ਕਰੀਆ ਖਾਨ ਸਿੱਖਾਂ ਨੂੰ ਆਫਰ ਕਰਦਾ ਹੈ ਕਿ ਆਪਾਂ ਸਮਝੌਤਾ ਕਰ ਲਈਏ, ਤੇ ਕਪੂਰ ਸਿੰਘ ਨੂੰ ਨਵਾਬ ਦੀ ਉਪਾਧੀ ਦਿੰਦਾ ਹੈ ਤੇ ਸਿੱਖ ਮੰਨ ਜਾਂਦੇ ਆ। ਪਰ ਉਸੇ ਦੌਰਾਨ ਸਿੱਖਾਂ ਨੂੰ ਇਹ ਵੀ ਸੀ ਕਿ ਅਸੀਂ ਆਪਣੀ ਸੁਰੱਖਿਆ ਵੀ ਸ਼ੋਰ ਕਰੀਏ। ਸਿੱਖਾਂ ਨੇ 2 ਦਲ ਬਣਾਏ, ਇੱਕ ਬੁੱਢਾ ਦਲ, ਇੱਕ ਤਰੁਣਾ ਦਲ। ਅੱਗੇ ਜਾ ਕੇ ਮੈਂ ਦੱਸਿਆ ਕਿ ਜਿਹੜੇ ਮੇਨ 40 ਸਾਲ ਤੋਂ ਉੱਪਰ ਵਾਲੇ ਤੇ 40 ਸਾਲ ਤੋਂ ਛੋਟੇ ਵਾਲੇ, ਤੇ ਜਥਿਆਂ ਦੇ ਵਿੱਚ 1300 ਤੋਂ ਲੈ ਕੇ 2000 ਤੱਕ ਸਿੱਖ ਫਾਈਟਰਸ ਹੁੰਦੇ ਸੀ। ਜਿਹੜੇ 5 ਜਥੇ ਉਸ ਵੇਲੇ ਬਹੁਤ ਫੇਮਸ ਹੋਏ, ਜਿਹੜੇ ਤਰੁਣਾ ਦਲ ਦੇ ਜਥੇ ਜਿਹੜੇ ਸੀ ਉਹ ਅੱਗੇ ਵੰਡੇ ਗਏ। ਹਾਂਜੀ ਹਾਂ, ਬੇਸਿਕਲੀ ਉਹਦਾ ਟਾਈਟਲ ਸੀਗਾ ਨਾ ਜਿਹੜਾ ਉਹਨੂੰ ਅਹਿਮਦ ਸ਼ਾਹ ਅਬਦਾਲੀ ਦੇ ਕੇ ਗਿਆ ਸੀਗਾ, ਠੀਕ ਹੈ। ਸੋ ਜਿਹੜੇ ਉਸ ਵੇਲੇ ਜਥੇ ਸੀਗੇ ਉਹਨਾਂ ਜਥਿਆਂ ਦੇ ਜਥੇਦਾਰਾਂ ਦੇ ਨਾਮ ਮੈਂ ਦੱਸੇ ਹੋਏ ਆ ਕਿ ਕਿਵੇਂ ਫਿਰ ਇਹੀ ਜਥੇ ਅੱਗੇ ਜਾ ਕੇ ਕੀ ਬਣ ਜਾਂਦੇ ਆ, ਮਿਸਲਾਂ ਦਾ ਰੂਪ ਲੈ ਲੈਂਦੇ ਆ। ਲਾਸਟ 'ਚ ਇੱਕ ਛੋਟਾ ਜਿਹਾ ਟੌਪਿਕ ਆ ਬਸ ਜਿਹੜਾ ਆਪਾਂ ਕੰਪਲੀਟ ਕਰਨਾ ਹੈ, ਇਹ ਆ ਕਿ ਸਿੱਖ ਮਿਸਲਾਂ ਦੀਆਂ ਲੜਾਈਆਂ, ਠੀਕ ਹੈ। ਅਸਲ ਦੇ ਵਿੱਚ ਜਦੋਂ ਅਸੀਂ ਨਾ ਪਿਛਲੇ ਟੌਪਿਕ ਪੜ੍ਹਦੇ ਆ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਤੇ ਹਮਲੇ, ਉਦੋਂ ਹੀ ਅਸੀਂ ਸਿੱਖ ਮਿਸਲਾਂ ਦੀਆਂ ਲੜਾਈਆਂ ਕਵਰ ਕਰ ਲਈਆਂ। ਜਸਟ ਇੱਥੇ ਤਾਂ ਉਹਨਾਂ ਨੂੰ ਇੱਕ ਲਾਈਨ 'ਚ ਲਾਇਆ ਗਿਆ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂਗਾ। ਸਿੱਖ ਮਿਸਲਾਂ ਦੀਆਂ ਲੜਾਈਆਂ ਵੈਸੇ ਹੀ ਆਪਾਂ ਬਹੁਤ ਜ਼ਿਕਰ ਕਰ ਲਿਆ ਕਿ 1757 'ਚ ਸਿੱਖ ਮਿਸਲਾਂ ਦੀ ਇੱਕ ਲੜਾਈ ਸੀ ਜਿਸ 'ਚ ਬਾਬਾ ਦੀਪ ਸਿੰਘ ਸ਼ਹੀਦ ਹੁੰਦੇ ਆ। ਅੰਮ੍ਰਿਤਸਰ ਦੇ ਬਾਹਰਲੇ ਪਾਸੇ ਗੋਹਲਵੜ ਦੀ ਲੜਾਈ ਜਿਹਨੂੰ ਆਪਾਂ ਕਹਿੰਦੇ ਆ, ਸੋ ਸੇਮ ਉਹੀ ਲੜਾਈਆਂ ਦਾ ਜ਼ਿਕਰ ਇੱਥੇ ਕੀਤਾ ਹੈ। 1759 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਜਿਹੜਾ ਲਾਹੌਰ ਦਾ ਗਵਰਨਰ ਆ ਉਹਦੇ ਨਾਲ ਇੱਕ ਜ਼ਬਰਦਸਤ ਲੜਾਈ ਸਿੱਖ ਮਿਸਲਾਂ ਦੀ ਹੁੰਦੀ ਹੈ। ਉਸ ਤੋਂ ਬਾਅਦ 1761 ਦੇ ਵਿੱਚ ਸਿਆਲਕੋਟ ਦੀ ਲੜਾਈ, ਇੱਕ ਪਾਸੇ ਦੁਰਾਨੀ ਅੰਪਾਇਰ, ਇੱਕ ਪਾਸੇ ਸ਼ੁਕਰ ਚੱਕੀਆ ਮਿਸਲ ਦੀ ਲੜਾਈ। ਇਸ ਲੜਾਈ 'ਚ ਉਸ ਵੇਲੇ ਦਾ ਜਿਹੜਾ ਸਿੱਖ ਸਰਦਾਰ ਸੀ ਸ਼ੁਕਰ ਚੱਕੀਆ ਮਿਸਲ ਦਾ, ਚੜਤ ਸਿੰਘ, ਉਹ ਅਹਿਮਦ ਸ਼ਾਹ ਅਬਦਾਲੀ ਨੂੰ ਇਸ ਲੜਾਈ ਦੇ ਵਿੱਚ ਹਰਾ ਦਿੰਦਾ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਅੱਗੇ ਹੀ ਲੜਾਈ ਗੁਜਰਾਂਵਾਲਾ 'ਚ ਫੇਰ ਜਾ ਕੇ, ਬਿਲਕੁਲ ਕਹਿ ਲਓ ਕਿ ਸਿਆਲਕੋਟ ਦੇ ਨੇੜੇ ਹੀ ਅੱਗੇ ਜਾ ਕੇ ਗੁਜਰਾਂਵਾਲਾ ਤੇ ਸ਼ੁਕਰ ਚੱਕੀਆ ਮਿਸਲ ਦਾ ਗੜ੍ਹ ਸੀਗਾ।
ਸ਼ੁਕਰਚੱਕ ਪਿੰਡ ਗੁਜਰਾਂਵਾਲਾ ਦੇ ਨੇੜੇ ਹੀ ਪੈਂਦਾ ਸੀਗਾ, ਉੱਥੋਂ ਹੀ ਤਾਂ ਇਸ ਮਿਸਲ ਦਾ ਨਾਮ ਸ਼ੁਕਰਚੱਕੀਆ ਪਿਆ ਸੀ। ਸੋ ਗੁਜਰਾਂਵਾਲਾ ਬੇਸਿਕਲੀ ਇੱਥੇ ਚੜਤ ਸਿੰਘ ਜਿਹੜਾ ਸੀਗਾ ਉਹ ਫਾਈਨਲੀ ਇੱਥੇ ਵੀ ਜ਼ਬਰਦਸਤ ਸਿੱਖਾਂ ਦੀ ਉਹਦੇ ਨਾਲ ਲੜਾਈ ਹੋਈ। ਫਿਰ ਅਗਲੇ ਸਾਲ 1762 ਚ ਸਿੱਖਾਂ ਦੀਆਂ ਕਈ ਮਿਸਲਾਂ ਨੇ ਇਕੱਠੇ ਹੋ ਕੇ ਲਾਹੌਰ ਤੇ ਫਤਿਹ ਕੀਤੀ ਤੇ ਇਸ ਫਤਿਹ 'ਚ ਸਭ ਤੋਂ ਵੱਡਾ ਰੋਲ ਸੀਗਾ ਜਿਹੜਾ ਉਸ ਵੇਲੇ ਦਲ ਖਾਲਸਾ ਦਾ ਕਮਾਂਡਰ ਸੀ, ਕੀ ਨਾਮ ਸੀ? ਜੱਸਾ ਸਿੰਘ ਆਹਲੂਵਾਲੀਆ। ਤੇ ਇਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਏ-ਕੌਮ ਦਾ ਖਿਤਾਬ ਮਿਲਿਆ ਇਸ ਲੜਾਈ ਤੋਂ ਬਾਅਦ। ਫਿਰ ਉਸ ਤੋਂ ਬਾਅਦ ਸਿੱਖਾਂ ਦੀ ਅਗਲੀ ਇਤਿਹਾਸਿਕ ਲੜਾਈ ਆ 1762 ਦੇ ਵਿੱਚ ਹਰਨੌਲਗੜ੍ਹ ਦੀ ਲੜਾਈ। ਇਹ ਵੀ ਬਿਲਕੁਲ ਲਾਹੌਰ ਦੇ ਨੇੜੇ ਆ। ਇਹਦੇ 'ਚ ਵੀ ਕਈ ਮਿਸਲਾਂ ਇਕੱਠੀਆਂ ਹੋ ਕੇ ਲੜੀਆਂ, ਇਸ ਕਰਕੇ ਇਹ ਕਿਸੇ ਇੱਕ ਪਰਟੀਕੂਲਰ ਮਿਸਲ ਦੀ ਲੜਾਈ ਨਹੀਂ ਗੀ। ਇਹ ਵੀ ਲੜਾਈ ਕਿਹਦੀ ਮੰਨੀ ਜਾਊਗੀ? ਦਲ ਖਾਲਸਾ ਦੀ। ਦਲ ਖਾਲਸਾ ਦੀ ਲੜਾਈ ਮੰਨੇ ਜਾਣ ਦਾ ਮਤਲਬ ਆ ਪੂਰੇ ਦਾ ਪੂਰਾ ਦਲ ਖਾਲਸਾ ਇਸ ਲੜਾਈ ਨੂੰ ਲੜਿਆ ਹੈ। ਬੱਚੇ ਕਲੀਅਰ ਹੈ ਗੱਲ? ਨੈਕਸਟ, ਇਸ ਤੋਂ ਬਾਅਦ ਸਿੱਖਾਂ ਨੇ ਅਗਲੀ ਲੜਾਈ ਸਿਆਲਕੋਟ ਦੀ ਤੇ 1764 ਦੇ ਵਿੱਚ ਸਭ ਤੋਂ ਇੰਪੋਰਟੈਂਟ ਲੜਾਈ ਜਿਹਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਸਰਹੰਦ ਦੇ ਨਵਾਬ ਜ਼ਿਆਨ ਖਾਨ ਨੂੰ ਹਰਾਇਆ ਸਿੱਖਾਂ ਨੇ। ਕਈ ਮਿਸਲਾਂ ਮਾਝੇ ਚੋਂ ਚੱਲ ਕੇ ਆਈਆਂ ਤੇ ਮਾਲਵੇ ਜਾ ਕੇ ਉਹਨਾਂ ਨੇ ਜ਼ਿਆਨ ਖਾਨ ਨੂੰ ਹਰਾਇਆ ਤੇ ਇਸ ਇਲਾਕੇ ਨੂੰ ਸਰਹੰਦ ਨੂੰ ਫਿਰ ਪਟਿਆਲੇ ਦੇ ਰਾਜੇ ਆਲਾ ਸਿੰਘ ਨੂੰ ਸੌਂਪਤਾ। ਠੀਕ ਆ, ਉੱਥੋਂ ਹੀ ਆਲਾ ਸਿੰਘ ਦਾ ਪੱਟਾ ਜਿਹੜਾ ਸੀਗਾ ਪੱਟੀ ਉਹ ਪਿਆ ਪਟਿਆਲਾ। ਸੋ ਸਰਹੰਦ ਦੀ ਲੜਾਈ ਤੋਂ ਬਾਅਦ ਸਿੱਖਾਂ ਨੇ ਅਗਲੇ ਸਾਲ ਲਾਹੌਰ ਫੇਰ ਜਿੱਤਿਆ ਤੇ ਇਹਨਾਂ ਨੇ 1761 ਚ ਵੀ ਸੀ। ਅਹਿਮਦ ਸ਼ਾਹ ਅਬਦਾਲੀ ਉਦੋਂ ਉਸ ਲਾਹੌਰ ਨੂੰ ਦੁਬਾਰਾ ਕਬਜ਼ਾ ਫ੍ਰੀ ਕਰਵਾ ਗਿਆ ਸੀ। 1765 ਦੇ ਵਿੱਚ ਸਿੱਖਾਂ ਨੇ ਫਾਈਨਲੀ ਲਾਹੌਰ ਜਿੱਤਿਆ ਤੇ ਲਾਹੌਰ ਜਿੱਤਣ ਤੋਂ ਬਾਅਦ ਪਹਿਲਾਂ ਇਹਨਾਂ ਨੇ ਸਰਹੰਦ ਤੇ ਅਗਲੀ ਸਾਰ ਲਾਹੌਰ ਫੇਰ ਜਿੱਤ ਲਿਆ ਤੇ ਗੋਬਿੰਦ ਸ਼ਾਹੀ ਸਿੱਕੇ ਰਿਲੀਜ਼ ਕੀਤੇ। ਇਹ ਸਭ ਕੁਝ ਮੈਂ ਉਦੋਂ ਪੜ੍ਹਾਇਆ ਹੈ, ਸਾਰੀਆਂ ਲੜਾਈਆਂ ਦਾ ਜ਼ਿਕਰ ਮੈਂ ਉਦੋਂ ਕੀਤਾ ਹੈ ਜਦੋਂ ਮੈਂ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਤੇ ਹੋਏ 8 ਹਮਲਿਆਂ ਦਾ ਜ਼ਿਕਰ ਕਰਦਾ ਹਾਂ। ਆਪਾਂ ਸਿੱਖ ਮਿਸਲਾਂ ਦੀ ਸਭ ਤੋਂ ਇੰਪੋਰਟੈਂਟ ਲੜਾਈ, ਹਾਊ ਸਿੱਖ ਕੈਪਚਰਡ ਦਿੱਲੀ, ਸਿੱਖਾਂ ਨੇ ਦਿੱਲੀ ਕਿਵੇਂ ਕਬਜ਼ਾ ਕੀਤੀ। ਬੱਚੇ 1767 ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਭਾਰਤ ਆਉਣਾ ਖਤਮ ਹੋ ਗਿਆ। 1772 ਚ ਅਹਿਮਦ ਸ਼ਾਹ ਅਬਦਾਲੀ ਦੀ ਡੈਥ ਹੋ ਗਈ। ਉਹਦੇ ਤੋਂ ਬਾਅਦ ਉਹਦੇ ਪਰਿਵਾਰ ਦੇ ਵਿੱਚ ਐਸੀ ਉਥਲ-ਪੁਥਲ ਹੋਈ ਕਿ ਉੱਥੋਂ ਕੋਈ ਨਹੀਂ ਆਇਆ। ਭਾਰਤ ਦਾ ਜਿਹੜਾ ਦਿੱਲੀ ਦਾ ਰਾਜਾ ਸੀ ਸ਼ਾਹ ਆਲਮ, ਉਹ ਕੱਲਮ-ਕੱਲਾ ਰਹਿ ਗਿਆ। ਸ਼ਾਹ ਆਲਮ ਨੂੰ ਇੱਕ ਪਾਸੇ ਅੰਗਰੇਜ਼ਾਂ ਦਾ ਡਰ ਸੀ ਕਿਉਂਕਿ ਅੰਗਰੇਜ਼ ਵੀ ਗੰਗਾ ਯਮੁਨਾ ਕ੍ਰਾਸ ਕਰਕੇ ਦਿੱਲੀ ਦੇ ਨੇੜੇ ਪਹੁੰਚ ਚੁੱਕੇ ਸੀ। ਇੱਕ ਪਾਸਿਓਂ ਸਿੱਖ ਲਗਾਤਾਰ ਹਾਵੀ ਹੋ ਰਹੇ ਸੀ। ਸ਼ਾਹ ਆਲਮ ਜਿਹੜਾ ਦਿੱਲੀ ਦਾ ਸ਼ਾਸਕ ਸੀ ਉਹਦਾ ਇੱਕ ਪ੍ਰੋਮਿਸ ਸੀਗਾ ਮੁਸਲਮਾਨ ਉਹਦੇ ਨਾਲ ਮਰਾਠਿਆਂ ਦੁਆਰਾ ਉਹਨੂੰ ਇੱਕ ਪ੍ਰੋਮਿਸ ਕੀਤਾ ਗਿਆ ਸੀਗਾ ਕਿ ਅਸੀਂ ਤੈਨੂੰ ਲੋੜ ਪੈਣ ਤੇ ਬਚਾਵਾਂਗੇ, ਪਰ ਮਰਾਠੇ ਆਪ ਖਿੰਡ-ਖੁੰਡ ਗਏ ਸੀ 1780 ਤੱਕ। ਸ਼ਾਹ ਆਲਮ ਕੱਲਾਕਾਰਾ ਸੀਗਾ, ਕੋਈ ਪਾਵਰ ਉਹਦੇ ਹੱਥ 'ਚ ਨਹੀਂ ਸੀ। 3 ਸਿੱਖਾਂ ਦੀਆਂ ਮਿਸਲਾਂ, ਜੱਸਾ ਸਿੰਘ ਰਾਮਗੜੀਆ ਦੀ ਰਾਮਗੜੀਆ ਮਿਸਲ, ਜੱਸਾ ਸਿੰਘ ਆਹਲੂਵਾਲੀਆ ਦੀ ਆਹਲੂਵਾਲੀਆ ਮਿਸਲ, ਉਸ ਵੇਲੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਸੀ ਬਘੇਲ ਸਿੰਘ ਦੀ ਕਰੋੜ ਸਿੰਘੀਆ ਮਿਸਲ। ਤਿੰਨਾਂ ਮਿਸਲਾਂ ਨੇ ਦਿੱਲੀ ਘੇਰ ਲਈ। ਪਹਿਲਾਂ 2 ਮਿਸਲਾਂ ਗਈਆਂ, ਠੀਕ ਆ, ਉਸ ਤੋਂ ਬਾਅਦ ਬਘੇਲ ਸਿੰਘ ਦੀ ਮਿਸਲ ਦੇ ਵੀ 10,000 ਸੈਨਿਕ ਜਿਹੜੇ ਆ ਉਹ ਜਾ ਕੇ ਘੇਰਾ ਪਾ ਲੈਂਦੇ ਆ ਤੇ 30,000 ਦੀ ਸੈਨਾ ਜਿੱਥੇ ਖੜ ਕੇ ਸ਼ਾਹ ਆਲਮ ਨੂੰ ਵੰਗਾਰਦੀ ਆ। ਫਿਰ ਉਸ ਤੋਂ ਬਾਅਦ ਸ਼ਾਹ ਆਲਮ ਸਰੈਂਡਰ ਕਰਦਾ ਹੈ। ਉਸ ਜਗ੍ਹਾ ਨੂੰ ਬਾਅਦ 'ਚ 30 ਹਜ਼ਾਰੀ ਦੇ ਨਾਮ ਨਾਲ ਜਾਣਿਆ ਗਿਆ। ਨੋਟਸ ਦੇ ਵਿੱਚ ਗਲਤ ਲਿਖਿਆ ਗਿਆ ਕਿ ਉੱਥੇ 30 ਹਜ਼ਾਰੀ ਦੀ ਜਗ੍ਹਾ ਤੇ ਅੱਜ ਦਿੱਲੀ ਦੀ ਹਾਈ ਕੋਰਟ ਲੋਕੇਟਡ ਆ। ਉੱਥੇ ਦਿੱਲੀ ਦੀ ਡਿਸਟ੍ਰਿਕਟ ਕੋਰਟ ਸੈਸ਼ਨ ਕੋਰਟ ਲੋਕੇਟਡ ਆ। ਉਸ ਸੈਸ਼ਨ ਕੋਰਟ ਦਾ ਅੱਜ ਵੀ ਨਾਮ 30 ਹਜ਼ਾਰੀ ਕੋਰਟ ਆ, ਬਿਕੋਜ਼ ਉੱਥੇ 30,000 ਦੇ ਕਰੀਬ ਜਿਹੜੇ ਸਿੱਖ ਸੀਗੇ, ਸਿੱਖ ਸੈਨਿਕ ਤਿੰਨਾਂ ਮਿਸਲਾਂ ਦੇ ਇਕੱਠੇ ਹੁੰਦੇ ਆ। ਸ਼ਾਹ ਆਲਮ ਨੂੰ ਜਾ ਕੇ ਬੁਲਾਉਂਦੇ ਆ ਕਿ ਲਾਲ ਕਿਲੇ ਪੇਸ਼ ਹੋ ਸਾਡੇ ਅੱਗੇ। ਸ਼ਾਹ ਆਲਮ ਲਾਲ ਕਿਲੇ ਦਾ ਇੱਕ ਪੋਰਸ਼ਨ ਆ ਦੀਵਾਨੇ ਆਮ, ਉੱਥੇ ਪੇਸ਼ ਹੁੰਦਾ ਹੈ। ਉੱਥੇ ਜੋ ਸਿੱਖਾਂ ਨਾਲ ਨੈਗੋਸ਼ੀਏਸ਼ਨ ਹੁੰਦੀ ਹੈ, ਸਿੱਖਾਂ ਨੂੰ ਪਤਾ ਸੀਗਾ ਕਿ ਇੱਕੋ ਦਮ ਦਿੱਲੀ ਦੇ ਤਖਤ ਤੇ ਨਹੀਂ ਬੈਠਿਆ ਜਾ ਸਕਦਾ, ਅਦਰਵਾਈਜ਼ ਪੂਰਾ ਕੱਲੇ ਪੰਜਾਬ 'ਚ ਹੀ ਸਾਡਾ ਰਾਜ ਹੈ, ਬਾਕੀ ਜਗ੍ਹਾ ਤਾਂ ਪ੍ਰਸ਼ਾਸਨ ਦਾ ਸਾਡੇ ਅੰਡਰ ਆਉਣਾ ਹੀ ਨਹੀਂ। ਇਸ ਕਰਕੇ ਇੱਥੇ ਇਹੀ ਬਹੁਤ ਆ ਕਿ ਇਹਨੂੰ ਸਬਕ ਸਿਖਾਇਆ ਜਾਵੇ। ਤਾਂ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਝੰਡਾ ਚਲਾਇਆ ਗਿਆ। ਉਸ ਤੋਂ ਬਾਅਦ ਨੈਗੋਸ਼ੀਏਸ਼ਨਸ ਹੋਈਆਂ। ਇੱਕ ਨਜ਼ਰਾਨਾ ਭੇਂਟ ਕਰਨ ਵਾਸਤੇ ਕਿਹਾ ਉਹਨੂੰ ਕਿ ਜੋ ਉਸ ਲੜਾਈ ਕਰਕੇ ਖਰਚਾ ਹੋਇਆ, ਪਲੱਸ ਇੱਕ ਇਹ ਕਿ ਬਘੇਲ ਸਿੰਘ ਇੱਥੇ ਗੁਰਦੁਆਰਿਆਂ ਦਾ ਨਿਰਮਾਣ ਕਰਨਗੇ ਜੋ ਕਿ 8ਵੇਂ ਤੇ 9ਵੇਂ ਗੁਰੂ ਸਾਹਿਬ ਨਾਲ ਸੰਬੰਧਿਤ ਆ, ਉਹਨਾਂ ਨੂੰ ਫੁੱਲ ਸਿਕਿਉਰਿਟੀ ਦਿੱਤੀ ਜਾਵੇ। ਇਸ ਤਰੀਕੇ ਨਾਲ ਇਹ ਸਾਰੇ ਦਾ ਸਾਰਾ ਫੈਸਲਾ ਹੋਣ ਤੋਂ ਬਾਅਦ ਤਿੰਨੇ ਮਿਸਲਾਂ ਦੇ ਸਰਦਾਰ ਵਾਪਸ ਆ ਗਏ। ਤਾਂ ਇਸ ਤਰੀਕੇ ਨਾਲ ਸਿੱਖਾਂ ਨੇ ਦਿੱਲੀ ਕਬਜ਼ੇ 'ਚ ਕੀਤੀ ਤੇ ਉਸ ਤੋਂ ਬਾਅਦ ਵਾਪਸ ਆ ਗਏ ਜਾਂਦੇ ਆ ਨਜ਼ਰਾਨੇ ਤੋਂ ਬਾਅਦ। ਸੋ ਆਹੀ ਮੈਂ ਦੱਸਿਆ ਕਿ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਕਿਵੇਂ ਤਿੰਨੇ ਮਿਸਲਾਂ ਇਕੱਠੀਆਂ ਹੁੰਦੀਆਂ। 3 ਲੱਖ ਦਾ ਨਜ਼ਰਾਨਾ ਜਿਹੜਾ ਸੀਗਾ ਉਹ ਵਾਪਸ ਕਰਾਇਆ ਜਾਂਦਾ ਹੈ। ਬਘੇਲ ਸਿੰਘ ਜਿਹੜਾ ਹੈ ਉਹਨਾਂ ਨੂੰ 4000 ਘੋੜੇ ਰੱਖਣ ਦੀ ਪਰਮਿਸ਼ਨ ਮਿਲਦੀ ਆ ਕਿ ਦਿੱਲੀ ਦੇ ਵਿੱਚ ਉਹਨਾਂ ਨਾਲ 4000 ਘੋੜਸਵਾਰ ਰਹਿਣਗੇ
ਤੇ ਉਹ ਗੁਰਦੁਆਰਿਆਂ ਦਾ ਨਿਰਮਾਣ ਕਰਨਗੇ। ਇਸ ਸੰਧੀ ਤੋਂ ਬਾਅਦ 1783 ਚ ਹੋਈ ਇਸ ਸੰਧੀ ਤੋਂ ਬਾਅਦ ਸਿੱਖ ਜਿਹੜੇ ਆ ਉਹ ਦਿੱਲੀ ਤੋਂ ਵਾਪਸ ਕੂਚ ਕਰ ਲੈਂਦੇ ਆ, ਪੰਜਾਬ ਵੱਲ ਆ ਜਾਂਦੇ ਆ। ਠੀਕ ਹੈ, ਸੋ ਕੁੱਲ ਮਿਲਾ ਕੇ ਤੁਹਾਨੂੰ ਇੱਕ ਗੱਲ ਸਮਝ ਆ ਗਈ ਕਿ ਜਦੋਂ ਅਸੀਂ ਇਹ ਸਮਝਦੇ ਆ ਨਾ ਕਿ 1767 ਤੋਂ ਲੈ ਕੇ 1799 ਤੱਕ 1767 ਤੋਂ ਲੈ ਕੇ 1793 ਤੱਕ ਸਿੱਖ ਮਿਸਲਾਂ ਦੇ ਯੁੱਗ ਦੇ ਵਿੱਚ ਕੀ ਕੀ ਪੜ੍ਹਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਕਿ ਸਿੱਖ ਮਿਸਲਾਂ ਜਥਿਆਂ ਚੋਂ ਬਣੀਆਂ ਕਿਵੇਂ। 1733 ਦੇ ਵਿੱਚ ਤਰੁਣਾ ਦਲ ਤੇ ਬੁੱਢਾ ਦਲ ਦਾ ਬਣਨਾ, ਫਿਰ ਉਹਨਾਂ ਚੋਂ ਅੱਗੇ ਜਥਿਆਂ ਦਾ ਬਣਨਾ, ਪਹਿਲਾਂ 10 ਜਥੇ, ਫਿਰ 25 ਜਥੇ, ਫਿਰ 65 ਜਥੇ। 1748 ਚ 65 ਜਥਿਆਂ ਦਾ ਦਲ ਖਾਲਸਾ ਦੇ ਵਿੱਚ ਕਨਵਰਟ ਹੋ ਜਾਣਾ। ਫਿਰ 1748 ਤੋਂ ਬਾਅਦ 1767 ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਤੇ ਹਮਲੇ ਰੁਕ ਗਏ, ਉਹਨਾਂ ਹਮਲਿਆਂ ਦੇ ਰੁਕਣ ਤੋਂ ਬਾਅਦ ਤੇ 1799 ਤੱਕ ਇਹਨਾਂ ਮਿਸਲਾਂ ਦਾ ਜਾਂ ਪੰਜਾਬ ਤੇ ਪੂਰੇ ਕਾਬਜ ਹੋ ਜਾਣਾ, ਜਿਸ ਦੌਰ ਨੂੰ ਅਸੀਂ ਹਮੇਸ਼ਾ ਕਵਾਂਗੇ ਮਿਸਲ ਯੁੱਗ। ਠੀਕ ਹੈ ਨਾ, ਸੋ ਇਸ ਦੌਰ ਨੂੰ ਮਿਸਲ ਯੁੱਗ ਦੇ ਨਾਮ ਨਾਲ ਜਾਣਿਆ ਜਾਊਗਾ, ਮਿਸਲ ਐਰਾ ਕਵਾਂਗੇ ਆਪਾਂ। ਸੋ ਕਿਵੇਂ ਇਸ ਦੌਰ ਦੇ ਵਿੱਚ ਉਹਨਾਂ ਨੇ ਆਪਣੀ ਗਵਰਨੈਂਸ, ਰਾਖੀ ਸਿਸਟਮ, ਉਹਨਾਂ ਦਾ ਸਾਰਾ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਿਆ। ਉਮੀਦ ਕਰਦਾ ਬੱਚੇ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਸਮਝ ਆ ਗਿਆ ਹੋਊਗਾ। ਠੀਕ ਹੈ, ਸੋ ਅੱਜ ਵਾਸਤੇ ਇੰਨਾ ਹੀ ਬਹੁਤ।